ਬਲਦੇਵ ਸਿੰਘ ਢਿੱਲੋਂ ਦਾ ਨਾਵਲ ਗੁਸਤਾਖੀ ਮੌਤ ਦਾ ਪੰਜਵਾਂ ਅੰਗ। ਇਸ ਘਟਨਾ ਨੂੰ ਕਈ ਮਹੀਨੇ ਬੀਤ ਗਏ ਸਨ। ਕੰਮੋਂ 'ਚ ਵੀ ਫਰਕ ਆ ਚੁੱਕਿਆ ਸੀ। ਭਾਵੇਂ ਉਹ ਪਹਿਲਾਂ ਵਾਲੀ ਗੱਲ ਤਾਂ ਮੀਲਾਂ ਦੂਰ ਸੀ, ਫਿਰ ਵੀ ਉਹ ਕਾਫੀ ਸੰਭਲ ਗਈ ਸੀ। ਇੱਕ ਦਿਨ ਜਦੋਂ ਬਾਹਰੋਂ ਆ ਰਹੀ ਸੀ ਤਾਂ ਰਸਤੇ 'ਚ ਉਹਨੂੰ ਉਹਨਾਂ ਦੇ ਪਿੰਡ ਦੇ ਜਾਗੀਰਦਾਰ ਦੀ ਸਾਰੀ ਜ਼ਮੀਨ ਖਰੀਦਣ ਵਾਲਾ ਬਿਹਾਰੀ ਲਾਲ ਰਸਤੇ 'ਚ ਮਿਲ ਗਿਆ। ਇਸ ਸਮੇਂ ਉਹ ਸਾਰੇ ਪਿੰਡ ਵਿੱਚ ਸਭ ਤੋਂ ਵੱਧ ਪੈਸੇ ਤੇ ਜਾਇਦਾਦ ਵਾਲਾ ਅਮੀਰ ਆਦਮੀ ਸੀ। ਉਹ ਸ਼ਹਿਰ ਹੀ ਰਹਿੰਦਾ ਸੀ। ਇੱਥੇ ਤਾਂ ਉਹ ਕਦੀ ਕਦਾਈ ਗੇੜਾ ਮਾਰਨ ਹੀ ਆਉਂਦਾ ਸੀ। ਉਸੇ ਸ਼ਹਿਰ 'ਚ ਕੰਮੋਂ ਵੀ ਪੜ੍ਹਦੀ ਸੀ। ਇਸੇ ਤਰ੍ਹਾਂ ਪਹਿਲਾਂ ਵੀ ਸ਼ਹਿਰ 'ਚ ਕੰਮੋਂ ਨੂੰ ਕਈ ਵਾਰੀ ਮਿਲ ਚੁੱਕਿਆ ਸੀ। ਉਹਨਾਂ ਮੁਲਾਕਾਤਾਂ 'ਚ ਭਾਵੇਂ ਹਾਲ ਚਾਲ ਪੁੱਛਣ ਵਰਗੀ ਸਧਾਰਨ ਜਿਹੀ ਗੱਲਬਾਤ ਹੀ ਹੁੰਦੀ ਸੀ, ਪਰ ਉਹ ਇੱਕ ਦੂਸਰੇ ਨੂੰ ਜਾਣਦੇ ਜ਼ਰੂਰ ਸਨ। ਇਸ ਕਰਕੇ ਉਸਨੇ ਕੰਮੋਂ ਦੇ ਲਾਗੇ ਆ ਕੇ ਸਹਿਜ ਸੁਭਾਅ ਪੁੱਛ ਲਿਆ, ਕੰਮੋਂ ਕਦੋਂ ਆਈ ਹੈ ਸਹੁਰਿਆਂ ਤੋਂ? ਸ਼ਾਇਦ ਉਹਨੂੰ ਤਲਾਕ ਵਾਲੀ ਘਟਨਾ ਦਾ ਪਤਾ ਨਹੀਂ ਸੀ, ਇਸ ਕਰਕੇ ਉਹਨੇ ਬਸ ਰਸਮੀ ਜਿਹਾ ਹੀ ਪੁੱਛਿਆ ਸੀ। ਕੰਮੋਂ ਦੀਆਂ ਅੱਖਾਂ ਭਰ ਆਈਆਂ। ਕੁਝ ਚਿਰ ਉਹਦੀ ਆਵਾਜ਼ ਹੀ ਨਾ ਨਿਕਲੀ। ਫਿਰ ਉਹਨੇ ਆਪਣੇ ਆਪ ਤੇ ਕਾਬੂ ਪਾ ਕੇ ਉਹਨੂੰ ਸਾਰੀ ਗੱਲ ਸੁਣਾਈ। ਸੁਣ ਕੇ ਬਿਹਾਰੀ ਲਾਲ ਨੇ ਕਾਫੀ ਦੁੱਖ ਪ੍ਰਗਟ ਕੀਤਾ। ਥੋੜਾ ਜਿਹਾ ਸ਼ਰਮਿੰਦਾ ਵੀ ਹੋਇਆ। ਆਖਰ ਉਹ ਕੰਮੋਂ ਨੂੰ ਦਿਲਾਸਾ ਦੇ ਕੇ ਚਲਾ ਗਿਆ। ਕੋਈ 2 ਕੁ ਹਫ਼ਤੇ ਪਿੱਛੋਂ ਬਿਹਾਰੀ ਲਾਲ ਫਿਰ ਕੰਮੋਂ ਦੇ ਘਰ ਆਇਆ। ਉਹਨੇ ਕੰਮੋਂ ਦੇ ਬਾਪ ਕੋਲ ਉਹਦੇ ਤਲਾਕ ਬਾਰੇ ਕਾਫੀ ਦੁੱਖ ਪ੍ਰਗਟ ਕੀਤਾ। ਭਾਵੇਂ ਉਹ ਬਹੁਤ ਵੱਡਾ ਤੇ ਪੈਸੇ ਵਾਲਾ ਆਦਮੀ ਸੀ, ਪਰ ਕੰਮੋਂ ਦਾ ਬਾਪ ਵੀ ਪਿੰਡ ਦਾ ਇੱਕ ਹਰਮਨ ਪਿਆਰਾ ਮੁਖੀਆ ਸੀ ਤੇ ਕਾਫੀ ਜਾਇਦਾਦ ਵਾਲਾ ਸੀ। ਇਸ ਕਰਕੇ ਬਿਹਾਰੀ ਲਾਲ ਉਸ ਨਾਲ ਬੜੀ ਤਮੀਜ਼ ਨਾਲ ਤੇ ਬਰਾਬਰ ਦੇ ਆਧਾਰ ਤੇ ਗੱਲ ਕਰ ਰਿਹਾ ਸੀ। ਹੁਣ ਤੁਹਾਡਾ ਕੀ ਖਿਆਲ ਹੈ ਕੰਮੋਂ ਬਾਰੇ? ਕੋਈ ਲੜਕਾ ਵਗੈਰਾ ਦੇਖਿਆ? ਬਿਹਾਰੀ ਨੇ ਕਿਹਾ। ਨਹੀਂ ਜੀ, ਅਜੇ ਤਾਂ ਅਸੀਂ ਪਹਿਲੇ ਦੁੱਖ ਵਿੱਚੋਂ ਹੀ ਨਹੀਂ ਉੱਭਰ ਸਕੇ। ਉਹ ਤਾਂ ਜੀ ਠੀਕ ਹੈ, ਦੁੱਖ ਤਾਂ ਸਾਰਿਆਂ ਨੂੰ ਹੀ ਹੈ। ਆਖਰ ਕੋਈ ਬੰਦੋਬਸਤ ਤਾਂ ਕਰਨਾ ਹੀ ਪਏਗਾ। ਇਸ ਤਰ੍ਹਾਂ ਧੀ ਨੂੰ ਘਰ ਬਿਠਾ ਕੇ ਤਾਂ ਰੱਖ ਨਹੀਂ ਸਕਦੇ। ਹਾਂਜੀ, ਧੀਆਂ ਤਾਂ ਆਪਣੇ ਘਰੇ ਹੀ ਸੱਜਦੀਆਂ ਨੇ। ਮਾਂ ਬਾਪ ਦਾ ਘਰ ਤਾਂ ਛੱਡਣਾ ਹੀ ਪੈਂਦਾ। ਖੈਰ, ਕਰਾਂਗੇ ਕੋਈ ਤਲਾਸ਼। ਬਿਹਾਰੀ ਲਾਲ ਕਾਫੀ ਚਿਰ ਤੱਕ ਕੰਮੋਂ ਦੇ ਬਾਪ ਵੱਲ ਖੋਜੀ ਅੱਖਾਂ ਨਾਲ ਵੇਖਦਾ ਰਿਹਾ। ਆਖਰ ਉਹਨੇ ਝਿਜਕਦਿਆਂ ਹੋਇਆਂ ਹੌਲੀ ਹੌਲੀ ਢਿੱਡ ਦੀ ਗੱਲ ਕਹਿ ਹੀ ਦਿੱਤੀ। ਦੇਖੋ ਜੀ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਦੇਖੋ, ਮੈਂ ਤਾਂ ਤੁਹਾਨੂੰ ਸਿਰਫ ਆਪਣੇ ਵਿਚਾਰ ਦੱਸ ਰਿਹਾ। ਕਰਨੀ ਤੁਸੀਂ ਆਪਣੀ ਮਰਜ਼ੀ ਹੈ, ਕੋਈ ਜ਼ਬਰਦਸਤੀ ਤਾਂ ਹੈ ਨਹੀਂ। ਇਹ ਸਿਰਫ ਮੇਰਾ ਆਪਣਾ ਵਿਚਾਰ ਹੈ। ਜੇ ਤੁਸੀਂ ਇਜਾਜ਼ਤ ਦਿਓ ਤਾਂ ਕਹਿ ਦੇਣਾ। ਕੋਈ ਗੱਲ ਨਹੀਂ ਜੀ, ਤੁਸੀਂ ਬੇਫਿਕਰ ਹੋ ਕੇ ਕਹੋ। ਆਖਰ ਕੋਈ ਨਾ ਕੋਈ ਬੰਦੋਬਸਤ ਤਾਂ ਕਰਨਾ ਹੀ ਪੈਣਾ। ਧੀਆਂ ਘਰੇ ਤਾਂ ਰੱਖੀਆਂ ਨਹੀਂ ਜਾ ਸਕਦੀਆਂ। ਇਹ ਤਾਂ ਜੀ ਰਾਜਿਆਂ ਰਾਣੀਆਂ ਨੂੰ ਵੀ ਤੋਰਨੀਆਂ ਪੈਂਦੀਆਂ। ਤੁਸੀਂ ਦੱਸੋ। ਬਿਹਾਰੀ ਲਾਲ ਕੁਝ ਚਿਰ ਸੋਚਦਾ ਰਿਹਾ। ਫਿਰ ਉਹਨੇ ਬੜੀ ਨਰਮੀ ਨਾਲ ਕਿਹਾ, ਤੁਸੀਂ ਜਾਣਦੇ ਹੋ ਮੇਰੇ ਘਰ ਵਾਲੀ ਲੰਮੀ ਬਿਮਾਰੀ ਤੋਂ ਪਿੱਛੋਂ ਕੋਈ ਮਹੀਨਾ ਕੁ ਹੋਇਆ ਸਵਰਗਵਾਸ ਹੋ ਗਈ। ਉਹਦਾ ਕੋਈ ਬੱਚਾ ਵੀ ਨਹੀਂ ਹੈ। ਜੇ ਤੁਸੀਂ ਚਾਹੋ ਤਾਂ ਮੈਂ ਕੰਮੋਂ ਨਾਲ ਦੂਸਰੀ ਸ਼ਾਦੀ ਕਰਨ ਨੂੰ ਤਿਆਰ ਹਾਂ। ਬਿਹਾਰੀ ਲਾਲ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਗੁੱਸੇ ਨਾਲ ਭਰ ਗਿਆ। ਕੋਈ ਹੋਰ ਫੋੜ ਬੰਦਾ ਹੁੰਦਾ ਤਾਂ ਸ਼ਾਇਦ ਬੁਰਾ ਭਲਾ ਜਾਂ ਗਾਲੀ ਗਲੋਚ ਹੀ ਕਰ ਦਿੰਦਾ, ਪਰ ਉਹ ਬੜੇ ਠਰਮੇ ਵਾਲਾ ਸੀ। ਬਿਹਾਰੀ ਲਾਲ ਦੀ ਗੱਲ ਬੁਰੀ ਲੱਗਣ ਦੇ ਬਾਵਜੂਦ ਉਹਨੇ ਆਪਣੇ ਗੁੱਸੇ ਉੱਤੇ ਕਾਬੂ ਰੱਖਿਆ। ਉਹਨੇ ਥੋੜੀ ਦੇਰ ਚੁੱਪ ਰਹਿਣ ਪਿੱਛੋਂ ਕਿਹਾ, ਬਿਹਾਰੀ ਲਾਲ ਜੀ, ਮੈਂ ਤੁਹਾਡੀ ਗੱਲ ਸੁਣ ਲਈ, ਅਸੀਂ ਸੋਚਾਂਗੇ। ਬਿਹਾਰੀ ਲਾਲ ਵੀ ਸ਼ਾਇਦ ਤਾੜ ਗਿਆ ਸੀ, ਇਸ ਕਰਕੇ ਉਹ ਹੋਰ ਕੁਝ ਨਾ ਬੋਲਿਆ ਤੇ ਬੜੀ ਨਿਮਰਤਾ ਨਾਲ ਉਹ ਤੋਂ ਆਗਿਆ ਲੈ ਕੇ ਚਲਾ ਗਿਆ। ਕੰਮੋਂ ਵੀ ਅੰਦਰ ਬੈਠੀ ਸਭ ਕੁਝ ਸੁਣ ਰਹੀ ਸੀ, ਪਰ ਉਹ ਚੁੱਪਚਾਪ ਅੰਦਰ ਹੀ ਬੈਠੀ ਰਹੀ। ਬਿਹਾਰੀ ਲਾਲ ਦੇ ਚਲੇ ਜਾਣ ਪਿੱਛੋਂ ਵੀ ਉਹ ਬਾਹਰ ਨਹੀਂ ਨਿਕਲੀ। ਕੰਮੋਂ ਦੀ ਮਾਂ ਨੇ ਬਾਹਰ ਆ ਕੇ ਬਿਹਾਰੀ ਲਾਲ ਨੂੰ ਰੱਜ ਕੇ ਗਾਲਾਂ ਕੱਢੀਆਂ। ਕੰਮੋਂ ਦੀ ਮਾਂ ਨੂੰ ਤਾਂ ਇਹ ਗੱਲ ਬਹੁਤ ਹੀ ਬੁਰੀ ਲੱਗੀ। ਸ਼ਰਮ ਨਹੀਂ ਆਈ ਗੱਲ ਕਰਨ ਲੱਗੇ ਨੂੰ? ਕਿੱਥੇ ਕੰਮੋਂ, ਕਿੱਥੇ ਬੁੱਢਾ ਆਦਮੀ? ਮੈਂ ਤਾਂ ਤੁਹਾਡੇ ਮੂੰਹ ਨੂੰ ਚੁੱਪ ਕਰ ਰਹੀ। ਇਹ ਤਾਂ ਮੈਂ ਛਿੱਤਰ ਖੋਲ ਲੈਣਾ ਸੀ। ਹਰਾਮੀ ਕੁੱਤਾ, ਵੱਡਾ ਠੇਕੇਦਾਰ, ਪੈਸੇ ਵਾਲਾ ਹੋਏਗਾ ਆਪਣੇ ਘਰ, ਤੁਸੀਂ ਉਹਨੂੰ ਝਾੜਿਆ ਕਿਉਂ ਨਾ? ਉਹ ਕਈ ਦਿਨ ਇਸ ਮਸਲੇ ਉੱਤੇ ਸੋਚਦੇ ਰਹੇ। ਆਖਰ ਠੰਡੇ ਦਿਲ ਨਾਲ ਸੋਚਦਿਆਂ ਹੋਇਆਂ ਉਹਨਾਂ ਦੇ ਵਿਚਾਰ ਬਦਲਣ ਲੱਗੇ। ਕੰਮੋਂ ਦਾ ਬਾਪ ਕਾਫੀ ਹੰਢਿਆ ਹੋਇਆ ਹੋਣ ਕਰਕੇ ਪਹਿਲ ਉਸਨੇ ਹੀ ਕੀਤੀ। ਗੱਲ ਇੱਕ ਇਹ ਵੀ ਹੈ ਸੋਚਣ ਵਾਲੀ ਕਿ ਹੁਣ ਆਪਾਂ ਨੂੰ ਕੋਈ ਕੁਆਰਾ ਲੜਕਾ ਤਾਂ ਮਿਲੇਗਾ ਨਹੀਂ, ਕੋਈ ਦਹਾਜੂ ਹੀ ਭਾਲਣਾ ਪਏਗਾ। ਜੇ ਆਪਾਂ ਹਿੰਡ ਕਰਕੇ ਕੋਈ ਕੁਆਰਾ ਲੜਕਾ ਲੱਭ ਵੀ ਲੈਂਦੇ ਹਾਂ ਤਾਂ ਬਹੁਤ ਘਟੀਆ ਦਰਜੇ ਦਾ ਰਿਹਾ ਸਿਆ ਹੀ ਹੋਏਗਾ, ਜੋ ਕੰਮੋਂ ਵਰਗੀ ਪੜ੍ਹੀ ਲਿਖੀ ਕੁੜੀ ਦੇ ਕਾਬਲ ਬਿਲਕੁਲ ਨਹੀਂ ਹੋਏਗਾ। ਅਜਿਹੀ ਸੂਝਵਾਨ ਕੁੜੀ ਨੂੰ ਕਿਸੇ ਅਨਪੜ੍ਹ ਜਾਹਲ ਬੰਦੇ ਦੇ ਗਲ ਮੜਨਾ ਬਹੁਤ ਬੁਰੀ ਗੱਲ ਹੋਏਗੀ। ਖੈਰ, ਬਿਹਾਰੀ ਲਾਲ ਕੰਮੋਂ ਨਾਲੋਂ ਉਮਰ 'ਚ ਜ਼ਿਆਦਾ ਜ਼ਰੂਰ ਹੈ, ਪਰ ਬੁੱਢਾ ਨਹੀਂ ਹੈ, ਪੜ੍ਹਿਆ ਲਿਖਿਆ ਬੰਦਾ ਹੈ, ਬਹੁਤ ਵੱਡੀ ਜਾਇਦਾਦ ਦਾ ਮਾਲਕ ਹੈ। ਉਹਦਾ ਇਸ ਪਿੰਡ 'ਚ ਜਾਇਦਾਦ ਤੋਂ ਬਗੈਰ ਸ਼ਹਿਰ ਵਿੱਚ ਵੀ ਬਹੁਤ ਵੱਡਾ ਕਾਰੋਬਾਰ ਹੈ, ਬਹੁਤ ਹੀ ਸ਼ਾਨਦਾਰ ਬੰਗਲਾ ਹੈ। ਫਿਰ ਉਹ ਦੇਖਣ ਵਿੱਚ ਵੀ ਬੁਰਾ ਨਹੀਂ ਹੈ। ਫਿਰ ਉਹਨੇ ਇਹ ਆਪ ਰਿਸ਼ਤਾ ਮੰਗਿਆ। ਅਸੀਂ ਤਾਂ ਝੋਲੀ ਅੱਡ ਕੇ ਉਹਦੇ ਦਰ 'ਤੇ ਨਹੀਂ ਗਏ, ਉਹ ਆਪ ਸਾਡੇ ਦਰ 'ਤੇ ਚੱਲ ਕੇ ਆਇਆ। ਉਹਨੂੰ ਰਿਸ਼ਤਿਆਂ ਦਾ ਤਾਂ ਕੋਈ ਘਾਟਾ ਨਹੀਂ। ਇੰਨੇ ਵੱਡੇ ਆਦਮੀ ਨੂੰ ਕੋਈ ਕੁਆਰੀ ਲੜਕੀ ਵੀ ਆਰਾਮ ਨਾਲ ਮਿਲ ਸਕਦੀ ਹੈ।
ਇਸ ਕਰਕੇ ਉਹ ਵੀ ਕੁਝ ਸੋਚ ਕੇ ਸਾਡੇ ਦਰ ਤੇ ਆਇਆ ਹੈ। ਪਹਿਲੇ ਵਿਆਹ ਦਾ ਕੋਈ ਬੱਚਾ ਵੀ ਨਹੀਂ ਹੈ। ਮੇਰਾ ਖਿਆਲ ਹੈ ਕਿ ਆਪਾਂ ਨੂੰ ਹਾਂ ਕਰ ਦੇਣੀ ਚਾਹੀਦੀ ਹੈ। ਕੰਮੋਂ ਨੂੰ ਪੁੱਛ ਕੇ ਦੇਖਾਂ, ਉਹਦੀ ਪਤਨੀ ਨੇ ਕਿਹਾ। ਜ਼ਰੂਰ ਪੁੱਛ, ਇਸ 'ਚ ਕੋਈ ਹਰਜ ਨਹੀਂ। ਉਹਦੀ ਰਾਏ ਲੈਣੀ ਵੀ ਜ਼ਰੂਰੀ ਹੈ। ਜੇ ਉਹ ਇਨਕਾਰ ਕਰ ਦੇਗੀ ਤਾਂ ਆਪਾਂ ਜਵਾਬ ਦੇ ਦੇਵਾਂਗੇ, ਉਹਨੂੰ ਮਨਜ਼ੂਰ ਨਹੀਂ ਕਰਾਂਗੇ। ਉਹਦੀ ਮਾਂ ਨੇ ਅੰਦਰ ਆ ਕੇ ਕੰਮੋਂ ਨੂੰ ਪੁੱਛਿਆ, ਕੀ ਖਿਆਲ ਹੈ ਤੇਰਾ ਧੀਏ? ਉਹ ਸਾਰੀਆਂ ਗੱਲਾਂ ਪਹਿਲਾਂ ਹੀ ਸੁਣ ਚੁੱਕੀ ਸੀ, ਪਰ ਉਹਨੇ ਆਪਣੀ ਮਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਬਹੁਤ ਪੁੱਛਣ ਤੇ ਸਿਰਫ ਇੰਨਾ ਕਿਹਾ, ਮੈਂ ਇਸ ਮਸਲੇ ਬਾਰੇ ਕੁਝ ਨਹੀਂ ਬੋਲਾਂਗੀ, ਇਹ ਤੁਸੀਂ ਸੋਚੋ। ਮੈਂ ਪਹਿਲਾਂ ਆਪਣੀ ਮਰਜ਼ੀ ਕਰਕੇ ਜਿਹੜਾ ਤੁਹਾਨੂੰ ਪਰੇਸ਼ਾਨ ਕੀਤਾ ਹੈ, ਉਹਦਾ ਮੈਨੂੰ ਬਹੁਤ ਦੁੱਖ ਹੈ। ਹੁਣ ਮੈਂ ਦੁਬਾਰਾ ਗਲਤੀ ਨਹੀਂ ਕਰਨਾ ਚਾਹੁੰਦੀ। ਇਹ ਤੁਹਾਡਾ ਕੰਮ ਹੈ, ਤੁਸੀਂ ਸੋਚੋ, ਮੈਂ ਕੋਈ ਦਖਲ ਨਹੀਂ ਦੇਵਾਂਗੀ। ਆਖਿਰ ਉਹਨਾਂ ਬਿਹਾਰੀ ਦੇ ਹੱਕ 'ਚ ਫੈਸਲਾ ਕਰ ਦਿੱਤਾ। ਪਿੰਡ ਦਾ ਮੁਖੀਆ ਹੋਣ ਕਰਕੇ ਉਹਨੇ ਆਪਣੇ ਦੋਸਤਾਂ ਤੇ ਸਾਥੀਆਂ ਨਾਲ ਸਲਾਹ ਕੀਤੀ। ਸਭ ਨੇ ਇਹਨੂੰ ਠੀਕ ਕਿਹਾ। ਇਹ ਤੋਂ ਪਿੱਛੋਂ ਕੰਮੋਂ ਦੇ ਬਾਪ ਨੇ ਇੱਕ ਦਿਨ ਬਿਹਾਰੀ ਲਾਲ ਦੀ ਹਵੇਲੀ ਜਾ ਕੇ ਉਹਦੇ ਨੌਕਰਾਂ ਵਿੱਚੋਂ ਬਿਹਾਰੀ ਲਾਲ ਦੇ ਸਭ ਤੋਂ ਵੱਧ ਇਤਬਾਰੀ ਇੱਕ ਬਜ਼ੁਰਗ ਨੌਕਰ ਨੂੰ ਕਿਹਾ ਕਿ ਤੁਸੀਂ ਸ਼ਹਿਰੋਂ ਬਿਹਾਰੀ ਲਾਲ ਨੂੰ ਬੁਲਾਓ। ਦੂਸਰੇ ਦਿਨ ਹੀ ਬਿਹਾਰੀ ਲਾਲ ਸ਼ਹਿਰੋਂ ਪਿੰਡ ਆ ਗਿਆ। ਕੰਮੋਂ ਦੇ ਮਾਂ-ਬਾਪ ਨੇ ਉਹਨੂੰ ਬਹੁਤ ਧੂਮ-ਧਾਮ ਨਾਲ ਤਾਂ ਨਹੀਂ, ਫਿਰ ਵੀ ਖਾਸਾ ਖਰਚਾ ਕਰਕੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਕੰਮੋਂ ਦਿਲੋਂ ਖੁਸ਼ ਨਾ ਹੋਣ ਦੇ ਬਾਵਜੂਦ ਚੁੱਪਚਾਪ ਬਿਹਾਰੀ ਲਾਲ ਨਾਲ ਸ਼ਾਦੀ ਕਰਕੇ ਸ਼ਹਿਰ ਚਲੀ ਗਈ। ਇੱਕ ਸ਼ਾਨਦਾਰ ਕਾਰ 'ਚ ਬੈਠੀ ਜਦੋਂ ਸ਼ਹਿਰ ਬਿਹਾਰੀ ਲਾਲ ਦੇ ਬੰਗਲੇ ਅੱਗੇ ਪਹੁੰਚੀ ਤਾਂ ਉੱਥੇ ਬਿਹਾਰੀ ਲਾਲ ਦੀਆਂ ਨੌਕਰਾਂ ਤੇ ਦੋਸਤਾਂ ਦਾ ਝੁਰਮਟ ਲੱਗਿਆ ਹੋਇਆ ਸੀ। ਕੰਮੋਂ ਦਾ ਬਹੁਤ ਹੀ ਆਦਰ ਸਤਿਕਾਰ ਨਾਲ ਸਵਾਗਤ ਹੋਇਆ। ਕੰਮੋਂ ਨੂੰ ਬਹੁਤ ਹੀ ਕੀਮਤੀ ਗਹਿਣੇ ਤੇ ਕੱਪੜੇ ਬਣਾ ਕੇ ਦਿੱਤੇ ਗਏ। ਆਪਣੇ ਆਲੇ ਦੁਆਲੇ ਹਰ ਸਮੇਂ ਨੌਕਰਾਂ ਦਾ ਝੁਰਮਟ, ਜੋ ਉਹਨੂੰ ਮਾਲਕਨ ਕਹਿੰਦੇ ਨਹੀਂ ਥੱਕਦੇ ਸਨ। ਸ਼ਾਨਦਾਰ ਬੰਗਲਾ, ਕੀਮਤੀ ਫਰਨੀਚਰ, ਮੋਟਰ ਗੱਡੀਆਂ, ਸਭ ਦੇ ਬਾਵਜੂਦ ਖੁਦ ਬਿਹਾਰੀ ਲਾਲ ਵੀ ਉਸ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਂਦਾ ਤੇ ਗੱਲਬਾਤ ਵੀ ਬੜੀ ਤਮੀਜ਼ ਨਾਲ ਕਰਦਾ। ਇਸ ਤਰ੍ਹਾਂ ਦੀਪ ਨੇ ਕਦੀ ਨਹੀਂ ਕੀਤੀ ਸੀ। ਹੌਲੀ ਹੌਲੀ ਕੰਮੋਂ ਉਸ ਪੁਰਾਣੇ ਜ਼ਖਮ ਨੂੰ ਭੁੱਲ ਚੁੱਕੀ ਸੀ ਤੇ ਆਪਣੀ ਨਵੀਂ ਦੁਨੀਆ ਵਿੱਚ ਰਚ ਮਿਚ ਗਈ ਸੀ। ਕੁਝ ਦਿਨਾਂ ਤੋਂ ਬਿਹਾਰੀ ਲਾਲ ਦਾ ਗੱਲਬਾਤ ਕਰਨ ਦਾ ਸਟਾਈਲ ਬਦਲਿਆ ਹੋਇਆ ਸੀ। ਉਹ ਰਾਤ ਨੂੰ ਭਾਵੇਂ ਥੋੜ੍ਹੀ ਪੀਂਦਾ, ਪਰ ਹਰ ਰੋਜ਼ ਸ਼ਰਾਬ ਪੀਂਦਾ ਸੀ ਤੇ ਪੀਣ ਸਮੇਂ ਕੰਮੋਂ ਨੂੰ ਵੀ ਆਪਣੇ ਕੋਲ ਬਿਠਾ ਲੈਂਦਾ ਸੀ ਤੇ ਕੰਮੋਂ ਨਾਲ ਖੂਬ ਗੱਲਾਂ ਮਾਰਦਾ। ਇੱਕ ਦਿਨ ਉਹਨੇ ਹਾਸੇ-ਹਾਸੇ 'ਚ ਕੰਮੋਂ ਨੂੰ ਵੀ ਘੁੱਟ ਲਾ ਲੈਣ ਲਈ ਕਿਹਾ। ਕੰਮੋਂ ਨੇ ਕੌੜੀਆਂ ਅੱਖਾਂ ਨਾਲ ਦੇਖਿਆ ਤਾਂ ਉਹਨੇ ਗੱਲ ਹਾਸੇ 'ਚ ਪਾ ਦਿੱਤੀ। ਉਹ ਕਾਫੀ ਰਾਤ ਤੱਕ ਘੁੱਟ-ਘੁੱਟ ਕਰਕੇ ਵਿਸਕੀ ਪੀਂਦਾ ਰਿਹਾ ਤੇ ਕੰਮੋਂ ਨਾਲ ਗੱਲਾਂ ਮਾਰਦਾ ਰਿਹਾ। ਉਹਦੀਆਂ ਗੱਲਾਂ ਦਾ ਇੱਕੋ ਇੱਕ ਮਤਲਬ ਇਹ ਹੁੰਦਾ ਕਿ ਇੱਥੇ ਜਿਉਣ ਲਈ ਪੈਸਾ ਚਾਹੀਦਾ। ਜਿਸ ਕੋਲ ਪੈਸਾ ਹੈ, ਉਸ ਕੋਲ ਸਭ ਕੁਝ ਹੈ। ਉਹ ਐਸ਼ ਆਰਾਮ ਖਰੀਦ ਸਕਦਾ ਹੈ। ਇਨਸਾਨ ਨੂੰ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ। ਜਿਸ ਕੋਲ ਪੈਸਾ ਨਹੀਂ, ਉਹਦੀ ਨਾ ਹੀ ਕੋਈ ਇੱਜ਼ਤ ਹੈ, ਨਾ ਹੀ ਕੋਈ ਜਿਉਣ ਦਾ ਸਵਾਦ ਤੇ ਨਾ ਹੀ ਕੋਈ ਪੁੱਛਦਾ ਹੈ, ਭਾਵੇਂ ਉਹ ਕਿੰਨਾ ਹੀ ਸੂਝਵਾਨ ਬੰਦਾ ਕਿਉਂ ਨਾ ਹੋਵੇ। ਇਸ ਕਰਕੇ ਕਿਸੇ ਵੀ ਹਾਲਤ ਵਿੱਚ ਪੈਸਾ ਹਾਸਲ ਕਰੋ ਤੇ ਫਿਰ ਖਾਓ ਪੀਓ, ਐਸ਼ ਕਰੋ। ਕਾਫੀ ਦਿਨਾਂ ਤੋਂ ਇਸੇ ਵਿਸ਼ੇ ਤੇ ਲੈਕਚਰ ਕਰਦਾ ਆ ਰਿਹਾ ਸੀ। ਕੰਮੋਂ ਚੁੱਪਚਾਪ ਉਹਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕਦੀ ਕਦਾਈ ਹਾਂ ਹੂੰ ਕਰ ਛੱਡਦੀ। ਵੈਸੇ ਵੀ ਕੰਮੋਂ ਨੂੰ ਉਹਦੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ ਸਨ। ਉਹਨੇ ਆਪਣੀ ਜ਼ਿੰਦਗੀ ਦਾ ਜਿੰਨਾ ਕੁ ਹਿੱਸਾ ਮਾਣਿਆ ਸੀ, ਉਸ ਉੱਪਰ ਇਹ ਗੱਲਾਂ ਠੀਕ ਹੀ ਲੱਗਦੀਆਂ ਸੀ। ਇੱਕ ਦਿਨ ਰਾਤ ਨੂੰ ਰੋਜ਼ ਵਾਂਗ ਲੈਕਚਰ ਦਿੰਦਿਆਂ ਬਿਹਾਰੀ ਨੇ ਕਿਹਾ, ਕੱਲ ਆਪਾਂ ਇੱਕ ਪਾਰਟੀ 'ਚ ਜਾਣਾ ਹੈ। ਉਹ ਅਮੀਰ ਤੇ ਵੱਡੇ ਲੋਕਾਂ ਦੀ ਪਾਰਟੀ ਹੈ। ਉੱਥੇ ਉਹ ਗੱਲਾਂ ਨਹੀਂ ਹੁੰਦੀਆਂ ਜੋ ਛੋਟੇ ਲੋਕਾਂ ਦੀਆਂ ਪਾਰਟੀ 'ਚ ਹੁੰਦੀਆਂ ਹਨ। ਛੋਟੇ ਲੋਕਾਂ ਦੀ ਦੁਨੀਆ ਨਾਲੋਂ ਇਹਨਾਂ ਵੱਡੇ ਲੋਕਾਂ ਦੀ ਦੁਨੀਆ ਅਲੱਗ ਹੁੰਦੀ ਹੈ। ਮੈਂ ਤੈਨੂੰ ਇਹ ਸਾਰੀਆਂ ਗੱਲਾਂ ਇਸ ਕਰਕੇ ਸਮਝਾ ਰਿਹਾ ਕਿ ਤੂੰ ਅਮੀਰਾਂ ਦੀ ਦੁਨੀਆ ਨੂੰ ਨਹੀਂ ਜਾਣਦੀ। ਤੈਂ ਇਹ ਦੁਨੀਆ ਕੱਲ੍ਹ ਨੂੰ ਪਹਿਲੀ ਵਾਰ ਦੇਖਣੀ ਹੈ। ਸਵੇਰੇ ਉਹ ਆਪਣੇ ਦਫ਼ਤਰ ਜਾਣ ਲੱਗਿਆ ਵੀ ਕੰਮੋਂ ਨੂੰ ਸਮਝਾ ਕੇ ਗਿਆ ਕਿ ਮੈਂ ਸ਼ਾਮ ਨੂੰ ਜਲਦੀ ਆਵਾਂਗਾ। 8 ਵਜੇ ਆਪਾਂ ਪਾਰਟੀ 'ਚ ਜਾਣਾ। ਤੂੰ ਨਹਾ ਧੋ ਕੇ ਸੱਜ ਧੱਜ ਕੇ ਤਿਆਰ ਰਹੀਂ। ਕੰਮੋਂ ਨੂੰ ਇਹ ਗੱਲਾਂ ਸੁਣ ਕੇ ਕਾਫੀ ਖੁਸ਼ੀ ਹੋਈ ਕਿ ਉਹ ਅੱਜ ਅਮੀਰ ਲੋਕਾਂ ਦੀ ਪਾਰਟੀ 'ਚ ਜਾਏਗੀ। ਇੱਕ ਅਜਿਹੀ ਪਾਰਟੀ ਜਿਹੋ ਜਿਹੀ ਉਹਨੇ ਪਹਿਲਾਂ ਕਦੀ ਨਹੀਂ ਦੇਖੀ। ਉਹ ਬੜੀ ਬੇਸਬਰੀ ਨਾਲ ਸ਼ਾਮ ਹੋਣ ਦੀ ਉਡੀਕ ਕਰਨ ਲੱਗੀ। ਸ਼ਾਮ ਨੂੰ 8 ਵਜਣ ਤੋਂ ਪਹਿਲਾਂ ਬਿਹਾਰੀ ਲਾਲ ਆ ਗਿਆ। ਕੰਮੋਂ ਪਹਿਲਾਂ ਹੀ ਸੱਜ ਧੱਜ ਕੇ ਟਿਚਨ ਹੋਈ ਬੈਠੀ ਸੀ। ਥੋੜ੍ਹਾ ਚਿਰ ਪਿੱਛੋਂ ਹੀ ਉਹ ਕਾਰ ਵਿੱਚ ਬੈਠ ਗਏ। ਹਮੇਸ਼ਾ ਦੇ ਉਲਟ ਅੱਜ ਕਾਰ ਬਿਹਾਰੀ ਲਾਲ ਆਪ ਹੀ ਚਲਾ ਰਿਹਾ ਸੀ। ਕੰਮੋਂ ਉਹਦੇ ਬਰਾਬਰ ਬੈਠੀ ਸੀ। ਥੋੜ੍ਹੇ ਚਿਰ ਪਿੱਛੋਂ ਹੀ ਕਾਰ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਦੇ ਗੇਟ ਅੱਗੇ ਜਾ ਖੜੀ ਹੋਈ। ਉੱਥੇ ਖੜੇ ਦਰਬਾਨ ਨੇ ਭੱਜ ਕੇ ਕੋਲ ਆ ਕੇ ਸਲੂਟ ਮਾਰਿਆ ਤੇ ਫਿਰ ਕਾਰ ਦੀ ਤਾਕੀ ਖੋਲ੍ਹੀ। ਉਹ ਹੇਠਾਂ ਉਤਰ ਕੇ ਅੰਦਰ ਨੂੰ ਚੱਲ ਪਏ। ਬਿਹਾਰੀ ਲਾਲ ਅੱਗੇ ਤੇ ਕੰਮੋਂ ਉਹਦੇ ਪਿੱਛੇ ਪਿੱਛੇ ਚੱਲ ਰਹੀ ਸੀ। ਇੱਕ ਵੱਡੇ ਸਾਰੇ ਹਾਲ 'ਚ ਕਾਫੀ ਲੋਕ ਬੈਠੇ ਸੀ। ਲਗਭਗ ਹਰ ਆਦਮੀ ਦੇ ਨਾਲ ਇੱਕ ਔਰਤ ਵੀ ਸੀ। ਇਹ ਪਾਰਟੀ ਇੱਕ ਸਰਕਾਰੀ ਉੱਚ ਅਧਿਕਾਰੀ ਸੂਰਜ ਰਤਨ ਦੇ ਸਨਮਾਨ 'ਚ ਹੋ ਰਹੀ ਸੀ, ਜੋ ਇਸ ਸ਼ਹਿਰ ਦੇ ਸਾਰੇ ਵੱਡੇ ਠੇਕੇਦਾਰਾਂ ਵੱਲੋਂ ਕੀਤੀ ਸੀ। ਇਹ ਸਰਕਾਰੀ ਅਧਿਕਾਰੀ ਕਈ ਦਿਨਾਂ ਤੋਂ ਇਸ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ 'ਚ ਬੈਠਾ ਠੇਕੇਦਾਰਾਂ ਨਾਲ ਸੌਦੇਬਾਜ਼ੀ ਕਰ ਰਿਹਾ ਸੀ। ਕੱਲੇ-ਕੱਲੇ ਠੇਕੇਦਾਰ ਨੇ ਉਹਨੂੰ ਮਿਲ ਕੇ ਕਮਿਸ਼ਨ ਦੀ ਗੱਲ ਕਰ ਲਈ ਸੀ।
ਜਿੰਨਾ ਵੀ ਉਹ ਵੱਧ ਤੋਂ ਵੱਧ ਦੇ ਸਕਦਾ ਸੀ, ਪਰ ਇਸ ਗੱਲ ਦਾ ਉਹਨਾਂ ਨੂੰ ਆਪਸ 'ਚ ਨਹੀਂ ਪਤਾ ਸੀ ਕਿ ਕਿਸ ਨੇ ਕਿੰਨਾ ਦੇਣ ਨੂੰ ਕਿਹਾ। ਅੱਜ ਇਸ ਗੱਲ ਦਾ ਫੈਸਲਾ ਹੋਣਾ ਸੀ ਕਿ ਠੇਕਾ ਕਿਸ ਨੂੰ ਮਿਲਦਾ ਹੈ। ਅੱਗੇ ਬਿਹਾਰੀ ਲਾਲ ਤੇ ਪਿੱਛੇ ਕੰਮੋ। ਜਦੋਂ ਹਾਲ ਦੇ ਅੰਦਰ ਗਏ ਤਾਂ ਸਾਰਿਆਂ ਨੇ ਬੜੇ ਸੱਭਿਅ ਢੰਗ ਨਾਲ ਬਿਹਾਰੀ ਲਾਲ ਤੇ ਕੰਮੋ ਦੀ ਨਮਸਕਾਰ ਦਾ ਜਵਾਬ ਦਿੱਤਾ। ਫਿਰ ਉਹਨਾਂ ਇੱਕ ਪਾਸੇ ਅਲੱਗ ਬੈਠੇ ਸਰਕਾਰੀ ਅਧਿਕਾਰੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ। ਉਹਨੇ ਵੀ ਜਵਾਬੀ 'ਚ ਹੱਥ ਜੋੜੇ ਤੇ ਥੋੜ੍ਹਾ ਜਿਹਾ ਸਿਰ ਝੁਕਾਇਆ। ਇਹ ਸਰਕਾਰੀ ਅਧਿਕਾਰੀ ਕੋਈ 35-40 ਕੁ ਸਾਲ ਦੀ ਉਮਰ ਦਾ ਕਾਫੀ ਖੂਬਸੂਰਤ ਜਵਾਨ ਸੀ, ਜੋ ਕਾਫੀ ਸੁਲਝਿਆ ਹੋਇਆ ਤੇ ਸਲੀਕੇ ਵਾਲਾ ਲੱਗ ਰਿਹਾ ਸੀ। ਕੰਮੋ ਇਹ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀ ਤੇ ਹਰ ਗੱਲ ਸੋਚ ਸਮਝ ਕੇ ਕਰ ਰਹੀ ਸੀ, ਕਿਉਂਕਿ ਬਿਹਾਰੀ ਲਾਲ ਦੇ ਕਹਿਣ ਮੁਤਾਬਕ ਇਹ ਅਮੀਰਾਂ ਦੀ ਪਾਰਟੀ ਸੀ ਤੇ ਕੰਮੋ ਜਿਹੀ ਪਾਰਟੀ 'ਚ ਪਹਿਲੀ ਵਾਰੀ ਆਈ ਸੀ। ਇਸ ਕਰਕੇ ਉਹ ਫੂਕ ਕੇ ਕਦਮ ਰੱਖ ਰਹੀ ਸੀ, ਕਿਤੇ ਕੋਈ ਗਲਤੀ ਨਾ ਹੋ ਜਾਏ ਤੇ ਉਹਦੀ ਖਿੱਲੀ ਨਾ ਉੱਡ ਜਾਏ। ਪਾਰਟੀ ਸ਼ੁਰੂ ਹੋ ਗਈ ਤੇ ਸ਼ਰਾਬ ਦੇ ਦੌਰ ਚੱਲਣੇ ਸ਼ੁਰੂ ਹੋ ਗਏ। ਸਾਰੀਆਂ ਔਰਤਾਂ ਦੇ ਹੱਥਾਂ 'ਚ ਮਰਦਾਂ ਵਾਂਗ ਫੜੇ ਹੋਏ ਸ਼ਰਾਬ ਦੇ ਪੈਗ ਵੇਖ ਕੇ ਕੰਮੋ ਹੱਕੀ ਬੱਕੀ ਰਹਿ ਗਈ। ਉਹ ਸ਼ਰਾਬ ਦੀਆਂ ਘੁੱਟਾਂ ਨਾਲ ਸਿਗਰਟਾਂ ਦੇ ਸੂਟੇ ਵੀ ਲਾ ਰਹੀਆਂ ਸਨ। ਕੁਝ ਚਿਰ ਪਿੱਛੋਂ ਸ਼ਰਾਬ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਔਰਤਾਂ ਹੱਥ ਉੱਪਰ ਹੱਥ ਮਾਰ ਕੇ ਜ਼ੋਰ-ਜ਼ੋਰ ਦੀ ਹੱਸਦੀਆਂ। ਇਉਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹ ਮਰਦਾਂ 'ਚ ਬੈਠੀਆਂ ਹਨ। ਉਹਨਾਂ ਦੀਆਂ ਅੱਖਾਂ ਤੇ ਚਿਹਰਿਆਂ ਉੱਤੇ ਸ਼ਰਮ ਹਿਆ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਸ਼ਾਇਦ ਉਹ ਮਰਦਾਂ ਦਾ ਇੰਨਾ ਘਿਨਾਉਣਾ ਰੂਪ ਦੇਖ ਚੁੱਕੀਆਂ ਸਨ ਕਿ ਹੁਣ ਉਹਨਾਂ ਲਈ ਮਰਦ ਕੋਈ ਖਾਸ ਗੱਲ ਨਾ ਰਹੀ ਹੋਵੇ, ਜਾਂ ਉਹਨਾਂ ਨੂੰ ਮਰਦ ਦਾ ਕੋਈ ਨਵਾਂ ਰੂਪ ਬਾਕੀ ਨਾ ਰਿਹਾ ਹੋਵੇ ਜਿਹਦੀ ਉਹਨਾਂ ਨੂੰ ਘਬਰਾਹਟ ਹੋਵੇ। ਸ਼ਰਾਬ ਦੀ ਹਵਾੜ ਤੇ ਸਿਗਰਟ ਦਾ ਧੂੰਆਂ ਇੰਨਾ ਵੱਧ ਗਿਆ ਸੀ ਕਿ ਕੰਮੋ ਨੂੰ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ। ਉਹਨੇ ਆਪਣਾ ਦੁਪੱਟਾ ਨੱਕ ਉੱਪਰ ਕਰ ਲਿਆ। ਉਹਦੇ ਬਰਾਬਰ ਬੈਠੀਆਂ ਔਰਤਾਂ ਨੇ ਕਈ ਵਾਰ ਉਹਨੂੰ ਸ਼ਰਾਬ ਪੇਸ਼ ਕੀਤੀ, ਪਰ ਕੰਮੋ ਨੇ ਉਹਨਾਂ ਨੂੰ ਸਖਤੀ ਨਾਲ ਮਨਾ ਕਰ ਦਿੱਤਾ। ਕੰਮੋ ਕਾਫੀ ਪਰੇਸ਼ਾਨ ਸੀ ਕਿ ਕੀ ਅਜਿਹੀਆਂ ਹੁੰਦੀਆਂ ਹਨ ਅਮੀਰ ਲੋਕਾਂ ਦੀਆਂ ਪਾਰਟੀਆਂ। ਇਹਨਾਂ ਨਾਲੋਂ ਤਾਂ ਸਧਾਰਨ ਲੋਕਾਂ ਦੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਹਨ। ਆਖਰ ਪਾਰਟੀ ਆਪਣੇ ਜੋਬਨ ਤੇ ਪਹੁੰਚ ਗਈ। ਸਾਰੀਆਂ ਔਰਤਾਂ ਸ਼ਰਮ ਹਿਆ, ਛਿੱਕੇ ਟੰਗ, ਅਸ਼ਲੀਲ ਹਰਕਤਾਂ ਤੇ ਗੱਲਾਂ ਕਰਨ ਲੱਗ ਪਈਆਂ। ਇਹਨਾਂ ਸਾਰੀਆਂ ਹਰਕਤਾਂ ਦਾ ਕੇਂਦਰ ਬਿੰਦੂ ਸੀ ਸੂਰਜ ਰਤਨ, ਜੋ ਇੱਕ ਪਾਸੇ ਚੁੱਪਚਾਪ ਬੈਠਾ ਸਭ ਕੁਝ ਦੇਖ ਰਿਹਾ ਸੀ। ਸ਼ਰਾਬ ਤਾਂ ਉਹਨੇ ਵੀ ਪੀਤੀ ਸੀ, ਪਰ ਇਹਨਾਂ ਨਾਲੋਂ ਕਾਫੀ ਘੱਟ। ਇਸ ਪਾਰਟੀ 'ਚ ਹੁਣ ਤੱਕ ਕੋਈ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ। ਸਾਰੀਆਂ ਔਰਤਾਂ ਉਹਨੂੰ ਆਪੋ ਆਪਣੇ ਵੱਲ ਖਿੱਚਣ ਦੀ ਜੀ ਤੋੜ ਕੋਸ਼ਿਸ਼ ਕਰ ਰਹੀਆਂ ਸਨ। ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਅੰਗ ਪ੍ਰਦਰਸ਼ਨ ਕਰਦੀਆਂ ਤੇ ਭਾਂਤ-ਭਾਂਤ ਦੇ ਇਸ਼ਾਰੇ ਕਰਦੀਆਂ। ਇੱਕ ਕੰਮੋ ਹੀ ਚੁੱਪਚਾਪ ਸਹਿਮੀ ਜੀ ਬੈਠੀ ਸੀ। ਉਸ ਵੱਲ ਕਿਸੇ ਦਾ ਧਿਆਨ ਵੀ ਨਹੀਂ ਸੀ। ਅਖੀਰ ਫੈਸਲੇ ਦੀ ਘੜੀ ਆ ਗਈ, ਜਿਹਦਾ ਐਲਾਨ ਸੂਰਜ ਰਤਨ ਨੇ ਮੇਜ਼ ਥਪਥਪਾ ਕੇ ਕੀਤਾ। ਸਾਰੇ ਇੱਕਦਮ ਚੁੱਪ ਹੋ ਗਏ ਤੇ ਸੂਰਜ ਰਤਨ ਦੇ ਮੂੰਹ ਵੱਲ ਵੇਖਣ ਲੱਗ ਪਏ। ਉਹ ਇੱਕ ਨਾਲ ਆਪਣੀਆਂ ਨਜ਼ਰਾਂ ਮਿਲਾਉਂਦਾ ਹੋਇਆ ਬਿਹਾਰੀ ਲਾਲ ਤੇ ਆ ਕੇ ਰੁਕ ਗਿਆ ਤੇ ਉਹਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ। ਅਜਿਹਾ ਹੁੰਦਿਆਂ ਹੀ ਸਾਰਿਆਂ ਨੇ ਮੇਜ਼ਾਂ ਥਪਥਪਾਈਆਂ, ਤਾੜੀਆਂ ਮਾਰੀਆਂ ਤੇ ਬਿਹਾਰੀ ਲਾਲ ਨੂੰ ਵਧਾਈਆਂ ਦਿੱਤੀਆਂ। ਫਿਰ ਉਹ ਇੱਕ ਕਰਕੇ ਉੱਠ ਕੇ ਜਾਣ ਲੱਗ ਪਏ। ਹਰ ਔਰਤ ਜਾਣ ਸਮੇਂ ਕੰਮੋ ਨੂੰ ਵਧਾਈ ਦੇ ਕੇ ਜਾਂਦੀ, ਪਰ ਕੰਮੋ ਨੂੰ ਕੋਈ ਪਤਾ ਨਹੀਂ ਸੀ ਕਿ ਵਧਾਈਆਂ ਕਿਸ ਗੱਲ ਦੀਆਂ ਮਿਲ ਰਹੀਆਂ ਹਨ। ਉਹ ਹੈਰਾਨੀ ਨਾਲ ਸਭ ਦੇ ਮੂੰਹ ਵੱਲ ਵੇਖ ਰਹੀ ਸੀ। ਥੋੜੇ ਸਮੇਂ ਵਿੱਚ ਹੀ ਉੱਥੋਂ ਸਾਰੇ ਚਲੇ ਗਏ। ਕੰਮੋ ਨੇ ਵੀ ਉੱਠਣ ਲਈ ਬਿਹਾਰੀ ਦੇ ਕੂਹਣੀ ਮਾਰੀ, ਪਰ ਉਹਨੇ ਉਸ ਅੱਗੇ ਹੱਥ ਕਰਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਫਿਰ ਇੱਕ ਗਲਾਸ ਸ਼ਰਾਬ ਦਾ ਭਰ ਕੇ ਇੱਕੋ ਸਾਹ ਪੀ ਗਿਆ। ਕੰਮੋ ਨੇ ਉਸ ਵੱਲ ਦੇਖ ਕੇ ਮੱਥੇ ਤੇ ਨਾਰਾਜ਼ਗੀ ਨਾਲ ਵੱਟ ਵੀ ਪਾਏ, ਪਰ ਉਹਨੇ ਕੰਮੋ ਦੇ ਮੂੰਹ ਤੇ ਪੋਲੀਆਂ ਜਿਹੀਆਂ ਉਂਗਲਾਂ ਮਾਰ ਕੇ ਗੱਲ ਹਾਸੇ 'ਚ ਪਾ ਦਿੱਤੀ। ਇਸ ਤਰ੍ਹਾਂ ਉਹਨੇ ਥੋੜੇ ਚਿਰ ਵਿੱਚ ਹੀ ਕਈ ਗਲਾਸ ਸ਼ਰਾਬ ਦੇ ਭਰ ਕੇ ਪੀਤੇ। ਫਿਰ ਛੇਤੀ ਉਹ ਕੁਰਸੀ ਉੱਤੇ ਇੱਕ ਪਾਸੇ ਨੂੰ ਲੁੜਕ ਗਿਆ। ਕੰਮੋ ਨੂੰ ਹਲੂਣ ਕੇ ਉਠਾਉਣ ਦਾ ਯਤਨ ਕਰ ਰਹੀ ਸੀ। ਸੂਰਜ ਰਤਨ ਆਪਣੀ ਥਾਂ ਤੇ ਬੈਠਾ ਸਭ ਕੁਝ ਦੇਖ ਕੇ ਮੁਸਕਰਾ ਰਿਹਾ ਸੀ। ਆਖਰ ਕੰਮੋ ਰੋਣ ਲੱਗ ਪਈ ਤਾਂ ਸੂਰਜ ਰਤਨ ਆਪਣੀ ਕੁਰਸੀ ਤੋਂ ਉੱਠ ਕੇ ਉਹਨਾਂ ਦੇ ਕੋਲ ਆ ਗਿਆ। ਉਹਨੇ ਆਉਂਦਿਆਂ ਹੀ ਕੰਮੋ ਦੀ ਵੀਣੀ ਫੜ ਲਈ। ਕੰਮੋ ਨੇ ਸਹਿਮੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ, ਪਰ ਸੂਰਜ ਰਤਨ ਨੇ ਉਹਨੂੰ ਬੜੇ ਪਿਆਰ ਨਾਲ ਕਿਹਾ, ਇਹ ਹੁਣ ਨਹੀਂ ਉੱਠੇਗਾ। ਤੂੰ ਦੂਸਰੇ ਕਮਰੇ 'ਚ ਜਾ ਕੇ ਮੇਰੇ ਪਰਿਵਾਰ 'ਚ ਸੌਂ ਜਾ, ਸਵੇਰੇ ਉੱਠ ਕੇ ਚਲੇ ਜਾਣਾ। ਕੰਮੋ ਨੇ ਨੀਵੀਆਂ ਨਜ਼ਰਾਂ ਕਰਕੇ ਇੱਕ ਪਲ ਸੋਚਿਆ, ਫਿਰ ਬਿਹਾਰੀ ਲਾਲ ਵੱਲ ਦੇਖਿਆ। ਉਹ ਮੂੰਹ ਅੱਡੇ ਪਿਛਾਂ ਵੱਲ ਸਿਰ ਸੁੱਟੀ ਪਿਆ ਸੀ। ਕੰਮੋ ਨੂੰ ਸੂਰਜ ਰਤਨ ਦੀ ਸਲਾਹ ਠੀਕ ਹੀ ਲੱਗੀ। ਉਹ ਉੱਠ ਕੇ ਖੜੀ ਹੋ ਗਈ ਤੇ ਫਿਰ ਸੂਰਜ ਰਤਨ ਦੇ ਪਿੱਛੇ ਦੂਜੇ ਕਮਰੇ 'ਚ ਚਲੀ ਗਈ। ਸੂਰਜ ਰਤਨ ਨੇ ਉਹਦੇ ਅੰਦਰ ਹੁੰਦਿਆਂ ਹੀ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਕੰਮੋ ਨੂੰ ਬਾਹੋਂ ਫੜ ਕੇ ਖਿੱਚ ਕੇ ਬੈੱਡ ਤੇ ਬਿਠਾ ਦਿੱਤਾ। ਉੱਚੀ ਚੀਕਾਂ ਮਾਰ ਕੇ ਬਿਹਾਰੀ ਲਾਲ ਨੂੰ ਬੁਲਾਉਣ ਲੱਗ ਪਈ। ਨਫ਼ਰਤ ਤੇ ਗੁੱਸੇ ਨਾਲ ਦੇਖਦੀ ਹੋਈ ਸੂਰਜ ਰਤਨ ਤੋਂ ਆਪਣੀ ਵੀਣੀ ਛੁਡਾਉਣ ਲੱਗ ਪਈ। ਸੂਰਜ ਰਤਨ ਨੇ ਮੁਸਕਰਾ ਕੇ ਉਸ ਵੱਲ ਦੇਖਦਿਆਂ ਹੋਇਆਂ ਬੜੇ ਸ਼ਾਂਤ ਭਾਵ ਨਾਲ ਕਿਹਾ, ਮੈਨੂੰ ਲੱਗਦਾ ਹੈ ਕਿ ਤੂੰ ਬਿਲਕੁਲ ਹੀ ਅਣਜਾਣ ਹੈ। ਇਹ ਕੋਈ ਧੋਖਾ ਜਾਂ ਜ਼ਬਰਦਸਤੀ ਨਹੀਂ, ਇਹ ਸਭ ਗਿਣੀ ਮਿੱਥੀ ਗੱਲ ਹੈ।
ਤੇ ਇੱਥੋਂ ਜਾਣ ਵਾਲੇ ਸਾਰਿਆਂ ਲੋਕਾਂ ਨੂੰ ਪਤਾ ਹੈ। ਬਿਹਾਰੀ ਲਾਲ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ। ਉਹ ਜਾਣਬੁੱਝ ਕੇ ਸ਼ਰਾਬੀ ਹੋਇਆ ਹੈ। ਇੱਥੇ ਆਉਣ ਵਾਲੇ ਸਾਰੇ ਲੋਕ ਇੱਥੇ ਠੇਕਾ ਹਾਸਲ ਕਰਨ ਦੇ ਮਕਸਦ ਨਾਲ ਹੀ ਆਏ ਸੀ। ਇਹ ਗੱਲ ਕਈ ਦਿਨਾਂ ਤੋਂ ਚੱਲਦੀ ਆ ਰਹੀ ਹੈ। ਬਿਹਾਰੀ ਲਾਲ ਨੇ ਵੀ ਬਹੁਤ ਗੇੜੇ ਮਾਰੇ ਆ। ਹੁਣ ਇਹ ਠੇਕਾ ਤੇਰੇ ਪਤੀ ਨੂੰ ਮਿਲ ਗਿਆ। ਕਮਿਸ਼ਨ ਦੀ ਗੱਲ ਇਹ ਪਹਿਲਾਂ ਹੀ ਸਾਫ਼ ਕਰ ਚੁੱਕਿਆ ਸੀ। ਹੁਣ ਇਹਨੇ ਤੈਨੂੰ ਇੱਕ ਰਾਤ ਲਈ ਮੇਰੇ ਹਵਾਲੇ ਕਰ ਦਿੱਤਾ। ਮੇਰਾ ਇੱਥੇ ਕੋਈ ਪਰਿਵਾਰ ਨਹੀਂ ਹੈ। ਇਹ ਤਾਂ ਇੱਕ ਬਹਾਨਾ ਸੀ ਤੈਨੂੰ ਉੱਥੋਂ ਉਠਾਉਣ ਲਈ। ਮੈਂ ਤੈਨੂੰ ਦੇਖ ਕੇ ਸਮਝ ਗਿਆ ਸੀ ਕਿ ਤੈਨੂੰ ਨਹੀਂ ਪਤਾ ਕਿ ਇੱਥੇ ਕੀ ਹੋਣ ਵਾਲਾ ਹੈ। ਬਿਹਾਰੀ ਲਾਲ ਤੋਂ ਬਗੈਰ ਜੇ ਇਹ ਠੇਕਾ ਕਿਸੇ ਹੋਰ ਨੂੰ ਮਿਲ ਗਿਆ ਹੁੰਦਾ ਤਾਂ ਉਹਦੇ ਨਾਲ ਬੈਠੀ ਔਰਤ ਮਰਦ ਤੇ ਸ਼ਰਾਬੀ ਹੋ ਜਾਣ ਪਿੱਛੋਂ ਉੱਠ ਕੇ ਆਪਣੇ ਆਪ ਮੇਰੇ ਕੋਲ ਕਮਰੇ 'ਚ ਆ ਜਾਂਦੀ। ਅਜਿਹੇ ਕੰਮਾਂ ਵਿੱਚ ਇੱਥੇ ਅਜਿਹਾ ਹੀ ਹੁੰਦਾ ਹੈ। ਹੁਣ ਅੱਗੋਂ ਛੋਟੇ ਠੇਕੇਦਾਰਾਂ ਨਾਲ ਬਿਹਾਰੀ ਲਾਲ ਵੀ ਇਸੇ ਤਰ੍ਹਾਂ ਕਰੇਗਾ ਤੇ ਇੱਥੋਂ ਬਗੈਰ ਬਾਕੀ ਸਾਰੀਆਂ ਔਰਤਾਂ ਇਹ ਸਭ ਕੁਝ ਜਾਣਦੀਆਂ ਸੀ। ਤੈਨੂੰ ਦੇਖਿਆ ਹੀ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀਆਂ ਸਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਇਹ ਧੰਦਾ ਪਹਿਲਾਂ ਵੀ ਕਰ ਚੁੱਕੀਆਂ। ਤੇਰੀ ਸ਼ਰਾਫਤ ਤੇ ਮਾਸੂਮੀਅਤ ਨੇ ਉਹਨਾਂ ਔਰਤਾਂ ਨੂੰ ਮਾਤ ਦਿੱਤੀ ਹੈ। ਸ਼ਾਇਦ ਬਿਹਾਰੀ ਲਾਲ ਵੀ ਕਿਸੇ ਪ੍ਰਾਈਵੇਟ ਔਰਤ ਨੂੰ ਨਾਲ ਲੈ ਕੇ ਆਉਣ ਦੀ ਥਾਂ ਇਸੇ ਕਰਕੇ ਤੈਨੂੰ ਲੈ ਆਇਆ। ਆਮ ਕਰਕੇ ਮੈਂ ਦੇਖਿਆ ਹੈ ਕਿ ਅਜਿਹੇ ਮੌਕਿਆਂ ਤੇ ਠੇਕੇਦਾਰ ਪ੍ਰਾਈਵੇਟ ਔਰਤਾਂ ਨੂੰ ਨਾਲ ਲੈ ਕੇ ਆਉਂਦੇ ਹਨ, ਪਰ ਬਿਹਾਰੀ ਲਾਲ ਇਹ ਠੇਕਾ ਹਾਸਲ ਕਰਨ ਤੇ ਤੁਲਿਆ ਹੋਇਆ ਸੀ। ਉਹਦੇ ਪਹਿਲੇ ਠੇਕੇ ਸਾਰੇ ਮੁਕੰਮਲ ਹੋ ਚੁੱਕੇ ਸੀ। ਉਹਦਾ ਕੰਮ ਬੰਦ ਹੋਣ ਵਾਲਾ ਸੀ। ਇੱਕ ਵਾਰ ਲੇਬਰ ਤੇ ਕਾਰੀਗਰ ਲੋਕ ਇੱਧਰ ਉੱਧਰ ਖਿਲਰ ਜਾਣ ਤਾਂ ਫਿਰ ਦੁਬਾਰਾ ਇਕੱਠੇ ਕਰਨੇ ਮੁਸ਼ਕਿਲ ਹੋ ਜਾਂਦੇ ਹਨ। ਇਸ ਕਰਕੇ ਉਹਨੇ ਕਮਿਸ਼ਨ ਵੀ ਸਭ ਤੋਂ ਉੱਚਾ ਦਿੱਤਾ ਤੇ ਬਾਜ਼ਾਰੀ ਔਰਤ ਨੂੰ ਮਾਤ ਦੇਣ ਲਈ ਆਪਣੀ ਪਤਨੀ ਨੂੰ ਹੀ ਲੈ ਆਇਆ। ਹੁਣ ਜ਼ਰਾ ਸੋਚ, ਜਦੋਂ ਤੇਰਾ ਪਤੀ ਤੈਨੂੰ ਮੇਰੇ ਵਾਸਤੇ ਲੈ ਕੇ ਆਇਆ ਹੈ ਤਾਂ ਤੂੰ ਚੀਕਾਂ ਮਾਰ ਕੇ ਕਿਹਨੂੰ ਸੁਣਾ ਰਹੀ ਹੈ? ਇਹਨਾਂ ਗੱਲਾਂ ਨਾਲ ਮੂਡ ਖਰਾਬ ਕਰਨ ਤੋਂ ਬਗੈਰ ਕੁਝ ਹਾਸਲ ਨਹੀਂ ਹੋਏਗਾ। ਸੂਰਜ ਰਤਨ ਦੀ ਇਹ ਸਾਰੀ ਵਾਰਤਾ ਸੁਣ ਕੇ ਕੰਮੋਂ ਦੇ ਹੱਥਾਂ ਦੇ ਤੋਤੇ ਉੱਡ ਗਏ। ਉਹਦਾ ਸਾਰਾ ਸਰੀਰ ਸੁੰਨ ਹੋ ਗਿਆ। ਅਮੀਰੀ ਦੇ ਰੇਸ਼ਮੀ ਪਰਦੇ ਹੇਠ ਲੁਕੇ ਹੋਏ ਗੰਦਗੀ ਦੇ ਢੇਰ ਦੀ ਛੜਿਆਂਦ ਉਹਦੇ ਨੱਕ ਦੇ ਅੰਦਰ ਤੱਕ ਚਲੀ ਗਈ। ਉਹਨੇ ਇੱਕ ਝਲਕਾਰੇ ਜਿਹੇ ਨਾਲ ਸੂਰਜ ਰਤਨ ਵੱਲ ਵੇਖਿਆ। ਉਹ ਗੁੱਜਾ ਜਿਹਾ ਮੁਸਕਰਾ ਰਿਹਾ ਸੀ। ਉਹਨੂੰ ਉਹ ਗੁੰਡਾ ਵੀ ਨਹੀਂ ਕਹਿ ਸਕਦੀ। ਉਹਨੇ ਹੁਣ ਤੱਕ ਕੰਮੋਂ ਨਾਲ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਜਾਂ ਅਸ਼ਲੀਲ ਹਰਕਤ ਨਹੀਂ ਕੀਤੀ ਸੀ। ਉਹ ਭਰੋਸੇਯੋਗ ਢੰਗ ਨਾਲ ਸਮਝਦਾਰ ਇਨਸਾਨਾਂ ਵਾਂਗ ਗੱਲ ਕਰ ਰਿਹਾ ਸੀ। ਉਹ ਸ਼ਰਾਰਤੀ ਜਾਂ ਖਚਰਾ ਜਿਹਾ ਹਲਕਾ ਕਿਸਮ ਦਾ ਆਦਮੀ ਵੀ ਨਹੀਂ ਲੱਗ ਰਿਹਾ ਸੀ। ਫਿਰ ਵੀ ਉਹ ਕੰਮੋਂ ਨੂੰ ਬਿਹਾਰੀ ਲਾਲ ਨਾਲੋਂ ਚੰਗਾ ਹੀ ਲੱਗਿਆ। ਉਹਨੇ ਬਿਹਾਰੀ ਲਾਲ ਨੂੰ ਹਰਾ ਕੇ ਉਸ ਤੋਂ ਉਹਦੀ ਪਤਨੀ ਜਿੱਤੀ ਸੀ। ਇਸੇ ਕਰਕੇ ਕੰਮੋਂ ਨੂੰ ਸੂਰਜ ਰਤਨ ਦੇ ਸਾਹਮਣੇ ਬਿਹਾਰੀ ਲਾਲ ਦੀ ਹਸਤੀ ਬੌਣੀ ਜਿਹੀ ਲੱਗੀ। ਭਾਵੇਂ ਇੱਕ ਕਾਰੋਬਾਰੀ ਖੇਲ ਹੀ ਸੀ, ਫਿਰ ਵੀ ਇੱਕ ਪਤਨੀ ਨੂੰ ਉਹਦੇ ਪਤੀ ਤੋਂ ਉਹਦੀ ਮਰਜ਼ੀ ਨਾਲ ਹਾਸਲ ਕਰ ਲੈਣ ਵਾਲਾ ਆਦਮੀ ਅਜਿਹੇ ਪਤੀ ਨਾਲੋਂ ਸ਼ਕਤੀਸ਼ਾਲੀ ਹੈ। ਉਹ ਕਿੰਨਾ ਹੀ ਚਿਰ ਸੋਚਦੀ ਰਹੀ ਕਿ ਬਿਹਾਰੀ ਲਾਲ ਠੀਕ ਹੀ ਕਹਿੰਦਾ ਸੀ ਕਿ ਅਮੀਰਾਂ ਦੀ ਪਾਰਟੀ ਹੈ। ਤੂੰ ਅਜਿਹੀ ਪਾਰਟੀ 'ਚ ਪਹਿਲੀ ਵਾਰ ਜਾ ਰਹੀ ਹੈ। ਸੱਚਮੁੱਚ ਮੈਂ ਅਜਿਹੀ ਪਾਰਟੀ ਪਹਿਲੀ ਵਾਰ ਹੀ ਦੇਖੀ ਹੈ ਜਿਸ 'ਚ ਪਤਨੀ ਦੂਸਰਿਆਂ ਨੂੰ ਪੇਸ਼ ਕੀਤੀ ਜਾਂਦੀ ਹੈ। ਆਖਰ ਉਹ ਨੀਵੀਂ ਪਾ ਕੇ ਬੈਠ ਗਈ ਤੇ ਸੂਰਜ ਰਤਨ ਨਾਲ ਰਾਤ ਗੁਜ਼ਾਰ ਦਿੱਤੀ। ਅੰਗ 6ਵਾਂ। ਦੂਸਰੇ ਦਿਨ ਕੰਮੋਂ ਦੀ ਅੱਖ ਖੁੱਲੀ ਤਾਂ ਕਾਫੀ ਦਿਨ ਚੜ੍ਹ ਚੁੱਕਿਆ ਸੀ। ਸੂਰਜ ਰਤਨ ਉੱਥੇ ਨਹੀਂ ਸੀ। ਉਸੇ ਤਰ੍ਹਾਂ ਪਈ ਸੋਚਣ ਲੱਗੀ ਕਿ ਉਹ ਹੁਣ ਬਿਹਾਰੀ ਲਾਲ ਦੇ ਮੱਥੇ ਕਿਵੇਂ ਲੱਗੇਗੀ। ਫਿਰ ਉਹਨੇ ਸੋਚਿਆ ਕਿ ਇਸ 'ਚ ਮੇਰਾ ਕੀ ਕਸੂਰ ਹੈ? ਉਹਨੇ ਆਪ ਹੀ ਤਾਂ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਮੈਂ ਤਾਂ ਉਹਨੂੰ ਉੱਥੋਂ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਜਾਣ-ਬੁੱਝ ਕੇ ਸ਼ਰਾਬੀ ਹੋਇਆ। ਉਹਨੇ ਖੁਦ ਹੀ ਅਜਿਹੇ ਹਾਲਾਤ ਪੈਦਾ ਕੀਤੇ। ਫਿਰ ਉਹ ਸੂਰਜ ਰਤਨ ਬਾਰੇ ਸੋਚਣ ਲੱਗ ਪਈ। ਉਹਦੀਆਂ ਰਾਤ ਵਾਲੀਆਂ ਕਈਆਂ ਹੋਈਆਂ ਗੱਲਾਂ ਘੋਖ ਪਰਖ ਕਰਨ ਲੱਗ ਪਈ ਕਿ ਕਿਤੇ ਉਹਨੇ ਝੂਠ ਬੋਲ ਕੇ ਮੇਰੇ ਨਾਲ ਧੋਖਾ ਤਾਂ ਨਹੀਂ ਕੀਤਾ। ਪਰ ਸੂਰਜ ਰਤਨ ਤੇ ਉਹਦਾ ਗੱਲ ਕਰਨ ਦਾ ਢੰਗ ਇੰਨਾ ਵਜ਼ਨਦਾਰ ਸੀ ਕਿ ਉਹਨੂੰ ਇਹ ਇੱਕ ਝੂਠਾ ਜਾਂ ਫਰੇਬੀ ਆਦਮੀ ਨਹੀਂ ਮੰਨਿਆ ਜਾ ਸਕਦਾ। ਕੋਈ ਪਤੀ ਆਪਣੀ ਪਤਨੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਨੂੰ ਪੇਸ਼ ਕਰ ਸਕਦਾ ਹੈ। ਇਹ ਗੱਲ ਵੀ ਉਹਦੀ ਆਤਮਾ ਨਹੀਂ ਮੰਨ ਰਹੀ ਸੀ। ਅੱਜ ਤੱਕ ਉਹਨੇ ਬਿਹਾਰੀ ਲਾਲ ਦੀ ਕੋਈ ਵੀ ਇੰਨੀ ਕਮੀਨੀ ਤੇ ਘਟੀਆ ਹਰਕਤ ਨਹੀਂ ਦੇਖੀ ਸੀ। ਫਿਰ ਉਹਨੇ ਸੋਚਿਆ ਕਿ ਜੇ ਸੂਰਜ ਰਤਨ ਝੂਠਾ ਹੁੰਦਾ ਤਾਂ ਨਸ਼ਾ ਉਤਰਨ ਪਿੱਛੋਂ ਬਿਹਾਰੀ ਲਾਲ ਉਹਦੀ ਭਾਲ ਕਰਦਾ। ਪਰ ਅਜਿਹਾ ਨਾ ਹੀ ਰਾਤ ਹੋਇਆ ਤੇ ਨਾ ਹੀ ਹੁਣ ਹੋ ਰਿਹਾ, ਜਦ ਕਿ ਕਾਫੀ ਦਿਨ ਚੜ੍ਹ ਚੁੱਕਿਆ। ਆਖਰ ਉਹਨੇ ਉਸ ਸਾਰੀ ਘਟਨਾ ਦਾ ਦੋਸ਼ੀ ਬਿਹਾਰੀ ਲਾਲ ਨੂੰ ਹੀ ਮੰਨਿਆ ਕਿ ਸਭ ਉਹਦੀ ਸੋਚੀ ਸਮਝੀ ਨੀਤੀ ਤੇ ਚਾਲ ਸੀ। ਇਸੇ ਕਰਕੇ ਉਹ ਕਿੰਨੇ ਦਿਨਾਂ ਤੋਂ ਮੇਰੇ ਉੱਪਰ ਲੈਕਚਰ ਕਰਦਾ ਆ ਰਿਹਾ ਹੈ ਕਿ ਪੈਸਾ ਹੀ ਸਭ ਕੁਝ ਹੈ। ਇਹ ਕਿਸੇ ਵੀ ਤਰ੍ਹਾਂ ਹਾਸਲ ਕਰਨਾ ਜਾਇਜ਼ ਹੈ। ਇਹ ਸਾਰੀਆਂ ਗੱਲਾਂ ਰਾਤ ਵਾਲੀ ਘਟਨਾ ਦੀ ਭੂਮਿਕਾ ਹੀ ਸਨ। ਬਾਹਰੋਂ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਉਹਦੇ ਕੰਨੀ ਪਈ। ਉਹਨੇ ਥੋੜਾ ਜਿਹਾ ਪਰਦਾ ਹਟਾ ਕੇ ਬਾਹਰ ਦੇਖਿਆ ਤਾਂ ਹੈਰਾਨ ਰਹਿ ਗਈ। ਬਾਹਰ ਵਰਾਂਡੇ 'ਚ ਬਿਹਾਰੀ ਲਾਲ ਤੇ ਸੂਰਜ ਰਤਨ ਖੜੇ ਹੱਸ-ਹੱਸ ਕੇ ਗੱਲਾਂ ਕਰ ਰਹੇ ਸੀ। ਇਸ ਨਾਲ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਗਈ
ਕਿ ਸਾਰਾ ਕੁਝ ਬਿਹਾਰੀ ਲਾਲ ਦੀ ਮਰਜ਼ੀ ਨਾਲ ਹੀ ਹੋਇਆ। ਉਹਨੇ ਉੱਠ ਕੇ ਕੱਪੜੇ ਪਾਏ, ਵਾਲ ਸੰਵਾਰੇ, ਚਿਹਰੇ ਦੇ ਹਾਵ ਭਾਵ ਠੀਕ ਕੀਤੇ, ਪਰ ਉਹਦਾ ਬਾਹਰ ਨਿਕਲਣ ਨੂੰ ਹੌਸਲਾ ਨਹੀਂ ਪੈ ਰਿਹਾ ਸੀ। ਉਹ ਇਹਨਾਂ ਦੋਨਾਂ ਬੇਸ਼ਰਮਾਂ ਕੋਲ ਕਿਸ ਤਰ੍ਹਾਂ ਜਾਏ। ਉਹ ਸ਼ਰਮ ਨਾਲ ਮਰ ਜਾ ਰਹੀ ਸੀ, ਪਰ ਬਾਹਰ ਉਹ ਹੱਥ ਉੱਪਰ ਹੱਥ ਮਾਰ ਕੇ ਹੱਸ ਕੇ ਗੱਲਾਂ ਕਰ ਰਹੀ ਸੀ। ਕੰਮੋਂ ਨੂੰ ਉਹਨਾਂ ਦਾ ਇਸ ਤਰ੍ਹਾਂ ਕਰਨਾ ਬਹੁਤ ਚੁਭਿਆ। ਉਹਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਉਹਦੀ ਖਿੱਲੀ ਉਡਾ ਰਹੇ ਹੋਣ। ਫਿਰ ਉਹਨੇ ਇੱਕਦਮ ਮੂਡ ਬਦਲਿਆ ਕਿ ਉਹ ਮੇਰੀ ਨਹੀਂ, ਆਪਣੇ ਆਪ ਦੀ ਖਿੱਲੀ ਉਡਾ ਰਹੇ ਹਨ। ਹੌਸਲਾ ਕਰਕੇ ਬਾਹਰ ਨਿਕਲੀ। ਸੂਰਜ ਰਤਨ ਤੋਂ ਅੱਖਾਂ ਚੁਰਾਉਂਦੀ ਸਿੱਧੀ ਕਾਰ 'ਚ ਜਾ ਬੈਠੀ। ਬਿਹਾਰੀ ਲਾਲ ਨੇ ਬੜੇ ਸੱਭਿਆ ਢੰਗ ਨਾਲ ਸੂਰਜ ਰਤਨ ਤੋਂ ਜਾਣ ਦੀ ਆਗਿਆ ਮੰਗੀ। ਉਹਨਾਂ ਬੜੇ ਸਲੀਕੇ ਨਾਲ ਝੁੱਕ ਕੇ ਇੱਕ ਦੂਜੇ ਨਾਲ ਹੱਥ ਮਿਲਾਏ। ਬਿਹਾਰੀ ਲਾਲ ਨੇ ਕੰਮੋਂ ਕੋਲ ਆ ਕੇ ਉਹਦਾ ਹਾਲ ਚਾਲ ਇਸ ਤਰ੍ਹਾਂ ਪੁੱਛਿਆ ਜਿਵੇਂ ਬਹੁਤ ਦਿਨਾਂ ਪਿੱਛੋਂ ਮਿਲਿਆ ਹੋਵੇ ਜਾਂ ਪਰਦੇਸ 'ਚੋਂ ਆਇਆ ਹੋਵੇ। ਕੰਮੋਂ ਨੇ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ। ਬਿਹਾਰੀ ਲਾਲ ਨੇ ਗੱਡੀ ਸਟਾਰਟ ਕੀਤੀ ਤੇ ਉਹ ਘਰ ਵੱਲ ਚੱਲ ਪਏ। ਕੰਮੋਂ ਨੇ ਇੱਕ ਝਲਕਾਰੇ ਜਿਹੇ ਨਾਲ ਉਸ ਵੱਲ ਵੇਖਿਆ। ਰਾਤ ਵਾਲੀ ਘਟਨਾ ਦੀ ਉਹਨੂੰ ਕੋਈ ਸ਼ਰਮ ਨਹੀਂ ਸੀ ਤੇ ਨਾ ਪਛਤਾਵਾ। ਸਗੋਂ ਉਹ ਤਾਂ ਆਪਣੀ ਕਾਮਯਾਬੀ ਉੱਤੇ ਪੂਰਾ ਖੁਸ਼ ਸੀ ਤੇ ਫੁੱਲਿਆ ਨਹੀਂ ਸਮਾ ਰਿਹਾ ਸੀ। ਇਸ ਘਟਨਾ ਨਾਲ ਕੰਮੋਂ ਨੂੰ ਬਹੁਤ ਹੀ ਧੱਕਾ ਲੱਗਿਆ। ਉਹਦੀ ਦੁਨੀਆ ਹੀ ਬਦਲ ਗਈ। ਜੀਵਨ ਜਿਉਣ ਦਾ ਸਾਰਾ ਉਤਸ਼ਾਹ ਮਿੱਟੀ 'ਚ ਮਿਲ ਗਿਆ। ਉਹਨੇ ਬਿਹਾਰੀ ਲਾਲ ਨਾਲ ਵੀ ਇਸ ਘਟਨਾ ਬਾਰੇ ਨਾ ਕੋਈ ਲੜਾਈ ਕੀਤੀ, ਨਾ ਕੋਈ ਬਹਿਸ। ਉਹ ਚੁੱਪ ਹੀ ਰਹੀ। ਉਹਨੇ ਅਜਿਹੇ ਘਟੀਆ ਆਦਮੀ ਨਾਲ ਬਹਿਸ ਕਰਨੀ ਵੀ ਫਜ਼ੂਲ ਹੀ ਸਮਝੀ। ਉਹਨੂੰ ਬਿਹਾਰੀ ਲਾਲ ਇੱਕ ਅਜਿਹਾ ਮੁਰਦਾ ਇਨਸਾਨ ਲੱਗਿਆ ਜਿਸ ਪਿੱਛੋਂ ਸਾਰੀਆਂ ਮਰਦਾਨਾ ਖੂਬੀਆਂ ਤੇ ਗੁਣ ਨਸ਼ਟ ਹੋ ਚੁੱਕੇ ਹੋਣ ਤੇ ਉਹ ਇੱਕ ਚੱਲੇ ਹੋਏ ਕਾਰਤੂਸ ਵਾਂਗ ਇੱਕ ਖੋਖਾ ਹੀ ਰਹਿ ਗਿਆ ਹੋਵੇ। ਕਈ ਦਿਨਾਂ ਤੱਕ ਉਹ ਉਖੜੀ ਜੀ ਫਿਰਦੀ ਰਹੀ, ਜਿਸ ਤਰ੍ਹਾਂ ਉਹ ਜੀਵਨ ਤੇ ਮੌਤ ਵਿਚਕਾਰ ਸੰਘਰਸ਼ ਕਰ ਰਹੀ ਹੋਵੇ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਹੁਣ ਬਿਹਾਰੀ ਲਾਲ ਦੇ ਘਰ ਨੂੰ ਆਪਣਾ ਸਹੁਰਾ ਘਰ ਸਮਝੇ ਜਾਂ ਸੂਰਜ ਰਤਨ ਵਾਲੇ ਉਸ ਹੋਟਲ ਦੇ ਕਮਰੇ ਨੂੰ। ਕਿ ਹੁਣ ਉਹਦੇ ਮਾਂ-ਬਾਪ ਦੇ ਘਰ ਨੂੰ ਛੱਡ ਕੇ ਸਾਰਾ ਭਾਰਤ ਹੀ ਉਹਦਾ ਸਹੁਰਾ ਘਰ ਹੈ। ਇਸ ਤਰ੍ਹਾਂ ਸੋਚਦੀ ਕਈ ਵਾਰ ਉਹ ਬਹੁਤ ਹੀ ਨਿਰਾਸ਼ ਹੋ ਜਾਂਦੀ। ਉਹਨੂੰ ਆਪਣੇ ਮਾਂ-ਬਾਪ ਦੀ ਇੱਜ਼ਤ ਦਾ ਖਿਆਲ ਆਉਂਦਾ। ਕਿਸ ਤਰ੍ਹਾਂ ਉਹਦੇ ਤਲਾਕ ਪਿੱਛੋਂ ਉਹਦੇ ਮਾਂ-ਬਾਪ ਨੇ ਕਿੰਨੀ ਨਮੋਸ਼ੀ ਮੰਨੀ ਸੀ। ਉਹਦਾ ਪਿੰਡ ਦਾ ਮੁਖੀਆ ਬਾਪ ਕਿਸ ਤਰ੍ਹਾਂ ਪਾਣੀਓਂ ਪਤਲਾ ਹੋ ਗਿਆ ਸੀ। ਲੋਕਾਂ ਦੀਆਂ ਟਕੋਰਾਂ ਤੇ ਮਜ਼ਾਕ ਯਾਦ ਆਉਂਦੇ। ਇਸ ਤਰ੍ਹਾਂ ਕਈ ਹਫ਼ਤਿਆਂ ਦੇ ਮਾਨਸਿਕ ਸੰਘਰਸ਼ ਪਿੱਛੋਂ ਉਹਨੇ ਸਭ ਕੁਝ ਬਰਦਾਸ਼ਤ ਕਰ ਹੀ ਲਿਆ। ਫਿਰ ਵੀ ਉਹ ਘਰ 'ਚ ਡਿੱਕੋ ਡੋਲੇ ਖਾਂਦੀ, ਤੂਫਾਨ 'ਚ ਘਿਰੀ ਉਸ ਕਿਸ਼ਤੀ ਵਾਂਗ ਫਿਰ ਰਹੀ ਸੀ ਜਿਹਦਾ ਕੋਈ ਸਾਂਝੀ ਨਾ ਹੋਵੇ। ਇਸ ਗੱਲ ਨੂੰ ਕਈ ਮਹੀਨੇ ਹੋ ਗਏ। ਗੱਲ ਆਈ ਗਈ ਹੋ ਗਈ। ਹੁਣ ਕੰਮੋਂ ਵੀ ਕਾਫੀ ਸੰਭਲ ਗਈ ਸੀ। ਫਿਰ ਵੀ ਉਹਨੂੰ ਕਾਰਾਂ, ਬੰਗਲਾ, ਨੌਕਰ ਚਾਕਰ, ਕੀਮਤੀ ਕੱਪੜੇ ਤੇ ਉੱਚੇ ਦਰਜੇ ਦੀਆਂ ਪਕਵਾਨਾਂ ਵਿੱਚੋਂ ਅਜਿਹੀ ਹਿਚਕਚਾਹਟ ਜਿਹੀ ਆਉਂਦੀ ਜਿਹੋ ਜਿਹੀ ਕਿਸੇ ਵੈਸ਼ਿਆ ਦੇ ਕੋਠੇ ਤੇ ਜਾ ਕੇ ਆਉਂਦੀ ਹੈ। ਉਹਨੂੰ ਆਪਣੇ ਮਾਂ-ਬਾਪ ਦਾ ਸਾਦਾ ਜਿਹਾ ਘਰ ਯਾਦ ਆਉਂਦਾ। ਸਾਦੇ ਜਿਹੇ ਕੱਪੜੇ, ਸਾਦਾ ਜਿਹਾ ਖਾਣਾ, ਸਭ ਕੁਝ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਅੰਮ੍ਰਿਤ ਨਾਲ ਧੋਤਾ ਹੋਇਆ ਬਹੁਤ ਹੀ ਪਵਿੱਤਰ ਕਿਸੇ ਦੇਵਤੇ ਦਾ ਘਰ ਹੋਵੇ ਤੇ ਇਹ ਕਿਸੇ ਵੈਸ਼ਿਆ ਦਾ। ਹੁਣ ਉਹ ਬਿਹਾਰੀ ਲਾਲ ਦੀ ਭੋਰਾ ਵੀ ਇੱਜ਼ਤ ਨਹੀਂ ਕਰਦੀ ਸੀ। ਉਸ ਨਾਲ ਗੱਲਬਾਤ ਵੀ ਬਹੁਤ ਘੱਟ ਹੀ ਕਰਦੀ। ਕਦੇ ਵੀ ਉਹਨੇ ਇੱਕ ਪਤਨੀ ਵਾਂਗ ਉਸ ਕੋਲ ਬੈਠ ਕੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਸੀ। ਉਹ ਛੋਟੀਆਂ ਗੱਲਾਂ ਤੇ ਵੀ ਬਿਹਾਰੀ ਲਾਲ ਨੂੰ ਡਾਂਟ ਦਿੰਦੀ, ਪਰ ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਉਹ ਬਸ ਹਿਜੜਿਆਂ ਵਾਂਗ ਦੰਦ ਕੱਢ ਛੱਡਦਾ। ਵੈਸੇ ਵੀ ਕੰਮੋਂ ਬਹੁਤ ਘੱਟ ਬੋਲਦੀ। ਬਿਹਾਰੀ ਤੋਂ ਬਗੈਰ ਉਹ ਨੌਕਰਾਂ ਨਾਲ ਵੀ ਘੱਟ ਹੀ ਗੱਲ ਕਰਦੀ। ਜ਼ਿਆਦਾ ਉਹ ਚੁੱਪ-ਚੁਪੀਤੀ, ਗੁੰਮ-ਸੁੰਮ, ਉਦਾਸ ਜਿਹੀ ਰਹਿੰਦੀ। ਇਸ ਘਟਨਾ ਨੂੰ ਕਾਫੀ ਲੰਮਾ ਸਮਾਂ ਬੀਤ ਗਿਆ। ਇਸ ਵਿਚਕਾਰ ਉਹ ਕਈ ਵਾਰ ਪਿੰਡ ਵੀ ਗਈ। ਉੱਥੇ ਕਈ ਦਿਨ ਰਹੀ। ਉਹ ਪਿੰਡ ਵਾਲੀ ਹਵੇਲੀ 'ਚ ਬਿਹਾਰੀ ਲਾਲ ਦੇ ਨੌਕਰਾਂ ਨੂੰ ਵੀ ਮਿਲੀ। ਉਹਨੇ ਘਰ ਦਿਆਂ ਨੌਕਰਾਂ ਜਾਂ ਆਪਣੇ ਮਾਂ-ਬਾਪ ਨੂੰ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਹੋਣ ਦਿੱਤਾ ਕਿ ਇਹਨਾਂ 'ਚ ਕੋਈ ਦਰਾੜ ਆ ਚੁੱਕੀ ਹੈ। ਸਾਰੇ ਹੀ ਉਹਨੂੰ ਬਹੁਤ ਭਾਗਾਂ ਵਾਲੀ ਸਮਝ ਰਹੇ ਸਨ। ਮਾਂ-ਬਾਪ ਵੀ ਖੁਸ਼ ਸੀ ਕਿ ਇੱਕ ਵਾਰ ਠੋਕਰ ਖਾਣ ਪਿੱਛੋਂ ਹੁਣ ਸਾਡੀ ਧੀ ਸੁਖੀ ਹੈ। ਇਸ ਤਰ੍ਹਾਂ ਉਹ ਕਈ ਦਿਨ ਪਿੰਡ ਰਹਿ ਕੇ ਫਿਰ ਸ਼ਹਿਰ ਚਲੀ ਜਾਂਦੀ। ਇੱਕ ਵਾਰ ਇਸੇ ਤਰ੍ਹਾਂ ਕਈ ਦਿਨ ਪਿੰਡ ਰਹਿਣ ਪਿੱਛੋਂ ਜਦੋਂ ਵਾਪਸ ਗਈ ਤਾਂ ਉਹਨੇ ਦੇਖਿਆ ਕਿ ਬਿਹਾਰੀ ਲਾਲ ਦਾ ਰੁੱਖ ਪਹਿਲਾਂ ਨਾਲੋਂ ਕੁਝ ਬਦਲਿਆ ਹੋਇਆ ਹੈ। ਉਹਨੇ ਵਾਪਸ ਆਉਣ ਤੇ ਕੰਮੋਂ ਦਾ ਕਾਫੀ ਸਵਾਗਤ ਕੀਤਾ, ਸਭ ਦਾ ਹਾਲ ਚਾਲ ਪੁੱਛਿਆ। ਇਹ ਸਾਰੀਆਂ ਗੱਲਾਂ ਉਹਦੀ ਆਮ ਆਦਤ ਦੇ ਉਲਟ ਸੀ। ਆਮ ਕਰਕੇ ਉਹ ਬਹੁਤਾ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ ਸੀ। ਇੱਕ ਦਿਨ ਉਹਨਾਂ ਨੂੰ ਕਿਸੇ ਰਿਸ਼ਤੇਦਾਰੀ ਵਿੱਚੋਂ ਵਿਆਹ ਦਾ ਕਾਰਡ ਆਇਆ। ਬਿਹਾਰੀ ਲਾਲ ਨੇ ਕੰਮੋਂ ਨੂੰ ਬਾਜ਼ਾਰ ਚੱਲਣ ਲਈ ਕਿਹਾ ਤਾਂ ਜੋ ਉਸ ਵਾਸਤੇ ਕੱਪੜੇ ਖਰੀਦੇ ਜਾਣ। ਉਹਨੇ ਬਹੁਤ ਜ਼ੋਰ ਲਾਇਆ ਪਰ ਕੰਮੋਂ ਉਸ ਨਾਲ ਬਾਜ਼ਾਰ ਨਾ ਗਈ। ਉਹਦਾ ਇੱਕੋ ਜਵਾਬ ਸੀ ਕਿ ਮੇਰੇ ਕੋਲ ਪਹਿਲਾਂ ਹੀ ਬਹੁਤ ਕੱਪੜੇ ਹਨ। ਆਖਰ ਬਿਹਾਰੀ ਲਾਲ ਨੇ ਆਪ ਹੀ ਉਸ ਲਈ ਕਾਫੀ ਮਹਿੰਗੇ ਕੱਪੜੇ ਤੇ ਕੁਝ ਗਹਿਣੇ ਖਰੀਦ ਕੇ ਲਿਆ ਦਿੱਤੇ। ਕਦੀ ਕੰਮੋਂ ਨੂੰ ਉਹ ਨੋਟਾਂ ਦੀਆਂ ਗੁੱਟੀਆਂ ਫੜਾਉਂਦਾ, ਜਦ ਕਿ ਪਹਿਲਾਂ ਉਹਨੇ ਅਜਿਹਾ ਕਦੀ ਨਹੀਂ ਸੀ ਕੀਤਾ। ਕੰਮੋਂ ਇਹ ਸਾਰਾ ਕੁਝ ਫੜ ਕੇ ਇਸ ਤਰ੍ਹਾਂ ਅਲਮਾਰੀ 'ਚ ਰੱਖ ਦਿੰਦੀ ਜਿਵੇਂ ਕੋਈ ਸਬਜ਼ੀ ਫੜ ਕੇ ਰਸੋਈ 'ਚ ਰੱਖ ਦਿੰਦਾ। ਉਹਨੇ ਨਾ ਕੱਪੜੇ ਪਾ ਕੇ ਦੇਖੇ, ਨਾ ਹੀ ਗਹਿਣੇ।
ਆਖਰ ਉਹ ਇੱਕ ਦਿਨ ਵਿਆਹ ਚਲੇ ਗਏ। ਉਹ ਵੀ ਕਾਫੀ ਵੱਡੇ ਆਦਮੀ ਸੀ, ਪਰ ਕੰਮੋ ਉਹਨਾਂ ਦੀ ਅਮੀਰੀ ਤੋਂ ਜ਼ਰਾ ਵੀ ਪ੍ਰਭਾਵਿਤ ਨਾ ਹੋਈ। ਉਸ ਨੂੰ ਉਹਨਾਂ ਦੀ ਅਮੀਰੀ ਵੀ ਬਿਹਾਰੀ ਲਾਲ ਦੀ ਅਮੀਰੀ ਜਿਹੀ ਲੱਗੀ। ਬਿਹਾਰੀ ਲਾਲ ਨੇ ਆਪਣੇ ਰਿਸ਼ਤੇਦਾਰਾਂ ਕੋਲ ਕੰਮੋ ਦੀਆਂ ਉਹਦੇ ਸਾਹਮਣੇ ਬਹੁਤ ਸਿਫਤਾਂ ਕੀਤੀਆਂ ਕਿ ਦੇਖੋ ਜੀ, ਇਹ ਤਾਂ ਬਹੁਤ ਸਮਝਦਾਰ ਹੈ, ਇਹਨੇ ਮੇਰੇ ਘਰ ਦੀ ਕਾਇਮ ਪਲਟ ਦਿੱਤੀ ਹੈ। ਜਦੋਂ ਦੀ ਇਹ ਆਈ ਹੈ, ਜੇ ਮੈਂ ਮਿੱਟੀ ਨੂੰ ਹੱਥ ਲਾਉਣਾ ਤਾਂ ਉਹ ਸੋਨਾ ਬਣ ਜਾਂਦੀ ਹੈ। ਇਹ ਤਾਂ ਬਹੁਤ ਕਰਮਾਂ ਵਾਲੀ ਹੈ, ਮੇਰੀ ਕਿਸਮਤ ਚੰਗੀ ਸੀ ਜੋ ਮੈਨੂੰ ਅਜਿਹੀ ਸਮਝਦਾਰ ਪਤਨੀ ਮਿਲੀ ਹੈ। ਵਿਆਹ ਤੋਂ ਵਾਪਸ ਆ ਕੇ ਵੀ ਬਿਹਾਰੀ ਲਾਲ ਨੇ ਕੰਮੋ ਦੀ ਚਮਚਾਗਿਰੀ ਜਾਰੀ ਰੱਖੀ, ਪਰ ਕੰਮੋ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ। ਬਸ ਇੰਨੀ ਕੁ ਗੱਲ ਦੀ ਹਲਕੀ ਜਿਹੀ ਸੰਤੁਸ਼ਟੀ ਜ਼ਰੂਰ ਮਿਲੀ ਸੀ ਕਿ ਉਹ ਆਪਣੇ ਕੀਤੇ ਤੇ ਪਛਤਾ ਰਿਹਾ। ਹੁਣ ਇਹ ਅੱਗੋਂ ਕਦੀ ਅਜਿਹੀ ਗਲਤੀ ਨਹੀਂ ਕਰੇਗਾ। ਫਿਰ ਵੀ ਕੰਮੋ ਉਹਨਾਂ ਦੇ ਇਸ ਵਤੀਰੇ ਤੇ ਹੈਰਾਨ ਜ਼ਰੂਰ ਸੀ। ਆਖਰ ਕੋਈ ਨਾ ਕੋਈ ਗੱਲ ਤਾਂ ਹੈ ਹੀ ਹੈ। ਇੱਕ ਦਿਨ ਸ਼ਾਮ ਨੂੰ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੇ ਬਹਾਨੇ ਕੰਮੋ ਨੂੰ ਨਾਲ ਲੈ ਕੇ ਗਿਆ। ਉੱਥੇ ਜਾ ਕੇ ਦੇਖਿਆ ਤਾਂ ਉਹ ਰਿਸ਼ਤੇਦਾਰ ਦਾ ਘਰ ਨਹੀਂ, ਸਰਕਾਰੀ ਡਾਕ ਬੰਗਲਾ ਸੀ। ਗੱਡੀ ਬਾਹਰ ਖੜੀ ਕਰਕੇ ਉਹ ਅੰਦਰ ਚਲੇ ਗਏ। ਗੇਟ ਉੱਤੇ ਕੁਝ ਪਲ ਖੜੋ ਕੇ ਉਹਨਾਂ ਅੰਦਰ ਦੇਖਿਆ। ਹਾਲ 'ਚ ਸਾਰੇ ਉਹੀ ਪਹਿਲੀ ਪਾਰਟੀ ਵਾਲੇ ਲੋਕ ਹੀ ਬੈਠੇ ਸੀ। ਕੰਮੋ ਨੇ ਬਿਹਾਰੀ ਲਾਲ ਵੱਲ ਦੇਖਿਆ। ਉਹਨੇ ਮੂੰਹ ਦੂਸਰੇ ਪਾਸੇ ਕਰ ਲਿਆ। ਕੰਮੋ ਦੇ ਦਿਲ 'ਚ ਆਇਆ ਕਿ ਉਹ ਵਾਪਸ ਪਿੱਛੇ ਮੁੜ ਜਾਏ, ਪਰ ਇੰਨੇ ਇਕੱਠ ਦੇ ਸਾਹਮਣੇ ਉਹ ਜਿਹਾ ਕਰਨ ਦਾ ਹੌਸਲਾ ਨਾ ਕਰ ਸਕੀ। ਉਹ ਜਕਾ ਤਕਾਂ 'ਚ ਹੀ ਬਿਹਾਰੀ ਲਾਲ ਦੇ ਪਿੱਛੇ ਅੰਦਰ ਚਲੀ ਗਈ। ਬਾਕੀ ਸਾਰੇ ਤਾਂ ਲਗਭਗ ਪਹਿਲੀ ਪਾਰਟੀ ਵਾਲੇ ਮਰਦ ਤੇ ਔਰਤਾਂ ਸਨ, ਪਰ ਸੂਰਜ ਰਤਨ ਦੀ ਥਾਂ ਇੱਕ ਕਾਲਾ ਕਲੋਟਾ ਮੋਟਾ ਧੋਤੀ ਵਾਲਾ ਮਾਰਵਾੜੀ ਬੈਠਾ ਸੀ। ਉਹ ਥੋੜਾ ਲੇਟ ਆਏ ਸਨ। ਬਿਹਾਰੀ ਲਾਲ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੜੇ ਸੱਭਿਆ ਢੰਗ ਨਾਲ ਨਮਸਕਾਰ ਕੀਤੀ। ਜਵਾਬ 'ਚ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਬਿਹਾਰੀ ਲਾਲ ਨੂੰ ਨਮਸਕਾਰ ਕੀਤੀ। ਫਿਰ ਬਿਹਾਰੀ ਨੇ ਮਾਰਵਾੜੀ ਅੱਗੇ ਹੱਥ ਜੋੜੇ। ਉਹਨੇ ਵੀ ਸਿਰ ਝੁਕਾ ਕੇ ਬੜੇ ਸਤਿਕਾਰ ਨਾਲ ਬਿਹਾਰੀ ਲਾਲ ਦੀ ਨਮਸਕਾਰ ਮੰਨੀ। ਫਿਰ ਉਹਨੇ ਕੰਮੋ ਵੱਲ ਵੀ ਹੱਥ ਜੋੜੇ। ਮਜਬੂਰਨ ਕੰਮੋ ਨੂੰ ਵੀ ਹੱਥ ਜੋੜਨੇ ਪਏ। ਇਹ ਸਾਰਾ ਕੁਝ ਇੰਨੇ ਸਤਿਕਾਰ ਤੇ ਸੱਭਿਆ ਢੰਗ ਨਾਲ ਹੋਇਆ। ਕੁਝ ਚਿਰ ਲਈ ਕੰਮੋ ਵੀ ਚੱਕਰ 'ਚ ਪੈ ਗਈ। ਉਹਨੇ ਸੋਚਿਆ ਕਿ ਅੱਜ ਦੀ ਇਹ ਪਾਰਟੀ ਸ਼ਾਇਦ ਕਿਸੇ ਚੰਗੇ ਮਨੋਰਥ ਲਈ ਹੋ ਰਹੀ ਹੈ। ਉਹਨੇ ਐਵੇਂ ਉਹਨਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ। ਜਦੋਂ ਕੰਮੋ ਅੰਦਰ ਆਈ ਸੀ ਤਾਂ ਸਾਰੀਆਂ ਔਰਤਾਂ ਸਹਿਮ ਜੀਆਂ ਗਈਆਂ ਸਨ, ਜਿਸ ਕਰਕੇ ਕੰਮੋ ਨੂੰ ਉਸ ਦਿਨ ਨਾਲੋਂ ਚੰਗੀਆਂ ਜੀਆਂ ਲੱਗੀਆਂ। ਸ਼ਰਾਬ ਦੇ ਦੌਰ ਚੱਲਣੇ ਸ਼ੁਰੂ ਹੋ ਗਏ। ਬਿਹਾਰੀ ਵੀ ਸ਼ਰਾਬ ਨੂੰ ਟੁੱਟ ਕੇ ਪੈ ਗਿਆ ਤਾਂ ਕੰਮੋ ਦਾ ਸਵਾਗਤ ਵੇਲੇ ਬਣਿਆ ਭੁਲੇਖਾ ਦੂਰ ਹੋ ਗਿਆ। ਸਾਰੇ ਹੀ ਮਰਦ ਤੇ ਔਰਤਾਂ ਸ਼ਰਾਬ ਤੇ ਸਿਗਰਟਾਂ ਦੇ ਗੁਲਛਰੇ ਉਡਾਉਣ ਲੱਗੇ। ਉਹ ਤਾੜੀਆਂ ਮਾਰ ਕੇ ਉੱਚੀ ਉੱਚੀ ਬੇਹਯਾ ਹਾਸਾ। ਸਭ ਕੁਝ ਪਹਿਲੀ ਪਾਰਟੀ ਵਾਂਗ ਹੀ ਸੀ। ਕੰਮੋ ਨੇ ਮਾਰਵਾੜੀ ਵੱਲ ਦੇਖਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਕੰਬ ਗਈ ਕਿ ਸ਼ਾਇਦ ਮੈਨੂੰ ਅੱਜ ਇਸ ਜਾਨਵਰ ਦੀ ਹਵਸ ਦਾ ਸ਼ਿਕਾਰ ਹੋਣਾ ਪਏਗਾ। ਹੌਲੀ ਹੌਲੀ ਸਾਰੇ ਸ਼ਰਾਬੀ ਹੋ ਗਏ। ਕੰਮੋ ਨੇ ਇੱਕ ਗੱਲ ਨੋਟ ਕੀਤੀ ਕਿ ਇਸ ਵਾਰ ਸਾਰੀਆਂ ਔਰਤਾਂ ਦਾ ਇੱਕ ਸਾਂਝਾ ਪ੍ਰੋਗਰਾਮ ਇਹ ਵੀ ਸੀ ਕਿ ਸਫਲਤਾ ਭਾਵੇਂ ਕਿਸੇ ਨੂੰ ਮਿਲੇ, ਪਰ ਕੰਮੋ ਨੂੰ ਨਹੀਂ ਮਿਲਣੀ ਚਾਹੀਦੀ। ਸਾਰੀਆਂ ਔਰਤਾਂ ਕੰਮੋ ਨਾਲ ਈਰਖਾ ਕਰਦੀਆਂ ਸਨ। ਉਹ ਕੰਮੋ ਦੀ ਮਜਬੂਰੀ ਨੂੰ ਤਾਂ ਜਾਣਦੀਆਂ ਨਹੀਂ। ਉਹਨਾਂ ਦਾ ਖਿਆਲ ਸੀ ਕਿ ਇਸ ਧੰਦੇ 'ਚ ਨਵੀਂ ਆਈ ਹੈ, ਜਿਹਨੇ ਪਹਿਲੀ ਵਾਰ ਸਾਨੂੰ ਆਸਾਨੀ ਨਾਲ ਹੀ ਮਾਤ ਦੇ ਦਿੱਤੀ ਹੈ। ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਇਹਦੀ ਗੁੱਡੀ ਚੜ੍ਹ ਜਾਏਗੀ ਤੇ ਸਾਡੀ ਮਾਰਕੀਟ 'ਚ ਕੀਮਤ ਘਟ ਜਾਏਗੀ। ਉਹਨਾਂ ਕੰਮੋ ਨੂੰ ਸ਼ਰਾਬ ਤਾਂ ਇਸ ਵਾਰ ਵੀ ਪੇਸ਼ ਕੀਤੀ, ਪਰ ਜ਼ਿਆਦਾ ਜ਼ੋਰ ਨਹੀਂ ਦਿੱਤਾ। ਆਖਰ ਪਾਰਟੀ ਆਪਣੇ ਪੂਰੇ ਜੋਬਨ ਤੇ ਪਹੁੰਚ ਗਈ। ਕੰਮੋ ਨੂੰ ਮਾਤ ਦੇਣ ਲਈ ਸਾਰੀਆਂ ਔਰਤਾਂ ਸ਼ਰਮ ਹਿਆ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਰਹੀਆਂ ਸਨ। ਮਾਰਵਾੜੀ ਸੂਰਜ ਰਤਨ ਵਾਂਗ ਚੁੱਪਚਾਪ ਬੈਠਾ ਤਮਾਸ਼ਾ ਨਹੀਂ ਦੇਖ ਰਿਹਾ ਸੀ। ਉਹ ਵੀ ਹਾਸੇ ਮਜ਼ਾਕ 'ਚ ਉਹਨਾਂ ਦਾ ਸਾਥ ਦੇ ਰਿਹਾ ਸੀ। ਕੰਮੋ ਨੇ ਸਾਰਿਆਂ ਤੋਂ ਚੋਰੀ ਮਾਰਵਾੜੀ ਵੱਲ ਦੇਖ ਕੇ ਬੁੱਲ ਕੱਢਿਆ ਤੇ ਮੂੰਹ ਵਿੰਗਾ ਕਰਕੇ ਉਹਦਾ ਮੂੰਹ ਚੜਾਇਆ। ਕੰਮੋ ਦਾ ਅਜਿਹਾ ਕਰਨ ਦਾ ਮਤਲਬ ਸੀ ਕਿ ਉਹ ਮੈਨੂੰ ਪਗਲੀ ਸਮਝ ਕੇ ਨਜ਼ਰ ਅੰਦਾਜ਼ ਕਰ ਦੇ, ਪਰ ਉਹ ਨਹੀਂ ਜਾਣਦੀ ਸੀ ਕਿ ਮਾਰਵਾੜੀ ਉੱਪਰ ਇਹਦਾ ਉਲਟਾ ਅਸਰ ਹੋ ਰਿਹਾ ਸੀ। ਉਹ ਬਾਜ਼ਾਰੀ ਔਰਤਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨਾਂ ਦੇ ਬਾਜ਼ਾਰੂ ਇਸ਼ਾਰਿਆਂ ਨੂੰ ਵੀ ਸਮਝਦਾ ਸੀ। ਵੈਸੇ ਵੀ ਉਹਦੇ ਚੈਨ ਚੱਕਰ ਉਹਨਾਂ ਬਾਜ਼ਾਰੀ ਔਰਤਾਂ ਤੋਂ ਅਲੱਗ ਸੀ। ਕੰਮੋ ਨੇ ਆਪਣੇ ਵੱਲੋਂ ਉਹਦਾ ਧਿਆਨ ਹਟਾਉਣ ਲਈ ਬੜਾ ਕੁਝ ਕੀਤਾ। ਉਹਨੇ ਕੰਮੋ ਦੀਆਂ ਇਹਨਾਂ ਹਰਕਤਾਂ ਨੂੰ ਕਿਸੇ ਭੋਲੀ ਭੰਡਾਰੀ ਲੜਕੀ ਦਾ ਨਖਰਾ ਸਮਝ ਲਿਆ। ਆਖਰ ਫੈਸਲੇ ਦੀ ਘੜੀ ਆ ਗਈ। ਮਾਰਵਾੜੀ ਨੇ ਮੇਜ਼ ਥਪਥਪਾ ਕੇ ਇਹਦਾ ਐਲਾਨ ਕੀਤਾ। ਉਹਨੇ ਇੱਕ ਇੱਕ ਠੇਕੇਦਾਰ ਨਾਲ ਅੱਖ ਲੜਾਈ। ਸਾਰੇ ਸਾਹ ਰੋਕੀ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਹੌਲੀ ਹੌਲੀ ਉਹਦੀਆਂ ਅੱਖਾਂ ਬਿਹਾਰੀ ਲਾਲ ਨਾਲ ਟਕਰਾਈਆਂ। ਸੂਰਜ ਰਤਨ ਵਾਂਗ ਉਹਨੇ ਇਸ਼ਾਰਾ ਨਹੀਂ ਕੀਤਾ, ਸਾਫ਼ ਕਿਹਾ ਕਿ ਠੇਕਾ ਬਿਹਾਰੀ ਲਾਲ ਨੂੰ ਮਿਲ ਗਿਆ। ਬਾਕੀ ਸਾਰੇ ਜਣੇ ਤੁਸੀਂ ਜਾ ਸਕਦੇ ਹੋ। ਕੰਮੋ ਦਾ ਸਾਰਾ ਸਰੀਰ ਕੰਬ ਗਿਆ ਤੇ ਉਹ ਨੀਵੀਂ ਪਾ ਕੇ ਬੈਠ ਗਈ। ਉਹ ਸਾਰੇ ਉੱਠ ਕੇ ਖੜੇ ਹੋ ਗਏ। ਹਰ ਕੋਈ ਕੰਮੋ ਦੇ ਲਾਗੇ ਦੀ ਲੰਘਣ ਲੱਗਿਆ ਤਿਰਛੀਆਂ ਨਜ਼ਰਾਂ ਨਾਲ ਉਸ ਵੱਲ ਵੇਖ ਕੇ ਵਿਅੰਗ ਜ਼ਰੂਰ ਕਰਦਾ, ਪਰ ਉਹਨੇ ਕਿਸੇ ਦਾ ਵੀ ਵਿਅੰਗ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਿਸੇ ਨਾਲ ਨਜ਼ਰਾਂ ਮਿਲਾਈਆਂ। ਉਹ ਚੁੱਪਚਾਪ ਨੀਵੀਂ ਪਾਈ ਬੈਠੀ ਰਹੀ।
ਜਦੋਂ ਸਾਰੇ ਚਲੇ ਗਏ ਤਾਂ ਮਾਰਵਾੜੀ ਆਪਣੀ ਜਗ੍ਹਾ ਤੋਂ ਉੱਠ ਕੇ ਉਹਨਾਂ ਦੇ ਸਾਹਮਣੇ ਵਾਲੀ ਕੁਰਸੀ ਤੇ ਆ ਕੇ ਬੈਠ ਗਿਆ। ਉਹ ਬਿਹਾਰੀ ਲਾਲ ਦੇ ਸਾਹਮਣੇ ਕੰਮੋ ਨੂੰ ਮਜ਼ਾਕ ਕਰਨ ਲੱਗ ਪਿਆ। ਕੰਮੋ ਨੇ ਆਪਣੀ ਗਰਦਨ ਹੋਰ ਝੁਕਾ ਲਈ। ਮਾਰਵਾੜੀ ਨੇ ਕੰਮੋ ਦੀ ਠੋਡੀ ਫੜ ਕੇ ਉਹਦਾ ਮੂੰਹ ਉੱਪਰ ਚੁੱਕ ਲਿਆ। ਕੰਮੋ ਨੇ ਅੱਖਾਂ ਬੰਦ ਕਰ ਲਈਆਂ। ਬਿਹਾਰੀ ਲਾਲ ਨੇ ਛੇਤੀ ਛੇਤੀ ਕਈ ਵੱਡੇ ਵੱਡੇ ਪੈਗ ਪੀਤੇ ਤੇ ਲੜਖੜਾਉਂਦਾ ਹੋਇਆ ਉੱਠ ਕੇ ਦੂਜੇ ਕਮਰੇ 'ਚ ਚਲਾ ਗਿਆ। ਮਾਰਵਾੜੀ ਕੰਮੋ ਨੂੰ ਬਾਹੋਂ ਫੜ ਕੇ ਘੜੀਸਦਾ ਹੋਇਆ ਦੂਜੇ ਕਮਰੇ 'ਚ ਲੈ ਗਿਆ ਤੇ ਇੱਕ ਬੈੱਡ ਉੱਪਰ ਸੁੱਟ ਦਿੱਤਾ। ਮਾਰਵਾੜੀ ਸੂਰਜ ਰਤਨ ਦੇ ਮੁਕਾਬਲੇ ਬਹੁਤ ਗੁੰਡਾ ਕਿਸਮ ਦਾ ਜਾਹਲ ਆਦਮੀ ਨਿਕਲਿਆ। ਉਹ ਕੰਮੋ ਦਾ ਨਿਰਾਦਰ ਵੀ ਕਰਦਾ ਤੇ ਹਿੰਸਕ ਪਸ਼ੂ ਵਾਂਗ ਉਸ ਨਾਲ ਵਿਹਾਰ ਕਰਕੇ ਉਹਨੂੰ ਜ਼ਲੀਲ ਵੀ ਕਰਦਾ। ਕੰਮੋ ਇੱਕ ਲਾਸ਼ ਵਾਂਗ ਉਹਦੀ ਧੱਕੇਸ਼ਾਹੀ ਤੇ ਅਤਿਆਚਾਰ ਸਹਾਰਦੀ ਰਹੀ। ਉਹਦਾ ਸਵੈਮਾਨ ਤੇ ਆਤਮ ਸਨਮਾਨ ਮਿੱਟੀ 'ਚ ਮਿਲ ਚੁੱਕੇ ਸੀ। ਉਹ ਇੱਕ ਮੁਰਦੇ ਵਾਂਗ ਪਈ ਛੱਤ ਵੱਲ ਵੇਖ ਰਹੀ ਸੀ। ਮਾਰਵਾੜੀ ਛੇਤੀ ਸੌਂ ਗਿਆ, ਪਰ ਕੰਮੋ ਪੱਥਰ ਦੇ ਬੁੱਤ ਵਾਂਗ ਪੱਥਰਾਏ ਚਿਹਰੇ ਨਾਲ ਪਈ ਛੱਤ ਵੱਲ ਦੇਖ ਰਹੀ ਸੀ। ਉਹ ਸੋਚਦੀ, ਮੈਂ ਕਿਹੋ ਜਿਹੀ ਦੁਨੀਆ 'ਚ ਪਹੁੰਚ ਗਈ ਹਾਂ। ਕਿ ਇਹ ਸਾਰੇ ਆਪਣੇ ਆਪ ਨੂੰ ਅਮੀਰ ਤੇ ਸੱਭਿਆ ਲੋਕ ਕਹਾਉਣ ਵਾਲੇ ਇਹੋ ਜਿਹੇ ਹੁੰਦੇ ਆ। ਬਾਹਰੋਂ ਦੇਖਣ 'ਚ ਝਿਲਮਿਲ ਕਰਦੀ ਇਹਨਾਂ ਦੀ ਦੁਨੀਆ ਅੰਦਰੋਂ ਇੰਨੀ ਖੋਖਲੀ ਤੇ ਹਨੇਰੀ ਹੁੰਦੀ ਹੈ। ਉਹ ਕਲਪਨਾ 'ਚ ਬਿਹਾਰੀ ਤੇ ਮਾਰਵਾੜੀ ਨੂੰ ਦੇਖਦੀ ਹੈ। ਉਹਨੂੰ ਲੱਗਦਾ ਜਿਵੇਂ ਉਹ ਗੰਦੇ ਨਾਲੇ 'ਚ ਬੈਠੇ ਦੋ ਸੂਰ ਹੋਣ। ਫਿਰ ਉਹ ਆਪਣੇ ਆਪ ਨੂੰ ਦੇਖਦੀ ਹੈ, ਉਹ ਵੀ ਇਹਨਾਂ ਬਰਾਬਰ ਗੰਦੇ ਨਾਲੇ 'ਚ ਬੈਠਣ ਵਾਲੀ ਸੂਰੀ ਬਣ ਗਈ। ਫਿਰ ਉਹਦੀ ਆਤਮਾ ਕੰਬ ਜਾਂਦੀ ਹੈ। ਉਹਨੂੰ ਲੱਗਦਾ ਹੈ ਕਿ ਉਹ ਗੰਦਗੀ ਖਾਂਦੀ ਹੈ, ਗੰਦਗੀ ਪੀਂਦੀ ਹੈ। ਉਹਦਾ ਸਾਰਾ ਸਰੀਰ ਗੰਦਗੀ ਨਾਲ ਭਰਿਆ ਹੈ। ਉਹਦਾ ਮਨ ਗਿਲਾਨੀ ਨਾਲ ਭਰ ਜਾਂਦਾ ਹੈ। ਫਿਰ ਉਹ ਆਪਣੇ ਆਪ ਤੋਂ ਪੁੱਛਦੀ ਹੈ ਕਿ ਕੀ ਤੂੰ ਸੂਰੀ ਬਣ ਕੇ ਇਸੇ ਤਰ੍ਹਾਂ ਗੰਦਗੀ 'ਚ ਬੈਠੀ ਰਹੇਂਗੀ? ਨਹੀਂ। ਫਿਰ ਉੱਠ ਕੇ ਕੱਪੜੇ ਪਾਉਣ ਲੱਗ ਜਾਂਦੀ ਹੈ। ਉਹਦੀਆਂ ਅੱਖਾਂ ਹੋਰ ਚੌੜੀਆਂ ਹੋ ਜਾਂਦੀਆਂ, ਚਿਹਰਾ ਓਨਾ ਹੀ ਪਥਰਾ ਜਾਂਦਾ ਹੈ। ਉਹ ਬਾਹਰ ਨਿਕਲ ਕੇ ਬਿਹਾਰੀ ਲਾਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਦੀ ਹੈ। ਉਸ ਉੱਪਰ ਥੁੱਕ ਕੇ ਉਹ ਬੰਗਲੇ 'ਚੋਂ ਬਾਹਰ ਨਿਕਲ ਜਾਂਦੀ ਹੈ। ਕੰਮੋ ਖੰਡਰ 'ਚ ਬੈਠੀ ਆਪਣੀ ਸਾਰੀ ਕਹਾਣੀ ਉਸ ਆਦਮੀ ਨੂੰ ਸੁਣਾ ਕੇ ਕਹਿੰਦੀ ਹੈ, ਮੈਂ ਤਾਂ ਅੱਜ ਮਰਨ ਲਈ ਆਈ ਸੀ। ਮੈਂ ਕਿਸੇ ਵੀ ਹਾਲਤ 'ਚ ਸਵੇਰ ਦਾ ਸੂਰਜ ਨਹੀਂ ਦੇਖਣਾ ਚਾਹੁੰਦੀ ਸੀ, ਨਾ ਹੀ ਇਹਨਾਂ ਜ਼ਲੀਲ ਲੋਕਾਂ ਦੀ ਸ਼ਕਲ ਦੁਬਾਰਾ ਵੇਖਣਾ ਚਾਹੁੰਦੀ। ਮੈਨੂੰ ਆਪਣੇ ਆਪ 'ਚੋਂ ਵੀ ਬਦਬੂ ਆ ਰਹੀ ਸੀ, ਪਰ ਪਤਾ ਨਹੀਂ ਕਿ ਤੁਸੀਂ ਕਿੱਧਰੋਂ ਨਿਕਲ ਆਏ ਮੈਨੂੰ ਬਚਾਉਣ ਲਈ। ਹੁਣ ਪਤਾ ਨਹੀਂ ਮੈਨੂੰ ਕਿੰਨਾ ਕੁ ਖੱਜਲ ਖੁਆਰ ਹੋਰ ਹੋਣਾ ਪਏਗਾ। ਦੇਖੋ, ਤੁਸੀਂ ਮੈਨੂੰ ਅੱਜ ਬਚਾ ਲਿਆ, ਪਰ ਮੈਂ ਵਾਪਸ ਉਹਨਾਂ ਲੋਕਾਂ ਕੋਲ ਨਹੀਂ ਜਾਵਾਂਗੀ। ਮੈਂ ਤਾਂ ਮਰ ਜਾਣਾ ਹੈ। ਹੁਣ ਮੇਰੇ ਜਿਉਣ ਦਾ ਕੋਈ ਧਿਰਗ ਨਹੀਂ ਰਹਿ ਗਿਆ। ਮੈਂ ਹੋਰ ਜ਼ਲੀਲ ਨਹੀਂ ਹੋਣਾ ਚਾਹੁੰਦੀ, ਨਾ ਹੀ ਮੇਰੇ ਕੋਲ ਇਸ ਜ਼ਲੀਲ ਜ਼ਿੰਦਗੀ ਤੋਂ ਬਚਣ ਦਾ ਕੋਈ ਰਸਤਾ ਹੈ। ਮੈਂ ਅੱਜ ਮਰ ਜਾਵਾਂਗੀ। ਹੁਣ ਮੈਂ ਘਰ ਨੂੰ ਨਹੀਂ ਜਾਣਾ। ਉਹ ਆਦਮੀ ਕੰਮੋ ਦੀ ਪਿੱਠ ਉੱਤੇ ਹੱਥ ਫੇਰ ਕੇ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੰਮੋ ਜੀ, ਮੈਂ ਤੁਹਾਡੇ ਦਰਦ ਨੂੰ ਸਮਝਦਾ। ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ, ਪਰ ਜ਼ਰਾ ਸੋਚ ਕੇ ਦੇਖੋ, ਤੈਨੂੰ ਜ਼ਲੀਲ ਕਰਨ ਵਾਲਾ ਬਿਹਾਰੀ ਲਾਲ ਆਰਾਮ ਨਾਲ ਸ਼ਰਾਬੀ ਹੋਇਆ ਬੈੱਡ ਤੇ ਪਿਆ। ਜੇ ਤੂੰ ਅੱਜ ਗੱਡੀ ਦੇ ਹੇਠਾਂ ਆ ਕੇ ਮਰ ਜਾਂਦੀ ਤਾਂ ਉਹ ਜਾ ਕੇ ਪੁਲਿਸ 'ਚ ਰਿਪੋਰਟ ਦਰਜ ਕਰਾ ਦਿੰਦਾ। ਕੁਝ ਲਿਖਾ ਪੜੀ ਹੁੰਦੀ। ਬਿਹਾਰੀ ਲਾਲ 2-4 ਨੋਟਾਂ ਦੀਆਂ ਗੁੱਟੀਆਂ ਪੁਲਿਸ ਅੱਗੇ ਰੱਖ ਦਿੰਦਾ। ਪੁਲਿਸ ਖੁਦਕੁਸ਼ੀ ਦਾ ਕੇਸ ਬਣਾ ਕੇ ਫਾਈਲ ਬੰਦ ਕਰ ਦਿੰਦੀ। ਕੁਝ ਦਿਨ ਸੋਗ ਮਨਾਇਆ ਜਾਂਦਾ। ਫਿਰ ਸਭ ਕੁਝ ਭੁੱਲ ਭੁਲਾ ਕੇ ਬਿਹਾਰੀ ਲਾਲ ਹੋਰ ਸ਼ਾਦੀ ਕਰ ਲੈਂਦਾ। ਉਹਨੂੰ ਤਾਂ ਬਹੁਤਾ ਫਰਕ ਨਹੀਂ ਪੈਣਾ ਸੀ, ਜਦ ਕਿ ਬੇਇੱਜ਼ਤ ਉਹ ਵੀ ਤੇਰੇ ਜਿੰਨਾ ਹੀ ਹੋਇਆ। ਆਦਮੀ ਦੀ ਸਭ ਤੋਂ ਵੱਡੀ ਮਰਦਾਨਗੀ ਇਹ ਹੁੰਦੀ ਹੈ ਕਿ ਉਹ ਆਪਣੀ ਔਰਤ ਦੀ ਰੱਖਿਆ ਕਰੇ। ਉਹ ਖੁਦ ਲੋਕਾਂ ਅੱਗੇ ਤੈਨੂੰ ਪੇਸ਼ ਕਰਦਾ ਹੈ। ਉਹ ਤੇਰੇ ਨਾਲੋਂ ਕਿਤੇ ਵੱਡਾ ਕਸੂਰਵਾਰ ਹੈ। ਫਿਰ ਤੈਨੂੰ ਇਕੱਲੀ ਨੂੰ ਹੀ ਮੌਤ ਦੀ ਸਜ਼ਾ ਕਿਉਂ, ਜਦ ਕਿ ਤੇਰੇ ਨਾਲ ਜ਼ਬਰਦਸਤੀ ਹੋਈ ਹੈ? ਪਰ ਉਹਨੇ ਆਪਣੀ ਮਰਜ਼ੀ ਨਾਲ ਸਭ ਕੁਝ ਕੀਤਾ, ਇਸ ਕਰਕੇ ਬਿਹਾਰੀ ਤੇਰੇ ਨਾਲੋਂ ਵੱਧ ਦੋਸ਼ੀ ਹੈ। ਤੂੰ ਖੁਦਕੁਸ਼ੀ ਕਰਕੇ ਉਹਨੂੰ ਹੋਰ ਵਿਆਹ ਕਰਾਉਣ ਲਈ ਉਹਦਾ ਰਸਤਾ ਕਿਉਂ ਸਾਫ਼ ਕਰ ਰਹੀ ਹੈ? ਮਰਦ ਦੇ ਬਣਾਏ ਇੱਕ ਤਰਫਾ ਕਾਨੂੰਨਾਂ ਦਾ ਮੁਕਾਬਲਾ ਕਰਨ ਦੀ ਥਾਂ ਤੂੰ ਉਸ ਅੱਗੇ ਗੋਡੇ ਕਿਉਂ ਟੇਕ ਰਹੀ ਹੈ? ਕੀ ਤੂੰ ਸਾਰਾ ਕੁਝ ਆਪਣੀ ਮਰਜ਼ੀ ਅਨੁਸਾਰ ਕੀਤਾ ਹੈ? ਨਹੀਂ ਨਾ। ਫਿਰ ਇਸ ਕੇਸ ਦਾ ਨੰਬਰ 1 ਦੋਸ਼ੀ ਉਹ ਹੈ ਜਿਹਨੇ ਸਾਰੇ ਹਾਲਾਤ ਜਾਣਬੁੱਝ ਕੇ ਪੈਦਾ ਕੀਤੇ, ਪਰ ਸਜ਼ਾ ਤੂੰ ਆਪਣੇ ਆਪ ਨੂੰ ਦੇ ਰਹੀ ਹੈ ਤੇ ਮੁੱਖ ਮੁਜਰਮ ਜੀਵਨ ਭੋਗੇਗਾ। ਲੋਕਾਂ ਦੇ ਮੱਥੇ ਲੱਗਣ ਜੋਗਾ ਉਹ ਨਹੀਂ ਹੈ ਜਿਹਨੇ ਆਪਣੀ ਔਰਤ ਨੂੰ ਧੋਖੇ ਨਾਲ ਘਰੋਂ ਲਿਆ ਕੇ ਦੂਜੇ ਅੱਗੇ ਪੇਸ਼ ਕੀਤਾ। ਤੇਰੇ ਨਾਲ ਤਾਂ ਜ਼ਬਰਦਸਤੀ ਹੋਈ ਹੈ। ਮਰੇ ਬਿਹਾਰੀ ਜਿਹਨੇ ਤੇਰੀ ਹਿਫਾਜ਼ਤ ਕਰਨ ਦੀ ਥਾਂ ਤੇਰਾ ਵਪਾਰ ਕੀਤਾ। ਤੂੰ ਆਪਣੇ ਆਪ ਨੂੰ ਦੋਸ਼ੀ ਸਮਝਣਾ ਬੰਦ ਕਰਕੇ ਇਸ ਇੱਕ ਤਰਫਾ ਸਮਾਜਿਕ ਕਾਨੂੰਨਾਂ ਦਾ ਮੁਕਾਬਲਾ ਕਰ। ਉਹਨੇ ਕੰਮੋਂ ਦੀ ਪਿੱਠ ਉੱਪਰ ਥਾਪੀ ਦੇ ਕੇ ਕਿਹਾ ਕਿ ਬਹਾਦਰ ਬਣ, ਮੈਂ ਤੈਨੂੰ ਉਹਨਾਂ ਲੋਕਾਂ ਦੇ ਕੋਲ ਨਹੀਂ ਭੇਜਾਂਗਾ। ਕੋਈ ਸੋਚ ਵਿਚਾਰ ਕੇ ਹੱਲ ਕੱਢਾਂਗੇ। ਮੈਂ ਤੇਰਾ ਪੂਰਾ ਸਾਥ ਦੇਵਾਂਗਾ। ਫਿਰ ਉਹਨੇ ਗੱਲ ਸ਼ੁਰੂ ਕੀਤੀ, ਸਾਰੇ ਸੰਸਾਰ ਦੇ ਪਸ਼ੂ ਪੰਛੀਆਂ ਵਿੱਚ ਨਾ ਹੀ ਇਸ ਤਰ੍ਹਾਂ ਕੋਈ ਮਾਦਾ ਦਾ ਵਪਾਰ ਕਰਦਾ ਹੈ, ਨਾ ਹੀ ਇਸ ਤਰ੍ਹਾਂ ਨਿਰਾਦਰ। ਦੁਨੀਆ ਦੇ ਸਾਰੇ ਨਰ ਮਰਦ ਤੋਂ ਬਗੈਰ ਮਾਦਾ ਨੂੰ ਆਪਣੀ ਮਰਦਾਨਾ ਖੂਬੀਆਂ ਨਾਲ ਪ੍ਰਭਾਵਿਤ ਕਰਕੇ ਉਹਦਾ ਮਨ ਜਿੱਤਦੇ ਹਨ। ਉਹਨੂੰ ਭਰੋਸਾ ਦਿਵਾਉਂਦੇ ਹਨ ਕਿ ਉਹਦਿਆਂ ਬੱਚਿਆਂ ਦਾ ਪਾਲਣ ਪੋਸ਼ਣ ਤੇ ਰਾਖੀ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਗੱਲ ਦਾ ਪੂਰਾ ਭਰੋਸਾ
ਹੋ ਜਾਣ ਉਪਰੰਤ ਮਾਦਾ ਉਹਨੂੰ ਆਪਣਾ ਸਾਥੀ ਬਣਾਉਂਦੀ ਹੈ। ਸ਼ੁਰੂਆਤੀ ਦੌਰ ਵਿੱਚ ਮਰਦ ਵੀ ਇਸੇ ਤਰ੍ਹਾਂ ਕਰਿਆ ਕਰਦੇ ਸਨ। ਉਹ ਕੰਮੋ ਨੂੰ ਅੱਜ ਤੋਂ ਸਦੀਆਂ ਪਹਿਲਾਂ ਦੀ ਗੱਲ ਸੁਣਾਉਂਦਾ ਤੇ ਕੰਮੋ ਉਸ ਸੀਨ ਨੂੰ ਸਦੀਆਂ ਪਹਿਲਾਂ ਦੇ ਰੂਪ 'ਚ ਕਲਪਨਾ 'ਚ ਹੀ ਦੇਖਦੀ ਹੈ। ਛੋਟੀਆਂ-ਛੋਟੀਆਂ ਪਹਾੜੀਆਂ ਤੇ ਘਣੇ ਜੰਗਲ ਵਿਚਕਾਰ ਇੱਕ ਪਗਡੰਡੀ ਉੱਪਰ ਇੱਕ ਜੰਗਲੀ ਮਰਦ ਤੇ ਔਰਤ ਜਾ ਰਹੇ ਹਨ। ਔਰਤ ਦੀ ਗੋਦ 'ਚ ਇੱਕ ਬੱਚਾ ਚੁੱਕਿਆ ਹੋਇਆ। ਅਚਾਨਕ ਜ਼ੋਰਦਾਰ ਮੀਂਹ ਆ ਜਾਂਦਾ ਹੈ। ਉਹ ਭੱਜ ਕੇ ਇੱਕ ਭਾਰੀ ਦਰਖਤ ਹੇਠਾਂ ਖੜੇ ਹੋ ਜਾਂਦੀ ਹੈ। ਦਰਖਤ ਉੱਪਰੋਂ ਪਾਣੀ ਦੀਆਂ ਧਾਰਾਂ ਹੇਠਾਂ ਆਉਣ ਲੱਗ ਜਾਂਦੀਆਂ। ਮੋਟੇ ਟਾਹਣਿਆਂ ਹੇਠਾਂ ਹੋ ਕੇ ਦਰਖਤ ਦੇ ਨਾਲ ਲੱਗ ਕੇ ਖੜੇ ਹੋ ਜਾਂਦੇ ਹਨ। ਮੀਂਹ ਦੇ ਨਾਲ ਤੇਜ਼ ਹਵਾ ਵੀ ਚੱਲ ਪੈਂਦੀ ਹੈ, ਜਿਸ ਨਾਲ ਉਹ ਦਰਖਤ ਦੇ ਹੇਠਾਂ ਹੋਣ ਦੇ ਬਾਵਜੂਦ ਭਿੱਜ ਰਹੇ ਸਨ। ਔਰਤ ਬੱਚਾ ਉਸ ਆਦਮੀ ਨੂੰ ਫੜਾ ਦਿੰਦੀ ਹੈ ਤੇ ਆਪ ਆਪਣੇ ਸਿਰ ਦੇ ਵਾਲ ਨਿਚੋੜਨ ਲੱਗ ਜਾਂਦੀ ਹੈ। ਕੁਝ ਚਿਰ ਪਿੱਛੋਂ ਇੱਕ ਹੋਰ ਜੰਗਲੀ ਆਦਮੀ ਉਸ ਦਰਖਤ ਵੱਲ ਨੂੰ ਭੱਜਿਆ ਹੁੰਦਾ ਹੈ। ਉਹਨਾਂ ਨੂੰ ਦੇਖ ਕੇ ਦਰਖਤ ਦੇ ਦੂਜੇ ਪਾਸੇ ਖੜਾ ਹੋ ਜਾਂਦਾ ਹੈ। ਬਾਰਿਸ਼ ਹੋਰ ਤੇਜ਼ ਹੋ ਗਈ। ਅਚਾਨਕ ਜੰਗਲ ਵਿੱਚੋਂ ਇੱਕ ਚਿੱਤਰਾ ਨਿਕਲ ਕੇ ਉਸ ਦਰਖਤ ਵੱਲ ਨੂੰ ਆਉਂਦਾ ਹੈ। ਔਰਤ ਤੇ ਮਰਦ ਦੋਨੋਂ ਉਹਨੂੰ ਦੇਖ ਕੇ ਸ਼ੋਰ ਮਚਾ ਕੇ ਉਹਨੂੰ ਡਰਾ ਕੇ ਪਿੱਛੇ ਮੋੜਨ ਦੀ ਕੋਸ਼ਿਸ਼ ਕਰਦੇ ਹੈ, ਪਰ ਚਿੱਤਰਾ ਅੱਗੇ ਵੱਧਦਾ ਆ ਰਿਹਾ। ਜਦੋਂ ਥੋੜੀ ਦੂਰ ਰਹਿ ਗਿਆ ਤਾਂ ਆਦਮੀ ਬੱਚਾ ਜ਼ਮੀਨ ਤੇ ਬਿਠਾ ਕੇ ਦਰਖਤ ਉੱਪਰ ਚੜ ਗਿਆ। ਚਿੱਤਰਾ ਬੱਚੇ ਵੱਲ ਨੂੰ ਤੇਜ਼ੀ ਨਾਲ ਵਧਿਆ ਤਾਂ ਔਰਤ ਦੋਵੇਂ ਬਾਹਾਂ ਚੌੜੀਆਂ ਕਰਕੇ ਬੱਚੇ ਤੇ ਚਿੱਤਰੇ ਵਿਚਕਾਰ ਖੜੀ ਹੋ ਗਈ। ਉਹ ਜ਼ੋਰ-ਜ਼ੋਰ ਨਾਲ ਕੂਕਾਂ ਮਾਰਨ ਲੱਗ ਪਈ। ਚਿੱਤਰਾ ਵੀ ਰੁਕ ਗਿਆ। ਉਹ ਔਰਤ ਉੱਪਰ ਨਜ਼ਰਾਂ ਟਿਕਾਈ ਖੜਾ ਸੀ। ਇਹ ਤੋਂ ਪਹਿਲਾਂ ਕਿ ਉਸ ਉੱਪਰ ਝਪਟ ਮਾਰਦਾ ਦੂਜੇ ਪਾਸੇ ਖੜਾ ਆਦਮੀ ਆ ਗਿਆ। ਉਹਨੇ ਦੋਨਾਂ ਹੱਥਾਂ 'ਚ ਪੱਥਰ ਸੀ। ਉਹਨੇ ਆਉਂਦਿਆਂ ਹੀ ਜ਼ੋਰ-ਜ਼ੋਰ ਨਾਲ ਚੀਖ ਕੇ ਉਹਦੇ ਦੋਨੋਂ ਪੱਥਰ ਮਾਰੇ ਤੇ ਔਰਤ ਨੂੰ ਧੱਕਾ ਦੇ ਕੇ ਉਹਦੀ ਥਾਂ ਆਪ ਬਾਹਾਂ ਚੌੜੀਆਂ ਕਰਕੇ ਖੜੋ ਗਿਆ। ਧੱਕੇ ਨਾਲ ਔਰਤ ਡਿੱਗ ਗਈ ਸੀ। ਉਸ ਆਦਮੀ ਨੇ ਬਿਜਲੀ ਦੀ ਫੁਰਤੀ ਨਾਲ ਉੱਠ ਕੇ ਚਿੱਤਰੇ ਉੱਪਰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਚਿੱਤਰੇ ਦਾ ਧਿਆਨ ਪਾਸੇ ਹੋ ਗਿਆ। ਮੌਕਾ ਤਾੜ ਕੇ ਉਸ ਔਰਤ ਨੇ ਵੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਦੋਨਾਂ ਦੇ ਸ਼ੋਰ ਤੇ ਪੱਥਰਾਂ ਦੀ ਮਾਰ ਨਾਲ ਘਬਰਾ ਕੇ ਉਹ ਪਿੱਛੇ ਹਟ ਗਿਆ, ਪਰ ਉਹਨਾਂ ਪੱਥਰ ਮਾਰਨੇ ਜਾਰੀ ਰੱਖੇ। ਅਖੀਰ ਚਿੱਤਰਾ ਜੰਗਲ ਵੱਲ ਨੂੰ ਚਲਾ ਗਿਆ, ਪਰ ਉਹ ਦੂਰ ਤੱਕ ਪੱਥਰ ਮਾਰਦੇ ਰਹੇ। ਬੱਚਾ ਜ਼ਮੀਨ ਤੇ ਬੈਠਾ ਰੋ ਰਿਹਾ ਸੀ। ਪਹਿਲੇ ਆਦਮੀ ਨੇ ਦਰਖਤ ਤੋਂ ਉਤਰ ਕੇ ਬੱਚਾ ਚੁੱਕ ਲਿਆ। ਚਿੱਤਰੇ ਦੇ ਚਲੇ ਜਾਣ ਪਿੱਛੋਂ ਔਰਤ ਮਾਣ ਤੇ ਪਿਆਰ ਨਾਲ ਉਸ ਵੱਲ ਦੇਖਦੀ ਹੋਈ ਉਹਦੇ ਸਾਹਮਣੇ ਖੜੀ ਹੋ ਕੇ ਆਪਣੀਆਂ ਨਜ਼ਰਾਂ ਝੁਕਾ ਕੇ ਉਹਦਾ ਧੰਨਵਾਦ ਕਰਦੀ ਹੈ। ਔਰਤ ਮੁੜ ਕੇ ਪਹਿਲੇ ਆਦਮੀ ਵੱਲ ਵੇਖਦੀ ਹੈ। ਗੁੱਸੇ ਤੇ ਨਫ਼ਰਤ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਅੱਗੇ ਵੱਧ ਕੇ ਉਹ ਤੋਂ ਬੱਚਾ ਖੋਹ ਲੈਂਦੀ ਹੈ ਤੇ ਜ਼ੋਰ ਨਾਲ ਦੂਜਾ ਹੱਥ ਉਹਦੀ ਛਾਤੀ ਤੇ ਮਾਰ ਕੇ ਪਿੱਛਾਂ ਧੱਕ ਦਿੰਦੀ ਹੈ। ਫਿਰ ਉਹ ਦੂਸਰੇ ਪਾਸੇ ਮੁੜ ਕੇ ਬੱਚਾ ਦੂਜੇ ਆਦਮੀ ਦੇ ਅੱਗੇ ਕਰਦੀ ਹੈ। ਉਹ ਤੋਂ ਬੱਚਾ ਲੈ ਕੇ ਛਾਤੀ ਨਾਲ ਲਾ ਲੈਂਦਾ ਹੈ। ਉਹ ਕਾਫੀ ਦੇਰ ਤੱਕ ਖੜੇ ਰਹਿੰਦੇ ਹੈ। ਬਾਰਿਸ਼ ਬੰਦ ਹੋ ਜਾਂਦੀ ਹੈ। ਉਹ ਔਰਤ ਦੂਸਰੇ ਆਦਮੀ ਨਾਲ ਚਲੀ ਜਾਂਦੀ ਹੈ। ਉਹ ਆਦਮੀ ਚੁੱਪਚਾਪ ਉੱਥੇ ਖੜਾ ਰਹਿੰਦਾ ਹੈ। ਫਿਰ ਹੌਲੀ-ਹੌਲੀ ਦੂਸਰੇ ਪਾਸੇ ਨੂੰ ਇਕੱਲਾ ਹੀ ਚੱਲ ਪੈਂਦਾ ਹੈ। ਅੰਗ 7ਵਾਂ। ਉਹ ਆਦਮੀ ਚੁੱਪ ਕਰ ਜਾਂਦਾ ਹੈ। ਕੰਮੋ ਦੇ ਵੀ ਖਿਆਲਾਂ ਦੀ ਲੜੀ ਟੁੱਟ ਜਾਂਦੀ ਹੈ। ਉਸ ਆਦਮੀ ਵੱਲ ਵੇਖਦੀ ਰਹਿੰਦੀ ਹੈ। ਕੁਝ ਚਿਰ ਚੁੱਪ ਰਹਿਣ ਪਿੱਛੋਂ ਉਹ ਫਿਰ ਗੱਲ ਸ਼ੁਰੂ ਕਰਦਾ ਹੈ। ਕੰਮੋ ਜੀ, ਉਸ ਸਮੇਂ ਅੱਜ ਵਾਲੀਆਂ ਗੱਲਾਂ ਨਹੀਂ ਚੱਲਦੀਆਂ ਸਨ। ਔਰਤ ਆਪਣੇ ਸਾਥੀ ਦੀ ਚੋਣ ਆਪਦੀ ਮਰਜ਼ੀ ਨਾਲ ਕਰਦੀ ਸੀ। ਉਹ ਚੋਣ ਕਰਨ 'ਚ ਪੂਰੀ ਤਰ੍ਹਾਂ ਅੱਜ ਦੀਆਂ ਬਾਕੀ ਸਾਰੀਆਂ ਅਦਾਵਾਂ ਪੂਰਨ ਰੂਪ 'ਚ ਆਜ਼ਾਦ ਸੀ। ਇੱਕ ਵਾਰ ਉਹਦੇ ਕਿਸੇ ਨਾਲ ਸੰਬੰਧ ਜੁੜ ਜਾਣ ਪਿੱਛੋਂ ਕਿਸੇ ਦੂਸਰੇ ਵੱਲ ਦੇਖਣਾ ਕੋਈ ਗੁਨਾਹ ਨਹੀਂ ਸੀ। ਨਾ ਹੀ ਉਸ ਆਦਮੀ ਦੇ ਧੋਖਾ ਦੇ ਜਾਣ ਜਾਂ ਨਿਕੰਮਾ ਨਿਕਲ ਜਾਣ ਪਿੱਛੋਂ ਆਪਣੀ ਜ਼ਿੰਦਗੀ ਬਰਬਾਦ ਹੋ ਗਈ ਸਮਝਦੀ ਸੀ। ਉਹ ਫਿਰ ਨਵੇਂ ਸਿਰੇ ਤੋਂ ਦੁਬਾਰਾ ਜ਼ਿੰਦਗੀ ਸ਼ੁਰੂ ਕਰਦੀ ਸੀ। ਇਹ ਚੱਕਰ ਇੱਕ ਵਾਰ ਜਾਂ ਕਈ ਵਾਰ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਨਾ ਹੀ ਇਸ ਗੱਲ ਨੂੰ ਮਾਂ-ਬਾਪ ਦੀ ਇੱਜ਼ਤ ਨਾਲ ਜੋੜ ਕੇ ਔਰਤ ਨੂੰ ਮਜਬੂਰ ਕਰਕੇ ਕਾਬੂ 'ਚ ਰੱਖਣ ਵਾਲੀਆਂ ਚਲਾਕੀਆਂ ਅਜੇ ਹੋਂਦ 'ਚ ਆਈਆਂ ਸਨ। ਬੱਚੇ ਦੀ ਪੂਰਨ ਰੂਪ 'ਚ ਮਾਲਕ ਉਹਦੀ ਮਾਂ ਹੁੰਦੀ ਸੀ। ਉਹਦਾ ਹਰ ਸਾਥੀ ਉਹਦਾ ਬਾਪ ਮੰਨਿਆ ਜਾਂਦਾ ਸੀ, ਕਿਉਂਕਿ ਔਰਤ ਦੀ ਖੁਸ਼ੀ ਹਾਸਲ ਕਰਨ ਲਈ ਬੱਚੇ ਤੇ ਮਾਂ ਦਾ ਦਿਲ ਜਿੱਤਣਾ ਜ਼ਰੂਰੀ ਹੁੰਦਾ ਸੀ। ਇਹ ਬੱਚਾ ਕਿਸ ਦਾ ਹੈ ਕੋਈ ਨਹੀਂ ਸੀ ਪੁੱਛ ਸਕਦਾ। ਬੱਚਾ ਸਿਰਫ ਮਾਂ ਦਾ ਹੀ ਹੁੰਦਾ ਸੀ। ਪਰ ਅੱਜ ਇੱਥੇ ਕੀ ਦਾ ਕੀ ਬਣ ਗਿਆ। ਔਰਤ ਕਿੱਥੋਂ ਕਿੱਥੇ ਪਹੁੰਚ ਗਈ ਹੈ। ਪਹਿਲੀਆਂ ਸਾਰੀਆਂ ਗੱਲਾਂ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਸੀ। ਹੁਣ ਵਾਲੀਆਂ ਮਨੁੱਖ ਦੀਆਂ ਬਣਾਈਆਂ ਹੋਈਆਂ ਨਕਲੀ ਹਨ, ਜੋ ਸਿਰਫ ਇਹਦੇ ਆਪਣੇ ਫਾਇਦੇ ਨੂੰ ਮੁੱਖ ਰੱਖ ਕੇ ਘੜੀਆਂ। ਇਸੇ ਕਰਕੇ ਇਹਦੇ ਚੋਰੀ ਛੁਪੇ ਉਲੰਘਣਾ ਅੱਜ ਵੀ ਜ਼ੋਰਾਂ ਤੇ ਹੈ। ਅਸੀਂ ਕਿਸੇ ਵੀ ਵਿਸ਼ੇ ਨੂੰ ਪ੍ਰਾਕਿਰਤਿਕ ਨਿਯਮਾਂ ਨੂੰ ਭੰਗ ਕਰਕੇ ਆਪਣੀ ਮਰਜ਼ੀ ਅਨੁਸਾਰ ਢਾਲ ਕੇ ਖੁਸ਼ੀ ਹਾਸਲ ਨਹੀਂ ਕਰ ਸਕਦੇ। ਇਸ ਤਰ੍ਹਾਂ ਅੱਜ ਦੀ ਔਰਤ ਤਾਂ ਪਰੇਸ਼ਾਨ ਹੈ ਹੀ, ਮਰਦ ਵੀ ਘੱਟ ਪਰੇਸ਼ਾਨ ਨਹੀਂ ਹੈ। ਅਸੀਂ ਆਪਣੀ ਮਰਜ਼ੀ ਅਨੁਸਾਰ ਔਰਤ ਦੀ ਸ਼ਕਤੀ ਤੇ ਹੱਕ ਨੂੰ ਮਾਰ ਕੇ ਕਦੀ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ। ਉਹ ਆਦਮੀ ਚੁੱਪ ਕਰ ਜਾਂਦਾ ਹੈ। ਕੁਝ ਚਿਰ ਬੈਠਾ ਸੋਚਦਾ ਰਹਿੰਦਾ ਹੈ। ਖੰਡਰ ਦੀਆਂ ਦਰਾੜਾਂ ਵਿੱਚੋਂ ਦੀ ਚਾਨਣ ਅੰਦਰ ਆ ਰਿਹਾ ਸੀ, ਜੋ ਸਵੇਰ ਹੋਣ ਦੀ ਨਿਸ਼ਾਨੀ ਸੀ। ਉਸ ਆਦਮੀ ਨੇ ਇੱਕ ਵੱਡੀ ਦਰਾੜ ਵਿੱਚੋਂ ਦੀ ਬਾਹਰ ਦੇਖਿਆ।
ਬਾਹਰ ਕਾਫੀ ਚਾਨਣ ਹੋ ਚੁੱਕਿਆ ਸੀ। ਫਿਰ ਉਹਨੇ ਕੰਮੋਂ ਨੂੰ ਕਿਹਾ, ਚਲੋ ਉੱਠੋ, ਆਪਣੇ ਕੱਪੜੇ ਪਹਿਨੋ, ਹੁਣ ਘਰ ਚੱਲਦੇ ਹਾਂ। ਅੱਜ ਤੋਂ ਤੂੰ ਸਾਡੇ ਘਰ ਹੀ ਰਿਹਾ ਕਰੇਂਗੀ। ਦੇਖੋ ਕੰਮੋ, ਜੇ ਰਾਤ ਮੈਂ ਇੱਥੇ ਨਾ ਹੁੰਦਾ ਤਾਂ ਹੁਣ ਰੇਲ ਦੀ ਪਟੜੀ ਉੱਤੇ ਤੇਰੇ ਸਰੀਰ ਦੇ ਟੁਕੜੇ ਹੀ ਨਜ਼ਰ ਆਉਂਦੇ। ਇਸ ਕਰਕੇ ਤੂੰ ਸਮਝ ਲੈ ਕਿ ਸਮਾਜ ਤੇ ਦੁਨੀਆ ਤੋਂ ਘਬਰਾ ਕੇ ਖੁਦਕੁਸ਼ੀ ਕਰਨ ਵਾਲੀ ਕੰਮੋਂ ਰਾਤ ਸੱਚਮੁੱਚ ਹੀ ਮਰ ਗਈ। ਤੂੰ ਹੁਣ ਇੱਕ ਨਵੀਂ ਕੰਮੋਂ ਏ, ਤੇਰਾ ਅੱਜ ਨਵਾਂ ਜਨਮ ਹੋਇਆ। ਇਸ ਕਰਕੇ ਤੂੰ ਅੱਜ ਤੋਂ ਪਿੱਛੋਂ ਨਾ ਸਮਾਜ ਤੋਂ ਤੇ ਨਾ ਦੁਨੀਆ ਤੋਂ ਤੇ ਨਾ ਹੀ ਮੌਤ ਤੋਂ ਡਰੇਂਗੀ। ਜਦੋਂ ਤੂੰ ਇੱਕ ਅਜਿਹੀ ਬੇਖੌਫ ਜ਼ਿੰਦਗੀ ਜਿਉਣਾ ਸ਼ੁਰੂ ਕਰੇਂਗੀ ਤਾਂ ਤੂੰ ਦੇਖੇਂਗੀ ਕਿ ਜਿਹੜੀਆਂ ਗੱਲਾਂ ਤੋਂ ਘਬਰਾ ਕੇ ਤੂੰ ਮਰਨ ਨਿਕਲੀ ਸੀ ਤੇ ਜੋ ਮੁਸ਼ਕਲਾਂ ਤੇ ਉਲਝਣਾਂ ਤੇਰੇ ਸਾਹਮਣੇ ਪਹਾੜ ਬਣ ਕੇ ਖੜੋ ਗਈਆਂ ਸਨ, ਕਿਸ ਤਰ੍ਹਾਂ ਤਿਣਕਿਆਂ ਵਾਂਗ ਉੱਡ ਜਾਣਗੀਆਂ। ਉਹ ਖੰਡਰ ਚੋਂ ਬਾਹਰ ਨਿਕਲੇ ਆਉਂਦੇ ਹਨ। ਚੜ੍ਹਦੇ ਵੱਲ ਸੂਰਜ ਦੀ ਰੌਸ਼ਨੀ ਹੌਲੀ ਹੌਲੀ ਉੱਪਰ ਉੱਠ ਰਹੀ ਹੈ। ਤੂਫਾਨ ਤੇ ਬਾਰਿਸ਼ ਦਾ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਹੈ। ਇਸ ਚਾਨਣ 'ਚ ਪਹਿਲੀ ਵਾਰ ਕੰਮੋਂ ਨੇ ਉਸ ਆਦਮੀ ਨੂੰ ਗੌਰ ਨਾਲ ਦੇਖਿਆ ਤੇ ਉਹ ਹੱਕੀ ਬੱਕੀ ਰਹਿ ਗਈ। ਹੈ, ਇਹ ਤਾਂ ਇੱਕਦਮ ਜਵਾਨ ਆਦਮੀ ਹੈ। ਕਿਹੋ ਜਿਹਾ ਰਿਸ਼ਟ ਪੁਸ਼ਟ ਤੇ ਤੰਦਰੁਸਤ ਸਰੀਰ ਹੈ। ਕਿੰਨੀਆਂ ਗਹਿਰੀਆਂ ਤੇ ਨਸ਼ੀਲੀਆਂ ਅੱਖਾਂ ਹਨ। ਸਾਰੀ ਰਾਤ ਮੈਂ ਐਵੇਂ ਹੀ ਸੋਚਦੀ ਰਹੀ ਕਿ ਇੰਨੀਆਂ ਸਮਝਦਾਰੀ ਦੀਆਂ ਗੱਲਾਂ ਕਰਨ ਵਾਲਾ ਕੋਈ ਬੁੱਢਾ ਠੇਰਾ ਬਜ਼ੁਰਗ ਆਦਮੀ ਹੋਏਗਾ। ਇੱਕ ਜ਼ਮਾਨਾ ਉਹਦੀਆਂ ਅੱਖਾਂ ਅੱਗੋਂ ਦੀ ਲੰਘਿਆ ਹੋਏਗਾ, ਤਾਂ ਹੀ ਤਾਂ ਕੋਈ ਇੰਨੀਆਂ ਗਹਿਰੀਆਂ ਗੱਲਾਂ ਕਰ ਸਕਦਾ ਹੈ ਤੇ ਜਾਣ ਸਕਦਾ ਹੈ। ਇਹਨੇ ਰਾਤ ਭਰ ਜੋ ਵੀ ਗੱਲਾਂ ਕੀਤੀਆਂ ਉਹ ਮੈਂ ਨਾ ਹੀ ਕਦੀ ਸੁਣੀਆਂ, ਨਾ ਹੀ ਇਹ ਤੋਂ ਪਹਿਲਾਂ ਕਿਸੇ ਕਿਤਾਬ 'ਚ ਪੜ੍ਹੀਆਂ। ਉਹ ਆਦਮੀ ਚੁੱਪਚਾਪ ਕੰਮੋਂ ਦੇ ਬਰਾਬਰ ਟਹਿਲਦਾ ਹੋਇਆ ਜਾ ਰਿਹਾ ਸੀ। ਕੰਮੋਂ ਵੱਲ ਉਹਨੇ ਸਿਰਫ ਇੱਕ ਵਾਰ ਦੇਖਿਆ ਸੀ, ਜਦੋਂ ਖੰਡਰ ਤੋਂ ਬਾਹਰ ਆਏ ਸੀ। ਫਿਰ ਉਹਦਾ ਕੰਮੋਂ ਵੱਲ ਕੋਈ ਧਿਆਨ ਨਹੀਂ ਸੀ। ਉਹ ਚਾਰੇ ਪਾਸੇ ਦੇਖਦਾ ਹੋਇਆ, ਸਵੇਰ ਦੇ ਨਜ਼ਾਰਿਆਂ ਦਾ ਆਨੰਦ ਲੈਂਦਾ ਹੋਇਆ ਬਿਲਕੁਲ ਸ਼ਾਂਤ ਭਾਵ ਨਾਲ ਤੁਰਿਆ ਜਾ ਰਿਹਾ ਸੀ। ਕੰਮੋਂ ਨੇ ਇੱਕ ਵਾਰ ਫਿਰ ਉਹਦੇ ਚਿਹਰੇ ਵੱਲ ਸ਼ੱਕੀ ਨਜ਼ਰ ਨਾਲ ਦੇਖਿਆ। ਫਿਰ ਉਹ ਸੋਚੀ ਪੈ ਗਈ ਕਿ ਇਉਂ ਕਿਉਂ ਲੱਗਦਾ। ਰਾਤ ਭਰ ਦੀ ਬੇਆਰਾਮੀ ਤੇ ਮੇਰੀ ਦਰਦ ਭਰੀ ਕਹਾਣੀ ਤਾਂ ਇਸ ਉੱਪਰ ਕੋਈ ਅਸਰ ਨਹੀਂ ਹੈ। ਕਿਤੇ ਕੋਈ ਧੋਖਾ ਤਾਂ ਨਹੀਂ ਹੋ ਰਿਹਾ ਮੇਰੇ ਨਾਲ। ਉਹ ਦੁਬਾਰਾ ਫਿਰ ਉਸ ਆਦਮੀ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ। ਫਿਰ ਵੀ ਉਹਦੀ ਸਮਝ 'ਚ ਕੁਝ ਨਹੀਂ ਆਉਂਦਾ। ਉਹ ਮਨ ਹੀ ਮਨ ਰਾਤ ਹੋਈਆਂ ਸਾਰੀਆਂ ਗੱਲਾਂ ਉੱਤੇ ਨਜ਼ਰ ਮਾਰ ਕੇ ਘੋਖਦੀ ਹੈ। ਉਹਨੂੰ ਕੋਈ ਵੀ ਗੱਲ ਹਲਕੀ ਫੁਲਕੀ ਜਾਂ ਝੂਠੀ ਨਜ਼ਰ ਨਹੀਂ ਆਉਂਦੀ। ਨਹੀਂ, ਇੰਨਾ ਡੂੰਘਾ ਤੇ ਹਮਦਰਦ ਕਿਸਮ ਦਾ ਇਹ ਆਦਮੀ ਧੋਖੇਬਾਜ਼ ਨਹੀਂ ਹੋ ਸਕਦਾ। ਫਿਰ ਸੋਚਦੀ ਹੈ, ਇਹਨੇ ਹੁਣੇ ਹੀ ਮੈਨੂੰ ਕਿੰਨੀ ਵੱਡੀ ਗੱਲ ਕਹੀ ਹੈ ਕਿ ਰਾਤ ਵਾਲੀ ਕੰਮੋਂ ਸੱਚਮੁੱਚ ਹੀ ਰਾਤ ਮਰ ਗਈ। ਤੂੰ ਇੱਕ ਨਵੀਂ ਕੰਮੋਂ ਹੈ। ਇਹ ਕੰਮੋਂ ਅੱਜ ਤੋਂ ਪਿੱਛੋਂ ਮੌਤ ਤੋਂ ਨਹੀਂ ਡਰੇਗੀ। ਇੱਕ ਛੋਟੀ ਮੋਟੀ ਗੱਲ ਨਹੀਂ ਹੈ ਤੇ ਨਾ ਹੀ ਕੋਈ ਸਧਾਰਨ ਆਦਮੀ ਅਜਿਹੀ ਗੱਲ ਕਰ ਸਕਦਾ ਹੈ। ਤੂੰ ਹੁਣੇ ਹੀ ਇਹਦੀ ਗੱਲ ਨੂੰ ਭੁਲਾ ਦਿੱਤਾ। ਤੂੰ ਡਰ ਗਈ। ਨਹੀਂ ਜਾ, ਨਹੀਂ ਜਾ। ਤੂੰ ਇਸ ਇਨਸਾਨ ਦੇ ਚਿਹਰੇ ਨੂੰ ਕੀ ਪੜ੍ਹ ਲਏਂਗੀ। ਇਹ ਤਾਂ ਬਹੁਤ ਹੀ ਗਹਿਰਾ, ਬੇਖੌਫ ਤੇ ਉੱਚੇ ਦਰਜੇ ਦਾ ਇਨਸਾਨ ਹੈ। ਕੰਮੋਂ ਤੇਰਾ ਆਪਣਾ ਦਿਲ ਤੇ ਦਿਮਾਗ ਹੀ ਬਹੁਤ ਛੋਟਾ ਹੈ, ਜਿਹੜਾ ਇਸ ਮਹਾਨ ਇਨਸਾਨ ਨੂੰ ਪੜ੍ਹਨ ਦੇ ਕਾਬਿਲ ਹੀ ਨਹੀਂ ਹੈ। ਤੈਨੂੰ ਜ਼ਿੰਦਗੀ 'ਚ ਕੋਈ ਚੱਜ ਦਾ ਆਦਮੀ ਮਿਲਿਆ ਹੀ ਨਹੀਂ ਹੈ। ਉਹ ਕਲਪਨਾ 'ਚ ਦੀਪ ਨੂੰ ਦੇਖਦੀ ਹੈ। ਖੁਦਗਰਜ਼ੀ ਤੇ ਹੋਛੇਪਨ ਤੋਂ ਬਗੈਰ ਹੋਰ ਕੁਝ ਵੀ ਨਹੀਂ ਸੀ। ਫਿਰ ਉਹ ਬਿਹਾਰੀ ਨੂੰ ਦੇਖਦੀ ਹੈ। ਪੈਸੇ ਦੇ ਲਾਲਚ ਤੇ ਕਮੀਨਗੀ ਤੋਂ ਬਗੈਰ ਉਹਨੂੰ ਹੋਰ ਕੁਝ ਨਹੀਂ ਦਿਸਦਾ। ਬੇਗੈਰਤ ਇਨਸਾਨ। ਉਹ ਨਫ਼ਰਤ ਨਾਲ ਥੁੱਕ ਦਿੰਦੀ ਹੈ। ਫਿਰ ਉਹ ਆਦਮੀ ਦੇ ਚਿਹਰੇ ਨੂੰ ਸਤਿਕਾਰ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ। ਕਿੰਨਾ ਸ਼ਾਂਤ ਤੇ ਪ੍ਰਭਾਵਸ਼ਾਲੀ ਇਨਸਾਨ ਹੈ। ਇਹਦੇ ਬਰਾਬਰ ਜਾਂਦਿਆਂ ਮਨ 'ਚ ਫਖਰ ਮਹਿਸੂਸ ਹੁੰਦਾ ਹੈ। ਮਾਣ ਨਾਲ ਸਿਰ ਆਪਣੇ ਆਪ ਹੀ ਉੱਚਾ ਹੋ ਗਿਆ ਹੈ। ਇਉਂ ਲੱਗਦਾ ਜਿਵੇਂ ਇਸ ਦਾ ਸਾਥ ਹੋਣ ਦੇ ਕਾਰਨ ਮੇਰੇ ਆਪਣੇ ਸਰੀਰ ਦੀ ਤਾਕਤ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੋਵੇ। ਅੰਦਰੋਂ ਸਾਰੇ ਡਰ ਭੈ ਨਿਕਲ ਗਏ ਹੋਣ। ਕਾਸ਼ ਇਹ ਆਦਮੀ ਇਕੱਲਾ ਹੀ ਹੋਵੇ ਤੇ ਮੈਨੂੰ ਆਪਣੇ ਘਰ ਹੀ ਰੱਖ ਲਏ। ਆਮ ਕਰਕੇ ਦੇਖਿਆ ਕਿ ਅਜਿਹੇ ਚਿੰਤਕ ਤੇ ਗੰਭੀਰ ਕਿਸਮ ਦੇ ਲੋਕ ਛੇਤੀ ਸ਼ਾਦੀ ਨਹੀਂ ਕਰਦੇ। ਆਮ ਕਰਕੇ ਇਕੱਲੇ ਰਹਿਣਾ ਹੀ ਪਸੰਦ ਕਰਦੇ ਆ। ਹੋ ਸਕਦਾ ਇਹਨੇ ਵੀ ਹਾਲੇ ਸ਼ਾਦੀ ਨਾ ਕੀਤੀ ਹੋਵੇ ਤੇ ਇਕੱਲਾ ਹੀ ਹੋਵੇ। ਜੇ ਅਜਿਹਾ ਹੋਇਆ ਤਾਂ ਬਗੈਰ ਹੋਰ ਸਮਾਂ ਬਰਬਾਦ ਕੀਤੇ ਇਹਨੂੰ ਸਾਫ਼ ਸ਼ਬਦਾਂ 'ਚ ਕਹਿ ਦਿਆਂਗੀ, ਮੈਂ ਇਹਨੂੰ ਨਹੀਂ ਛੱਡਾਂਗੀ ਕਿਸੇ ਵੀ ਹਾਲਤ ਵਿੱਚ। ਮੈਂ ਇਹ ਹੱਥ ਆਇਆ ਸੁਨਹਿਰੀ ਮੌਕਾ ਹੱਥੋਂ ਨਹੀਂ ਨਿਕਲਣ ਦੇਵਾਂਗੀ, ਚਾਹੇ ਕਿਸੇ ਝੌਂਪੜੀ 'ਚ ਹੀ ਕਿਉਂ ਨਾ ਰਹਿੰਦਾ ਹੋਵੇ। ਮੈਨੂੰ ਲੋੜ ਨਹੀਂ ਬੰਗਲਿਆਂ ਦੀ, ਨਾ ਜਾਇਦਾਦਾਂ ਦੀ। ਉਹ ਕਲਪਨਾ 'ਚ ਆਪਣੇ ਆਪ ਨੂੰ ਉਹਦੀ ਪਤਨੀ ਦੇ ਰੂਪ 'ਚ ਦੇਖਦੀ ਹੈ ਤੇ ਸੋਚਦੀ ਹੈ ਕਿ ਕਿੰਨੀ ਸੁਆਦੀ ਤੇ ਆਨੰਦਮਈ ਹੋਏਗੀ ਜ਼ਿੰਦਗੀ ਇਸ ਇਨਸਾਨ ਦੇ ਨਾਲ। ਉਹ ਆਪਣੇ ਅੰਦਰ ਬਹੁਤ ਸਰੂਰ ਅਨੁਭਵ ਕਰਦੀ ਹੈ। ਅਚਾਨਕ ਉਹਦਾ ਦਿਲ ਧੱਕ ਕਰਕੇ ਰਹਿ ਗਿਆ। ਉਹਦੀਆਂ ਸਾਰੀਆਂ ਆਸਾਂ ਉੱਪਰ ਪਾਣੀ ਫਿਰ ਗਿਆ। ਫਿਰ ਉਹਨੇ ਸੋਚਿਆ ਕਿ ਮੇਰੇ ਜਿਹੀ ਪਤਿਤ ਲੜਕੀ ਨੂੰ ਆਪਣੇ ਘਰ ਕਿਉਂ ਰੱਖੇਗਾ। ਮੈਂ ਬਗੈਰ ਸੋਚੇ ਸਮਝੀ ਇਹਦੇ ਅੱਗੇ ਸਭ ਕੁਝ ਢੇਰੀ ਕਰ ਦਿੱਤਾ। ਉਹ ਪਛਤਾਉਣ ਲੱਗ ਪਈ ਕਿ ਮੈਂ ਅਜਿਹਾ ਪਹਿਲਾਂ ਕਿਉਂ ਨਾ ਸੋਚਿਆ। ਜ਼ਿੰਦਗੀ 'ਚ ਹੱਥ ਆਇਆ ਇਹ ਸੁਨਹਿਰੀ ਮੌਕਾ ਆਪਣੀ ਬੇਵਕੂਫੀ ਦੇ ਕਾਰਨ ਗਵਾ ਲਿਆ। ਉਹ ਉਦਾਸ ਹੋ ਗਈ। ਫਿਰ ਉਹ ਆਪਣੇ ਆਪ ਨੂੰ ਢਾਰਸ ਦੇਣ ਲੱਗ ਪਈ। ਇਹ ਅਜਿਹੀਆਂ ਗੱਲਾਂ ਸੋਚਣ ਵਾਲਾ ਆਦਮੀ ਨਹੀਂ ਹੈ।
ਇਹਨੇ ਮੇਰੀ ਗੱਲ ਸੁਣ ਕੇ ਮੇਰੇ 'ਚ ਕੋਈ ਕਸੂਰ ਨਹੀਂ ਕੱਢਿਆ, ਉਲਟਾ ਮਰਦ ਨੂੰ ਹੀ ਦੋਸ਼ੀ ਮੰਨਿਆ। ਨਹੀਂ ਨਹੀਂ, ਅਜਿਹੀਆਂ ਗੱਲਾਂ ਨੂੰ ਮੰਨਣ ਵਾਲਾ ਆਦਮੀ ਨਹੀਂ ਹੈ। ਇਹ ਮੇਰਾ ਪੂਰਾ ਹਮਦਰਦ ਹੈ, ਇਹ ਜ਼ਰੂਰ ਮੰਨ ਜਾਏਗਾ, ਇਹ ਮੇਰਾ ਦਿਲ ਨਹੀਂ ਤੋੜੇਗਾ। ਨਾਲੇ ਉਹ ਕੰਮੋਂ ਤਾਂ ਰਾਤ ਮਰ ਗਈ ਹੈ, ਮੈਂ ਤਾਂ ਰਾਤ ਮਰ ਗਈ ਹਾਂ, ਮੈਂ ਤਾਂ ਨਵੀਂ ਕੰਮੋਂ ਆ। ਇਹਨੇ ਇਹ ਗੱਲ ਆਪ ਹੀ ਕਹੀ ਸੀ। ਉਹ ਖੁਸ਼ ਹੋ ਜਾਂਦੀ ਹੈ। ਕੰਮੋਂ ਆਪਣੇ ਮਨ 'ਚ ਸੁਪਨਿਆਂ ਦੀ ਦੁਨੀਆ 'ਚ ਖੋਈ ਹੋਈ ਸੀ ਕਿ ਉਸ ਆਦਮੀ ਨੇ ਇੱਕ ਮਕਾਨ ਅੱਗੇ ਖੜੋ ਕੇ ਘੰਟੀ ਵਜਾਈ। ਕੰਮੋਂ ਦੇ ਖਿਆਲਾਂ ਦੀ ਲੜੀ ਟੁੱਟ ਗਈ। ਉਹਨੇ ਮਕਾਨ ਵੱਲ ਵੇਖਿਆ। ਦਰਮਿਆਨੇ ਦਰਜੇ ਦਾ ਇੱਕ ਸਾਫ਼ ਸੁਥਰਾ ਖੁੱਲ੍ਹਾ ਡੁੱਲਾ ਮਕਾਨ ਸੀ। ਇੱਕ ਬਹੁਤ ਹੀ ਖੂਬਸੂਰਤ ਗੁਲਾਬੀ ਚਿਹਰੇ ਵਾਲੀ ਪ੍ਰਭਾਵਸ਼ਾਲੀ ਔਰਤ ਦਰਵਾਜ਼ਾ ਖੋਲ੍ਹਦੀ ਹੈ ਤੇ ਮੁਸਕਰਾ ਕੇ ਉਹਦਾ ਸਵਾਗਤ ਕਰਨ ਪਿੱਛੋਂ ਪੁੱਛਦੀ ਹੈ, ਅੱਜ ਤਾਂ ਸਾਰੀ ਰਾਤ ਹੀ ਬਾਹਰ ਗੁਜ਼ਾਰ ਦਿੱਤੀ। ਮੈਂ ਅੱਧੀ ਰਾਤ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਸ਼ਾਇਦ ਸਾਰੀ ਰਾਤ ਨਾ ਗੁਜ਼ਾਰਦਾ, ਕੰਮੋਂ ਵੱਲ ਇਸ਼ਾਰਾ ਕਰਕੇ, ਜੇ ਮੈਨੂੰ ਇਹ ਨਾ ਮਿਲੀ ਹੁੰਦੀ। ਔਰਤ ਕੰਮੋਂ ਵੱਲ ਮੁਸਕਰਾ ਕੇ ਵੇਖਦੀ ਹੈ ਤੇ ਸਵਾਗਤ ਕਰਦੀ ਹੈ, ਪਰ ਉਹਨੂੰ ਪੁੱਛਦੀ ਕੁਛ ਨਹੀਂ। ਉਸ ਆਦਮੀ ਦੇ ਨਾਲ ਹੀ ਅੰਦਰ ਜਾ ਕੇ ਡਰਾਇੰਗ ਰੂਮ 'ਚ ਬੈਠ ਜਾਂਦੇ ਹਨ। ਥੋੜ੍ਹੇ ਚਿਰ ਪਿੱਛੇ ਇੱਕ ਨੌਜਵਾਨ ਲੜਕਾ ਤੇ ਲੜਕੀ ਅੰਦਰ ਆਉਂਦੇ ਹਨ। ਦੋਵੇਂ ਵਾਰੀ-ਵਾਰੀ ਕੰਮੋਂ ਨੂੰ ਤੇ ਉਸ ਆਦਮੀ ਨੂੰ ਨਮਸਕਾਰ ਕਰਦੇ ਹਨ, ਬਾਹਰ ਚਲੇ ਜਾਂਦੇ ਹਨ। ਇਸ ਤੋਂ ਤੁਰੰਤ ਪਿੱਛੋਂ ਦੋ ਬੱਚੇ ਅੰਦਰ ਆਉਂਦੇ ਹਨ। ਉਹ ਦੋਨੋਂ ਹੱਥ ਜੋੜ ਕੇ ਕੰਮੋਂ ਨੂੰ ਨਮਸਕਾਰ ਕਰਨ ਪਿੱਛੋਂ ਉਸ ਆਦਮੀ ਨੂੰ ਵੀ ਨਮਸਕਾਰ ਕਰਕੇ ਉਹਦੀ ਗੋਦ 'ਚ ਬੈਠ ਜਾਂਦੇ ਹਨ। ਉਹ ਆਦਮੀ ਉਹਨਾਂ ਨੂੰ ਪਿਆਰ ਦਿੰਦਾ ਹੈ। ਇਸ ਤਰ੍ਹਾਂ ਪਿਆਰ ਭਰੀ ਮਿਲਣੀ ਕਰਕੇ ਉਹ ਵੀ ਚਲੇ ਜਾਂਦੇ ਹਨ। ਗੇਟ ਉੱਪਰ ਸਵਾਗਤ ਕਰਨ ਲਈ ਔਰਤ ਇੱਕ ਟਰੇ 'ਚ 2 ਕੱਪ ਚਾਹ ਲੈ ਕੇ ਅੰਦਰ ਆਉਂਦੀ ਹੈ। ਉਹ ਟਰੇ ਮੇਜ਼ ਉੱਪਰ ਰੱਖ ਕੇ ਚੁੱਪਚਾਪ ਵਾਪਸ ਚਲੀ ਜਾਂਦੀ ਹੈ। ਕੰਮੋਂ ਬੈਠੀ ਬੜੀ ਹੈਰਾਨੀ ਨਾਲ ਸਭ ਕੁਝ ਦੇਖਦੀ ਰਹਿੰਦੀ ਹੈ। ਆਖਰ ਉਹ ਝਿਜਕਦਿਆਂ ਹੋਇਆਂ ਉਸ ਆਦਮੀ ਨੂੰ ਪੁੱਛ ਹੀ ਲੈਂਦੀ ਹੈ, ਇਹ ਜੋ ਚਾਹ ਰੱਖ ਕੇ ਗਈ ਹੈ ਤੁਹਾਡੀ ਕੀ ਲੱਗਦੀ ਹੈ? ਆਦਮੀ ਥੋੜਾ ਜਿਹਾ ਮੁਸਕਰਾ ਕੇ, ਇਹ ਮੇਰੀ ਪਤਨੀ ਹੈ। ਇਹ ਜੋ ਨੌਜਵਾਨ ਲੜਕਾ ਤੇ ਲੜਕੀ ਆਏ ਸੀ, ਮੇਰਾ ਲੜਕਾ ਤੇ ਨੂੰਹ ਹੈ। ਇਸ ਤੋਂ ਪਿੱਛੋਂ ਜੋ 2 ਬੱਚੇ ਆਏ ਸੀ, ਉਹ ਮੇਰਾ ਪੋਤਾ ਤੇ ਪੋਤੀ ਹੈ, ਮੇਰਾ ਪਰਿਵਾਰ ਹੈ। ਉਹਦੀ ਗੱਲ ਸੁਣ ਕੇ ਕੰਮੋਂ ਹੈਰਾਨ ਰਹਿ ਜਾਂਦੀ ਹੈ। ਇਸੇ ਪਰੇਸ਼ਾਨੀ 'ਚੋਂ ਕਹਿੰਦੀ ਹੈ, ਇਹ ਤੁਹਾਡਾ ਸਗਾ ਪਰਿਵਾਰ ਹੈ ਕਿ ਕਿਸੇ? ਉਹ ਆਦਮੀ ਉਹਦੀ ਗੱਲ ਵਿੱਚ ਘਰ ਹੀ ਟੋਕ ਕੇ ਕਹਿੰਦਾ, ਨਹੀਂ, ਇਹ ਮੇਰਾ ਆਪਣਾ ਹੀ ਪਰਿਵਾਰ ਹੈ। ਅਸੀਂ ਕੁੱਲ 6 ਮੈਂਬਰ ਹਾਂ ਪਰਿਵਾਰ ਵਿੱਚ। ਕੰਮੋਂ ਅੰਦਰ ਤੱਕ ਹਿੱਲ ਜਾਂਦੀ ਹੈ। ਇਸੇ ਘਬਰਾਹਟ ਵਿੱਚ ਉਹ ਕਹਿੰਦੀ ਹੈ, ਪਰ ਤੁਸੀਂ ਦੇਖਣ 'ਚ ਤਾਂ ਇੰਨੀ ਉਮਰ ਦੇ ਨਹੀਂ ਲੱਗਦੇ। ਉਹ ਆਦਮੀ ਕੁਝ ਚਿਰ ਮੁਸਕਰਾਉਂਦਾ ਹੋਇਆ ਕੰਮੋਂ ਵੱਲ ਵੇਖਦਾ ਰਹਿੰਦਾ, ਫਿਰ ਕਹਿੰਦਾ, ਮੇਰੀ ਉਮਰ ਇਸ ਸਮੇਂ 60 ਸਾਲ ਦੀ ਹੈ। ਕੰਮੋਂ ਸ਼ੱਕੀ ਨਜ਼ਰ ਨਾਲ ਉਸ ਵੱਲ ਵੇਖਦੀ ਹੈ ਤੇ ਪੁੱਛਦੀ ਹੈ, ਕਿਤੇ ਤੁਸੀਂ ਮੈਨੂੰ ਮਜ਼ਾਕ ਤਾਂ ਨਹੀਂ ਕਰ ਰਹੇ? ਨਹੀਂ, ਇਹ ਮਜ਼ਾਕ ਨਹੀਂ, ਸਭ ਕੁਝ ਸੱਚ ਹੈ। ਇਹ ਸਾਰਾ ਕੁਝ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ? ਇਹ ਬਹੁਤ ਗਹਿਰੀ ਤੇ ਲੰਮੀ ਚੌੜੀ ਗੱਲਬਾਤ ਹੈ। ਹੌਲੀ ਹੌਲੀ ਤੈਨੂੰ ਵੀ ਇਹ ਸਾਰਾ ਕੁਝ ਸਮਝਾਇਆ ਤੇ ਸਿਖਾਇਆ ਜਾਏਗਾ, ਪਰ ਇਸ ਸਮੇਂ ਅੰਦਰ ਜਾ ਕੇ ਨਹਾ ਧੋ ਕੇ ਰੋਟੀ ਖਾ ਤੇ ਆਰਾਮ ਕਰ। ਉਹ ਆਵਾਜ਼ ਮਾਰ ਕੇ ਆਪਣੀ ਘਰਵਾਲੀ ਨੂੰ ਬੁਲਾ ਲੈਂਦਾ ਤੇ ਫਿਰ ਉਹਨੂੰ ਸਾਰਾ ਕੁਝ ਸਮਝਾ ਕੇ ਕੰਮੋਂ ਨੂੰ ਉਸ ਨਾਲ ਅੰਦਰ ਭੇਜ ਦਿੰਦਾ ਹੈ। ਕੰਮੋਂ ਵੀ ਉੱਠ ਕੇ ਉਹਦੇ ਪਿੱਛੇ ਪਿੱਛੇ ਚੱਲ ਪੈਂਦੀ ਹੈ, ਖਾ ਪੀ ਕੇ ਸੌਂ ਜਾਂਦੀ ਹੈ। ਕੰਮੋਂ ਦੇ ਸੌਂ ਜਾਣ ਪਿੱਛੋਂ ਆਦਮੀ ਅੰਦਰ ਜਾ ਕੇ ਆਪਣੇ ਪਰਿਵਾਰ ਨੂੰ ਕੰਮੋਂ ਦੀ ਸਾਰੀ ਕਹਾਣੀ ਦੱਸਦਾ ਹੈ। ਆਖਿਰ 'ਚ ਉਹ ਕਹਿੰਦਾ ਹੈ ਕਿ ਅੱਜ ਤੋਂ ਆਪਣੇ ਘਰ 'ਚ ਹੀ ਰਿਹਾ ਕਰੇਗੀ। ਉਸ ਤੋਂ ਕੰਮੋਂ ਬਾਰੇ ਸਾਰੀ ਕਹਾਣੀ ਸੁਣ ਕੇ ਉਹਦੇ ਪਰਿਵਾਰ ਦੇ ਮੈਂਬਰ ਬਹੁਤ ਹੀ ਦੁੱਖ ਅਨੁਭਵ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਬਹੁਤ ਹੀ ਚੰਗਾ ਕੀਤਾ, ਵਿਚਾਰੀ ਦੀ ਜਾਨ ਬਚ ਗਈ। ਕੋਈ ਗੱਲ ਨਹੀਂ, ਅੱਜ ਤੋਂ ਇਹ ਵੀ ਆਪਣੇ ਪਰਿਵਾਰ ਦੀ ਮੈਂਬਰ ਹੈ। ਉਹ ਇੱਕ ਅਲੱਗ ਕਮਰਾ ਕੰਮੋਂ ਨੂੰ ਦਿੰਦੇ ਹਨ। ਉਸ 'ਚ ਚਲੀ ਜਾਂਦੀ ਹੈ। ਛੋਟਾ ਜਿਹਾ ਬਹੁਤ ਹੀ ਸਾਫ਼ ਸੁਥਰਾ ਕਮਰਾ ਹੈ, ਜਿਸ 'ਚ ਇੱਕ ਬੈੱਡ ਤੇ ਬਾਕੀ ਲੋੜ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਹਨ। ਕੰਮੋਂ ਦਰਵਾਜ਼ਾ ਬੰਦ ਕਰਕੇ ਘਰ ਵਾਂਗ ਹੀ ਬੇਫਿਕਰੀ ਨਾਲ ਸੌਂ ਜਾਂਦੀ ਹੈ। ਕਈ ਘੰਟੇ ਸੁੱਤੀ ਰਹਿਣ ਪਿੱਛੋਂ ਜਦੋਂ ਉਹਦੀਆਂ ਅੱਖਾਂ ਖੁੱਲ੍ਹਦੀਆਂ ਤਾਂ ਉਹ ਇਹਨਾਂ ਨਵੀਆਂ ਵਾਪਰੀਆਂ ਘਟਨਾਵਾਂ ਬਾਰੇ ਸੋਚਣ ਲੱਗ ਜਾਂਦੀ ਹੈ। ਜਿਹੋ ਜਿਹਾ ਉਹ ਆਦਮੀ ਆਪ ਹੈ, ਉਹੋ ਜਿਹਾ ਹੀ ਸਾਰਾ ਪਰਿਵਾਰ ਹੈ। ਕਿੰਨੀ ਸ਼ਾਂਤੀ ਮਿਲੀ ਹੈ ਮੈਨੂੰ ਇਸ ਘਰ 'ਚ ਆ ਕੇ, ਅਤੇ ਕਿੰਨਾ ਹੌਸਲਾ ਵਧਿਆ ਇਸ ਆਦਮੀ ਨੂੰ ਮਿਲ ਕੇ। ਉਹ ਹੈਰਾਨ ਹੋ ਕੇ ਸਾਰੀਆਂ ਗੱਲਾਂ ਸੋਚਦੀ ਹੈ ਕਿ ਅਜੇ ਤਾਂ ਮੈਂ ਇਹਨਾਂ ਬਾਰੇ ਕੁਝ ਵੀ ਨਹੀਂ ਜਾਣਦੀ, ਅਜੇ ਤਾਂ ਮੁੱਢਲੀ ਜਾਣ ਪਛਾਣ ਵੀ ਚੰਗੀ ਤਰ੍ਹਾਂ ਨਹੀਂ ਹੋਈ। ਇਹ ਅਜੀਬੋ ਗਰੀਬ ਜਿਹੀ ਕਿਸਮ ਦੇ ਬੜੇ ਗੁੱਝੇ ਜਿਹੇ ਲੋਕ ਹਨ। ਕਿੱਥੇ ਬਿਹਾਰੀ ਲਾਲ ਦਾ ਘਰ, ਕਿੱਥੇ ਇਹ ਘਰ, ਜ਼ਮੀਨ ਅਸਮਾਨ ਦਾ ਫਰਕ ਦੋਨਾਂ ਘਰਾਂ 'ਚ। ਇੱਥੇ ਆ ਕੇ ਇਉਂ ਲੱਗਦਾ ਜਿਵੇਂ ਮੈਂ ਕਿਸੇ ਪਵਿੱਤਰ ਅਸਥਾਨ ਜਾਂ ਮੰਦਿਰ 'ਚ ਠਹਿਰੀ ਹੋਵਾਂ। ਫਿਰ ਉਹ ਉੱਠ ਕੇ ਬੈਠ ਜਾਂਦੀ ਹੈ। ਉਹਦੇ ਮਨ 'ਚ ਕੁਝ ਹੋਰ ਜਾਣਨ ਦੀ ਉਤਸੁਕਤਾ ਪੈਦਾ ਹੁੰਦੀ ਹੈ। ਉਹ ਦੁਬਾਰਾ ਮੂੰਹ ਧੋ ਕੇ ਸਿੱਧੀ ਉਸ ਆਦਮੀ ਦੇ ਕਮਰੇ 'ਚ ਚਲੀ ਜਾਂਦੀ ਹੈ। ਕੰਮੋਂ ਦੇ ਕਮਰੇ 'ਚ ਆਉਂਦੀ ਹੈ। ਉਹ ਬੈੱਡ ਉੱਪਰ ਅੱਖਾਂ ਮੀਟੀ ਪਿਆ ਟੇਪ ਰਿਕਾਰਡ ਤੇ ਇੱਕ ਬਹੁਤ ਹੀ ਮਸ਼ਹੂਰ ਗਾਇਕ ਦੀ ਗਾਈ ਹੋਈ ਗਜ਼ਲ ਦਾ ਆਨੰਦ ਮਾਣ ਰਿਹਾ। ਕੰਮੋਂ ਦੇ ਆਉਣ ਦਾ ਖੜਾਕ ਸੁਣ ਕੇ ਉਹਨੇ ਅੱਖਾਂ ਖੋਲ੍ਹੀਆਂ ਤੇ ਟੇਪ ਰਿਕਾਰਡਰ ਬੰਦ ਕਰ ਦਿੱਤਾ। ਉੱਠ ਕੇ ਬੈਠ ਗਿਆ। ਕੰਮੋਂ ਵੀ ਇੱਕ ਕੁਰਸੀ ਉੱਤੇ ਬੈਠ ਗਈ। ਕੰਮੋਂ ਬਹੁਤ ਸ਼ਸ਼ੋਪੰਜ ਜਿਹੀ 'ਚ ਪਈ ਹੋਈ ਪਰੇਸ਼ਾਨ ਲੱਗ ਰਹੀ ਸੀ। ਉਹਨੇ ਗੌਰ ਨਾਲ ਕੰਮੋਂ ਦੇ ਚਿਹਰੇ ਵੱਲ ਦੇਖ ਕੇ ਪੁੱਛਿਆ, ਕੀ ਸੋਚ ਰਹੀ ਹੈ? ਬੜੀ ਪਰੇਸ਼ਾਨ ਲੱਗ ਰਹੀ ਹੈ। ਜੀ, ਮੈਂ ਜਦੋਂ ਦੀ ਤੁਹਾਡੇ ਘਰ ਆਈ ਹਾਂ ਬਹੁਤ ਪਰੇਸ਼ਾਨ ਹਾਂ।
ਮੈਂ ਆਪਣੀ ਅੱਜ ਤੱਕ ਦੀ ਜ਼ਿੰਦਗੀ 'ਚ ਤੁਹਾਡੇ ਵਰਗੇ ਲੋਕਾਂ ਨੂੰ ਪਹਿਲਾਂ ਕਦੇ ਨਹੀਂ ਵੇਖਿਆ। ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਇਸੇ ਧਰਤੀ ਤੇ ਰਹਿਣ ਵਾਲੇ ਇਨਸਾਨ ਹੋ, ਜਿਵੇਂ ਕਿਸੇ ਦੂਸਰੀ ਧਰਤੀ ਤੇ ਰਹਿਣ ਵਾਲੇ ਲੋਕ ਹੋ। ਹੁਣ ਤੱਕ ਕਿਸੇ ਨੇ ਵੀ ਮੇਰੇ ਬਾਰੇ ਨਹੀਂ ਪੁੱਛਿਆ, ਜਿਵੇਂ ਮੇਰਾ ਤੁਹਾਡੇ ਨਾਲ ਆਉਣਾ ਹੀ ਇਹਨਾਂ ਲਈ ਕਾਫੀ ਹੋਵੇ। ਸਾਰੇ ਮੇਰੇ ਨਾਲ ਅਜਿਹਾ ਸਲੂਕ ਕਰ ਰਹੇ ਹਨ ਜਿਵੇਂ ਇੱਥੇ ਚਿਰਾਂ ਤੋਂ ਰਹਿਣ ਵਾਲੀ ਇਸੇ ਪਰਿਵਾਰ ਦੀ ਮੈਂਬਰ ਹੋਵਾਂ। ਸਾਰਿਆਂ ਨਾਲੋਂ ਵੱਧ ਹੈਰਾਨੀ ਮੈਨੂੰ ਤੁਹਾਡੀ ਤੇ ਮਾਤਾ ਜੀ ਦੀ ਸਿਹਤ ਨੂੰ ਵੇਖ ਕੇ ਹੋਈ ਹੈ। ਤੁਹਾਡੇ ਦੋਨਾਂ 'ਚੋਂ ਕੋਈ ਵੀ ਇੰਨੀ ਉਮਰ ਦਾ ਨਹੀਂ ਲੱਗਦਾ ਕਿ ਉਹ ਪੋਤੇ ਪੋਤੀਆਂ ਵਾਲਾ ਹੋਵੇ। ਮੈਂ ਸਮਝਦੀ ਹਾਂ ਕਿ ਮੈਂ ਅੱਜ ਤੱਕ ਜਿਸ ਮਾਹੌਲ 'ਚ ਜੀਵਨ ਗੁਜ਼ਾਰਿਆ ਹੈ, ਮੈਨੂੰ ਉਹੋ ਜਿਹਾ ਗਿਆਨ ਹੀ ਹਾਸਲ ਹੋਣਾ ਸੀ। ਇਸ ਕਰਕੇ ਗੱਲਾਂ ਛੇਤੀ ਕੀਤੀਆਂ ਮੇਰੀ ਸਮਝ 'ਚ ਆਉਣ ਵਾਲੀਆਂ ਨਹੀਂ। ਫਿਰ ਵੀ ਕਿਰਪਾ ਕਰਕੇ ਮੈਨੂੰ ਥੋੜ੍ਹਾ ਬਹੁਤ ਜ਼ਰੂਰ ਦੱਸੋ, ਮੇਰੀ ਕੁਝ ਤਾਂ ਪਰੇਸ਼ਾਨੀ ਦੂਰ ਹੋਵੇ। ਉਹ ਆਦਮੀ ਬਹੁਤ ਹੀ ਗੰਭੀਰਤਾ ਨਾਲ ਉਹਦੀ ਗੱਲ ਸੁਣਦਾ ਰਿਹਾ। ਫਿਰ ਉਹਨੇ ਕਿਹਾ, ਸੁਣੋ, ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹਾ ਜੀਵਨ ਜਿਉਣ ਲਈ ਕਿਸੇ ਚਮਤਕਾਰ ਦੀ ਲੋੜ ਨਹੀਂ, ਨਾ ਹੀ ਕੋਈ ਬਹੁਤ ਮੁਸ਼ਕਿਲ ਕੰਮ ਹੈ, ਨਾ ਹੀ ਇਹ ਗੱਲਾਂ ਇੰਨੀਆਂ ਗੁੰਝਲਦਾਰ ਹਨ ਜਿੰਨੀਆਂ ਤੈਨੂੰ ਲੱਗ ਰਹੀਆਂ ਹਨ। ਕੋਈ ਵੀ ਆਦਮੀ ਜਾਂ ਪਰਿਵਾਰ ਬੜੀ ਆਸਾਨੀ ਨਾਲ ਅਜਿਹੀ ਜ਼ਿੰਦਗੀ ਜੀ ਸਕਦਾ ਹੈ। ਬਸ ਪੱਕਾ ਇਰਾਦਾ, ਆਤਮ ਵਿਸ਼ਵਾਸ ਤੇ ਦਲੇਰੀ ਦੀ ਲੋੜ ਹੈ। ਬਹੁਤ ਜ਼ਿਆਦਾ ਕੁਝ ਨਹੀਂ, ਬਸ ਆਪਣੇ ਬਾਹੂਬਲ ਉੱਤੇ ਜਿਉਣ ਦਾ ਦ੍ਰਿੜ ਵਿਸ਼ਵਾਸ ਤੇ ਝੂਠ ਤੇ ਮਨ ਘੜਤ ਆਸਾਂ ਛੱਡਣ ਦੀ ਲੋੜ ਹੈ। ਖੈਰ, ਹੌਲੀ ਹੌਲੀ ਤੈਨੂੰ ਸਭ ਕੁਝ ਆਪਣੇ ਆਪ ਹੀ ਸਮਝ ਆ ਜਾਏਗਾ। ਦੂਜੀ ਗੱਲ ਇਹ ਹੈ, ਅੱਜ ਤੋਂ ਪਿੱਛੋਂ ਕਦੀ ਵੀ ਤੁਹਾਡਾ ਘਰ ਕਹਿ ਕੇ ਗੱਲ ਨਹੀਂ ਕਰਨੀ। ਇਹ ਤੇਰਾ ਵੀ ਓਨਾ ਹੀ ਹੈ ਜਿੰਨਾ ਸਾਡਾ ਤੇ ਜੀਵਨ ਭਰ ਰਹੇਗਾ। ਤੀਜੀ ਗੱਲ, ਮੇਰੀ ਘਰਵਾਲੀ ਨੂੰ ਸਿਰਫ ਬੀਬੀ ਜੀ ਕਹਿਣਾ ਤੇ ਮੈਨੂੰ ਸਿੰਘ ਜਾਂ ਸਰ ਕਹਿ ਕੇ ਗੱਲ ਕਰਨੀ। ਅਜਿਹਾ ਕਿਉਂ, ਇਹ ਤੈਨੂੰ ਅੱਗੇ ਚੱਲ ਕੇ ਆਪਣੇ ਆਪ ਸਮਝ ਆ ਜਾਏਗਾ। ਸਾਡੇ ਦੋਨਾਂ ਤੋਂ ਬਗੈਰ ਮੇਰੇ ਲੜਕੇ ਨੂੰ ਵੀਰ ਜੀ ਤੇ ਨੂੰਹ ਨੂੰ ਭਾਬੀ ਜੀ ਕਹਿ ਕੇ ਬੁਲਾਣਾ। ਅੱਜ ਤੋਂ ਪਿੱਛੋਂ ਇਹ ਮੰਨ ਕੇ ਚੱਲਣਾ ਕਿ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ। ਸਾਡੇ ਵੱਲੋਂ ਤਨੋਂ ਮਨੋਂ ਤੈਨੂੰ ਇਹ ਅਧਿਕਾਰ ਦੇ ਦਿੱਤਾ ਗਿਆ। ਅੱਜ ਤੋਂ ਖਿਆਲ ਰਹੇ, ਤੇਰੇ ਵੱਲੋਂ ਸਾਡੇ ਇਸ ਪਿਆਰ ਤੇ ਵਿਸ਼ਵਾਸ ਨੂੰ ਧੱਕਾ ਨਹੀਂ ਲੱਗਣਾ ਚਾਹੀਦਾ। ਮਾਤਾ ਜੀ ਜਾਂ ਬਾਬਾ ਜੀ ਬਾਰ-ਬਾਰ ਕਹਿਣ ਨਾਲ ਇਨਸਾਨ ਨੂੰ ਬੁਢਾਪੇ ਦਾ ਅਹਿਸਾਸ ਹੋਣ ਲੱਗਦਾ ਹੈ, ਜਿਹਦਾ ਦਿਲ ਤੇ ਦਿਮਾਗ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਦਿਨ 'ਚ ਬਹੁਤ ਵਾਰ ਇੱਕ ਦੂਜੇ ਨੂੰ ਬੁਲਾਉਣਾ ਹੁੰਦਾ ਹੈ। ਇਸ ਕਰਕੇ ਇਨਸਾਨ ਉੱਪਰ ਮਾਨਸਿਕ ਅਸਰ ਪੈਂਦਾ ਹੈ। ਇਨਸਾਨ ਉੱਪਰ ਪ੍ਰਕਿਰਤੀ ਨਾਲੋਂ ਛੇਤੀ ਬੁਢਾਪਾ ਆਉਣਾ ਤੇ ਲੰਮੇ ਸਮੇਂ ਤੱਕ ਰਹਿਣ ਦੇ ਹੋਰ ਬਹੁਤ ਸਾਰੇ ਕਾਰਨਾਂ ਵਿੱਚੋਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਧਰਮ, ਸਮਾਜ ਤੇ ਸਰਕਾਰ ਦੇ ਨਿਯਮਾਂ ਤੇ ਆਧਾਰਿਤ ਹੈ ਸਾਡਾ ਜੀਵਨ, ਕੁਦਰਤੀ ਤੇ ਅਸਲੀ ਨਹੀਂ। ਕਹਿਣ ਨੂੰ ਤਾਂ ਸਾਡਾ ਦੇਸ਼ ਆਜ਼ਾਦ ਹੈ, ਅਸੀਂ ਆਜ਼ਾਦ ਹਾਂ, ਪਰ ਅਸਲ 'ਚ ਅਸੀਂ ਜਿੰਨੀ ਮਾਨਸਿਕ ਗੁਲਾਮੀ 'ਚ ਜੀ ਰਹੇ ਹਾਂ, ਇਹਦੀ ਮਿਸਾਲ ਮੈਂ ਤੇਰੀ ਹੀ ਦਿੰਦਾ ਤਾਂ ਜੋ ਤੇਰੀ ਸਮਝ ਚੰਗੀ ਤਰ੍ਹਾਂ ਆ ਸਕੇ ਤੇ ਇਸ ਕੁਦਰਤੀ ਸੱਚਾਈ ਦਾ ਯਕੀਨ ਆ ਜਾਏ। ਖੰਡਰ 'ਚੋਂ ਬਾਹਰ ਨਿਕਲਣ ਤੋਂ ਪਿੱਛੋਂ ਮੈਂ ਤੈਨੂੰ ਗੌਰ ਨਾਲ ਦੇਖਿਆ। ਮੈਨੂੰ ਦੇਖਣ ਤੋਂ ਪਿੱਛੋਂ ਜੋ ਕਿਰਿਆਵਾਂ ਤੇਰੇ ਚਿਹਰੇ ਤੇ ਆਈਆਂ, ਮੈਂ ਉਹਨਾਂ ਨੂੰ ਪੜ੍ਹ ਲਿਆ ਸੀ। ਫਿਰ ਮੈਂ ਦੁਬਾਰਾ ਤੇਰੇ ਵੱਲ ਨਹੀਂ ਦੇਖਿਆ, ਪਰ ਤੂੰ ਸਾਰੇ ਰਸਤੇ 'ਚ ਕੀ ਸੋਚਦੀ ਆਈ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਕੰਮੋਂ ਇੱਕਦਮ ਚੌਂਕਦੀ ਹੈ, ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ, ਉੱਠ ਕੇ ਖੜੀ ਹੋ ਜਾਂਦੀ ਹੈ। ਫਿਰ ਉਹ ਇੱਕ ਝਟਕੇ ਨਾਲ ਅੱਗੇ ਵੱਧ ਕੇ ਸਿੰਘ ਦੇ ਪੈਰ ਫੜ ਲੈਂਦੀ ਹੈ। ਬਹੁਤ ਹੀ ਸ਼ਰਮਿੰਦਾ ਚਿਹਰੇ ਨਾਲ ਨਜ਼ਰਾਂ ਚੁਰਾ ਕੇ ਉਹ ਸਿੰਘ ਨੂੰ ਕਹਿੰਦੀ ਹੈ, ਸਰ ਮੈਨੂੰ ਮਾਫ਼ ਕਰ ਦਿਓ, ਮੈਨੂੰ ਕਮਲੀ ਨੂੰ ਬਖਸ਼ ਦਿਓ। ਸਿੰਘ ਜ਼ੋਰ ਨਾਲ ਹੱਸਦਾ ਹੈ, ਇੱਕ ਹੱਥ ਨਾਲ ਧੱਕ ਕੇ ਉਹਨੂੰ ਮੁੜ ਕੁਰਸੀ ਉੱਤੇ ਬਿਠਾ ਦਿੰਦਾ ਹੈ। ਫਿਰ ਉਹ ਬੜੇ ਪਿਆਰ ਨਾਲ ਸਮਝਾਉਂਦਿਆਂ ਕਹਿੰਦਾ ਹੈ, ਤੈਂ ਅਜਿਹਾ ਸੋਚ ਕੇ ਕੋਈ ਗਲਤੀ ਨਹੀਂ ਕੀਤੀ। ਜੇ ਤੇਰੀ ਥਾਂ ਉੱਤੇ ਮੈਂ ਹੁੰਦਾ ਤਾਂ ਮੈਂ ਵੀ ਅਜਿਹਾ ਹੀ ਸੋਚਦਾ। ਹਰ ਕੋਈ ਇਹੋ ਸੋਚਦਾ ਜੋ ਤੈਂ ਸੋਚਿਆ, ਕਿਉਂਕਿ ਹਰ ਕੋਈ ਜ਼ਿੰਦਗੀ ਦੀ ਤਲਾਸ਼ ਵਿੱਚ ਹੈ। ਤੈਨੂੰ ਅਜੇ ਤੱਕ ਜ਼ਿੰਦਗੀ ਨਹੀਂ ਮਿਲੀ, ਇਸ ਕਰਕੇ ਉਸ ਬਾਰੇ ਸੋਚਣਾ ਜਾਂ ਤਲਾਸ਼ ਕਰਨਾ ਕੋਈ ਗੁਨਾਹ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਹੈ, ਉਹ ਸੋਚ ਤੇਰੀ ਆਜ਼ਾਦ ਸੋਚ ਹੈ, ਬੰਧਨ ਰਹਿਤ ਸੋਚ ਸੀ। ਫਿਰ ਵੀ ਤੇਰੀ ਸੋਚ ਦੇ ਮੁਤਾਬਕ ਜੇ ਮੇਰੀ ਉਮਰ ਘੱਟ ਵੀ ਹੁੰਦੀ ਤਾਂ ਵੀ ਤੂੰ ਇਹ ਜਾਣਨ ਤੋਂ ਪਿੱਛੋਂ ਕਿ ਮੇਰੀ ਸ਼ਾਦੀ ਹੋ ਚੁੱਕੀ ਹੈ ਚੁੱਪ ਹੀ ਰਹਿਣਾ ਸੀ। ਆਪਣੇ ਮਨ ਦੀ ਗੱਲ ਤਾਂ ਮੈਨੂੰ ਬਿਲਕੁਲ ਨਹੀਂ ਕਹਿਣੀ ਸੀ। ਬਸ ਇਹੀ ਹੈ ਸਾਡੀ ਆਜ਼ਾਦ ਸੋਚ ਉੱਪਰ ਸਮਾਜਿਕ ਬੈਰੀਅਰ। ਜਿਸ ਤਰ੍ਹਾਂ ਮੈਂ ਤੈਨੂੰ ਖੰਡਰ 'ਚ ਦੱਸ ਚੁੱਕਾ ਕਿ ਉਸੇ ਤਰ੍ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਇਹ ਸਮਾਜਿਕ ਬੰਧਨ ਅਜੇ ਆਦਮੀ ਨੇ ਨਹੀਂ ਬਣਾਏ ਸੀ, ਤੂੰ ਮੈਨੂੰ ਉਸ ਸਮੇਂ ਜੰਗਲ 'ਚ ਮਿਲਦੀ ਤਾਂ ਤੈਂ ਆਪਣੇ ਮਨ ਦੀ ਗੱਲ ਬੇਖੌਫ ਕਹਿ ਦੇਣੀ ਸੀ। ਤੈਨੂੰ ਨਾ ਕਿਸੇ ਦਾ ਡਰ ਹੋਣਾ ਸੀ, ਨਾ ਹੀ ਕਿਸੇ ਦੀ ਪਰਵਾਹ, ਨਾ ਕਿਸੇ ਦੀ ਜ਼ਿੰਦਗੀ ਬਰਬਾਦ ਹੋਣ ਦਾ ਡਰ ਤੇ ਨਾ ਹੀ ਕਿਸੇ ਦੀ ਬਰਬਾਦ ਹੁੰਦੀ ਸੀ। ਉਦੋਂ ਜੇ ਕਿਸੇ ਔਰਤ ਦੀ ਆਦਮੀ ਨਾਲ ਨਹੀਂ ਬਣਦੀ ਸੀ, ਉਹਨੂੰ ਛੱਡ ਦਿੰਦੀ ਸੀ, ਕੋਈ ਦੂਜਾ ਤਲਾਸ਼ ਕਰ ਲੈਂਦੀ ਸੀ। ਉਹਦੀ ਹੋਣ ਵਾਲੀ ਔਰਤ ਵਾਂਗ ਜ਼ਿੰਦਗੀ ਬਰਬਾਦ ਨਹੀਂ ਹੁੰਦੀ ਸੀ। ਜਿਨ੍ਹਾਂ ਗੱਲਾਂ ਦਾ ਅੱਜ ਤੇਰੇ ਦਿਲ ਅਤੇ ਦਿਮਾਗ ਉੱਪਰ ਬੋਝ ਪਿਆ ਹੋਇਆ ਹੈ, ਇਹ ਕੁਦਰਤੀ ਗੱਲਾਂ ਨਹੀਂ ਹਨ। ਇਹ ਮਰਦ ਦੇ ਆਪਣੇ ਫਾਇਦੇ ਲਈ ਬਣਾਏ ਹੋਏ ਮਨ ਘੜਤ ਕਾਨੂੰਨ ਹਨ। ਜ਼ਰਾ ਸੋਚ ਕੇ ਦੇਖ, ਕਲਪਨਾ ਕਰੋ,
ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵਾਲੀ ਕੰਮੋਂ ਦੀ ਤੇ ਫਿਰ ਅੱਜ ਵਾਲੀ ਕੰਮੋਂ ਦੀ। ਉਹ ਅਨਪੜ੍ਹ ਕੰਮੋਂ ਕਿੰਨੀ ਆਜ਼ਾਦ ਤੇ ਮੌਜ ਵਿੱਚ ਸੀ, ਉਹਦੇ ਮੁਕਾਬਲੇ ਅੱਜ ਦੀ ਪੜ੍ਹੀ ਲਿਖੀ ਕੰਮੋਂ ਅਸਲ 'ਚ ਕਿੰਨੀ ਮਜਬੂਰ, ਪਾਬੰਦੀਆਂ 'ਚ ਜਕੜੀ ਹੋਈ, ਕਿੰਨੀ ਕਮਜ਼ੋਰ ਤੇ ਬੇਵੱਸ ਹੈ। ਇਹਦੇ ਉਲਟ ਮਰਦ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵਾਂਗ ਅੱਜ ਵੀ ਆਜ਼ਾਦ ਹੈ। ਇਹ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਰਦ ਦੇ ਘੜੇ ਕਾਨੂੰਨ ਹਨ, ਜਿਨ੍ਹਾਂ ਨੂੰ ਸਿਰਫ ਔਰਤ ਉੱਤੇ ਹੀ ਲਾਗੂ ਕੀਤਾ ਗਿਆ ਤੇ ਆਪਣੇ ਆਪ ਨੂੰ ਪੂਰਨ ਆਜ਼ਾਦ ਰੱਖਿਆ, ਸਦੀਆਂ ਪਹਿਲੇ ਜੰਗਲੀ ਆਦਮੀ ਵਾਂਗ। ਇੱਕ ਲੜਕੀ ਮੇਰੇ ਬਾਰੇ ਅਜਿਹਾ ਸੋਚਦੀ ਹੈ, ਮੈਂ ਤਾਂ ਇਸ ਗੱਲ ਦਾ ਆਨੰਦ ਲੈ ਰਿਹਾ। ਮਾਫੀ ਕਿਸ ਗੱਲ ਦੀ? ਹਰ ਇਨਸਾਨ ਅੰਦਰੋਂ ਇਹੀ ਸੋਚਦਾ ਹੈ, ਅਜਿਹਾ ਹੀ ਚਾਹੁੰਦਾ ਹੈ, ਪਰ ਸਾਰੀ ਦੁਨੀਆ ਝੂਠ ਬੋਲਦੀ ਹੈ, ਉੱਪਰੋਂ ਪਖੰਡ ਕਰਦੀ ਹੈ। ਪਰ ਇਸ ਘਰ ਵਿੱਚ ਇਹ ਪਖੰਡੀ ਗੱਲਾਂ ਨਹੀਂ ਹੁੰਦੀਆਂ। ਮੇਰੀ ਔਰਤ ਮੇਰੇ ਨਾਲ ਅਜਿਹਾ ਵਿਹਾਰ ਕਰਦੀ ਹੈ ਕਿ ਮੈਨੂੰ ਦੁਨੀਆ ਦੀ ਕੋਈ ਵੀ ਔਰਤ ਉਸ ਨਾਲੋਂ ਚੰਗੀ ਨਾ ਲੱਗੇ, ਤੇ ਮੈਂ ਇੱਕ ਅਜਿਹਾ ਮਰਦ ਬਣ ਕੇ ਰਹਿਣਾ ਕਿ ਦੁਨੀਆ ਦਾ ਕੋਈ ਵੀ ਮਰਦ ਉਸ ਨਾਲੋਂ ਚੰਗਾ ਨਾ ਲੱਗੇ। ਇਸ ਤਰ੍ਹਾਂ ਦੇ ਬੰਧਨ ਤੇ ਰਿਸ਼ਤੇ ਹਨ ਇਸ ਘਰ 'ਚ। ਅੱਛਾ ਹੁਣ ਜਾ, ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲੈ। ਉਹ ਟੇਪ ਦਾ ਬਟਨ ਦਬਾ ਦਿੰਦਾ ਹੈ, ਗਜ਼ਲ ਫੇਰ ਸ਼ੁਰੂ ਹੋ ਜਾਂਦੀ ਹੈ। ਕੰਮੋਂ ਉੱਥੋਂ ਉੱਠ ਕੇ ਉਸੇ ਕਮਰੇ 'ਚ ਚਲੀ ਜਾਂਦੀ ਹੈ ਜਿੱਥੋਂ ਆਈ ਸੀ। ਉਹ ਪਹਿਲਾਂ ਵਾਂਗ ਹੀ ਬੈੱਡ 'ਤੇ ਪੈ ਜਾਂਦੀ ਹੈ। ਉਹਨੂੰ ਇਉਂ ਲੱਗਦਾ ਜਿਵੇਂ ਉਹ ਐਕਸਰੇ ਮਸ਼ੀਨ ਅੱਗੋਂ ਉੱਠ ਕੇ ਆਈ ਹੋਵੇ। ਉਹਦਾ ਦਿਲ ਤੇ ਦਿਮਾਗ ਬਿਲਕੁਲ ਸੁੰਨ ਹੋ ਚੁੱਕਿਆ ਸੀ। ਉਹ ਸੋਚ ਰਹੀ ਸੀ ਕਿ ਕਿੰਨੀ ਤੇਜ਼ ਸੋਚ ਹੈ ਇਹਨਾਂ ਦੀ, ਬਗੈਰ ਕਹੇ ਸੁਣੇ ਹੀ ਸਾਰਾ ਕੁਝ ਜਾਣ ਗਏ। ਐਕਸਰੇ ਦੀਆਂ ਕਿਰਨਾਂ ਨਾਲੋਂ ਵੀ ਤੇਜ਼ ਨਜ਼ਰ ਹੈ ਇਹਨਾਂ ਦੀ। ਮੇਰੇ ਦਿਲ ਤੇ ਦਿਮਾਗ ਉੱਤੇ ਬੋਝ ਬਣੇ ਵਿਚਾਰਾਂ ਨੂੰ ਕਿਸ ਤਰ੍ਹਾਂ ਇੱਕ ਹੀ ਵਾਰ ਨਾਲ ਕੱਟ ਕੇ ਰੱਖ ਦਿੱਤਾ। ਉਹਨਾਂ ਦੀਆਂ ਗੱਲਾਂ ਦਾ ਤਾਂ ਮੇਰੇ ਕੋਲ ਜਾਂ ਸ਼ਾਇਦ ਕਿਸੇ ਕੋਲ ਵੀ ਕੋਈ ਜਵਾਬ ਨਹੀਂ। ਕਿੰਨੀ ਸੱਚੀ ਸੁੱਚੀ ਤੇ ਅਸਲੀਅਤ ਤੇ ਆਧਾਰਿਤ ਹੈ ਇਹਨਾਂ ਲੋਕਾਂ ਦੀ ਜ਼ਿੰਦਗੀ। ਮੈਂ ਮਰਨ ਦਾ ਫੈਸਲਾ ਕਰਕੇ ਕਿੰਨੀ ਚੰਗੀ ਰਹੀ। ਇਸੇ ਬਹਾਨੇ ਇਹਨਾਂ ਨਾਲ ਮੁਲਾਕਾਤ ਹੋ ਗਈ ਤੇ ਉਸ ਨਰਕ ਵਰਗੀ ਜ਼ਿੰਦਗੀ ਤੋਂ ਮੁਕਤੀ ਮਿਲ ਗਈ ਤੇ ਇਸ ਸਵਰਗ ਰੂਪੀ ਘਰ 'ਚ ਇਹਨਾਂ ਫਰਿਸ਼ਤਿਆਂ ਵਰਗੇ ਲੋਕਾਂ ਨਾਲ ਰਹਿਣ ਦਾ ਮੌਕਾ ਮਿਲਿਆ। ਅਜੇ 24 ਘੰਟੇ ਵੀ ਨਹੀਂ ਹੋਏ, ਮੇਰੀ ਦੁਨੀਆ ਬਦਲ ਕੇ ਰੱਖ ਦਿੱਤੀ। ਪਹਿਲੀਆਂ ਗੱਲਾਂ ਯਾਦ ਕਰਕੇ ਹੁਣ ਮੈਨੂੰ ਸ਼ਰਮ ਤੇ ਗਿਲਾਨੀ ਆਉਂਦੀ ਹੈ। ਮੈਨੂੰ ਕਿੰਨੀ ਛੇਤੀ ਆਪਣੇ ਘਰ ਦਾ ਮੈਂਬਰ ਮੰਨ ਲਿਆ। ਮੇਰੀ ਪਿਛਲੀ ਗੰਦੀ ਜਿਹੀ ਜ਼ਿੰਦਗੀ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ। ਲੱਗਦਾ ਹੈ ਕਿ ਇਹਨਾਂ ਨੂੰ ਪੱਕਾ ਭਰੋਸਾ ਹੈ ਕਿ ਮੈਨੂੰ ਇੱਕ ਨਵਾਂ ਰੂਪ ਦੇ ਦੇਣਗੇ। ਉਹ ਅਸਲ 'ਚ ਮੈਨੂੰ ਨਵੇਂ ਰੂਪ 'ਚ ਹੀ ਦੇਖ ਰਹੇ ਹਨ। ਇਸੇ ਕਰਕੇ ਹੀ ਤਾਂ ਉਹਨਾਂ ਨੇ ਮੇਰੇ ਪਿਛਲੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਕਿੰਨੇ ਪਿਆਰੇ ਤੇ ਸ਼ੁੱਧ ਲੋਕ ਹਨ ਇਹ। ਖੈਰ, ਮੈਂ ਇਹਨਾਂ ਨਾਲ ਪੂਰੀ ਵਫਾਦਾਰੀ ਨਾਲ ਰਹਾਂਗੀ। ਇਹ ਮੈਨੂੰ ਜੋ ਵੀ ਰੂਪ ਦੇਣਗੇ ਮੈਂ ਉਹੀ ਸਵੀਕਾਰ ਕਰ ਲਵਾਂਗੀ। ਇਹ ਜੋ ਵੀ ਸੋਚਣਗੇ ਚੰਗਾਈ ਸੋਚਣਗੇ। ਇਹ ਮੇਰੇ ਨਾਲੋਂ ਬਹੁਤ ਵੱਡੀ ਅਕਲ ਦੇ ਮਾਲਕ ਹਨ। ਕੰਮੋਂ ਦਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ। ਫਿਰ ਉਹ ਸਿੰਘ ਦੀਆਂ ਕਹੀਆਂ ਹੋਈਆਂ ਗੱਲਾਂ ਬਾਰੇ ਸੋਚਣ ਲੱਗ ਜਾਂਦੀ ਹੈ। ਧੰਨਵਾਦ।